ਦੁਨੀਆ ਦੇ ਬਹੁਤ ਸਾਰੇ ਮੁਲਕਾਂ 'ਚ ਦਰਿਆਵਾਂ ਤੇ ਨਦੀਆਂ ਨੂੰ ਜਿਉਂਦੇ ਹੋਣ ਦਾ ਦਰਜਾ ਦਿੱਤਾ ਹੋਇਆ, ਯਾਨੀ ਕਿਸੇ ਜਿਉਂਦੇ ਮਨੁੱਖ ਦੇ ਜਿਵੇਂ ਹੱਕ ਹੁੰਦੇ ਨੇ ਉਹੀ ਹੱਕ ਉਹਨਾਂ ਦੇ ਨੇ, ਯਾਨੀ ਜਿੱਥੇ ਉਹ ਵਗ ਰਹੇ ਨੇ ਉੱਥੇ ਕੋਈ ਵੜ ਨਹੀਂ ਸਕਦਾ। ਸਾਡੇ ਧਰਮਾਂ 'ਚ ਵੀ ਨਦੀਆਂ ਦੀ, ਦਰਿਆਵਾਂ ਦੀ, ਪਾਣੀ ਦੀ ਬਹੁਤ ਵੱਡੀ ਮਹਿਮਾ ਹਰ ਧਰਮ 'ਚ ਭਾਰਤ ਦੇ 'ਚ, ਪਰ ਉਹਦੇ ਬਾਵਜੂਦ ਅਸੀਂ ਇੰਨੇ ਜ਼ਿਆਦਾ ਅਸੰਵੇਦਨਸ਼ੀਲ ਹੋਏ। ਸਾਡੀਆਂ ਸਰਕਾਰਾਂ, ਸਾਡਾ ਕਾਰਪੋਰੇਟ, ਸਾਡੇ ਮਾਫੀਆਜ਼ ਨੇ ਜਿਹੜੇ, ਉਹਨਾਂ ਨੇ ਲੈਂਡ ਹੜੱਪ ਲਈ, ਨਦੀਆਂ ਦੀ, ਦਰਿਆਵਾਂ ਨੂੰ ਵਗੜ ਲਿਆ, ਮਾਈਨਿੰਗ ਦੇ ਨਾਂ 'ਤੇ, ਲੈਂਡ ਦੇ ਨਾਂ 'ਤੇ ਬਹੁਤ ਵੱਡਾ ਨੁਕਸਾਨ ਕੀਤਾ। ਪਾਣੀ ਨੂੰ ਲੈ ਕੇ ਉਹ ਸੰਵੇਦਨਾ ਜਿਹੜੀ ਮਾਡਰਨ ਦਿਨਾਂ 'ਚ ਹੋਣੀ ਚਾਹੀਦੀ ਸੀ ਉਹ ਨਹੀਂ ਰਹੀ। ਇਸੇ ਕਰਕੇ ਅਸੀਂ ਬਹੁਤ ਵੱਡੇ ਪੱਧਰ 'ਤੇ ਹੜ੍ਹਾਂ ਦਾ ਸ਼ਿਕਾਰ ਹੁੰਦੇ ਹਾਂ। ਇਸ ਵਾਰ ਦੇ ਹੜ੍ਹਾਂ 'ਚ ਵੀ ਦੇਖਿਆ ਗਿਆ, ਜਿੱਥੇ ਨਦੀਆਂ ਵਗਦੀਆਂ ਸੀ, ਕਿਹਾ ਜਾਂਦਾ ਡੇਰਾਬੱਸੀ ਦੇ ਜਿਸ ਇਲਾਕੇ 'ਚ ਵਗਦੀ ਸੀ ਜਾਂ ਖਰੜ ਵਾਲੇ ਜਿਸ ਇਲਾਕੇ 'ਚ ਨਦੀਆਂ ਵਗਦੀਆਂ ਸੀ ਉੱਥੇ ਕੰਸਟਰਕਸ਼ਨ ਹੋ ਗਈ, ਉੱਥੇ ਘਰ ਢਹੇ, ਉਹਨਾਂ ਥਾਵਾਂ 'ਤੇ ਕਦੇ ਪਾਣੀ ਵਹਿੰਦਾ ਹੁੰਦਾ ਸੀਗਾ। ਤਾਂ ਜਦੋਂ ਅਸੀਂ ਇਹ ਹੋਲਿਸਟਿਕ ਡਿਬੇਟ ਕਰਦੇ ਆਂਗੇ, ਜਦੋਂ ਅਸੀਂ ਆਈਡੀਆ ਆਫ ਪੰਜਾਬ ਦੀ ਸੀਰੀਜ਼ ਦੇ ਤਹਿਤ ਚਰਚਾ ਕਰ ਰਹੇ ਆਂਗੇ ਕਿ ਇਹ ਪਾਣੀ ਦਾ ਆਈਡੀਆ ਆਫ ਪੰਜਾਬ ਕੀ ਸੀਗਾ, ਇੱਥੇ ਬਹੁਤ ਸਾਰੀਆਂ ਸੱਭਿਅਤਾਵਾਂ ਰਹੀਆਂ, ਉਹ ਸੱਭਿਅਤਾਵਾਂ ਦੇ ਅੰਦਰ ਪਾਣੀ ਦੀ ਕੀ ਕਦਰ ਸੀਗੀ ਤੇ ਅਸੀਂ ਹਾਲਾਤ ਕਿੱਥੋਂ ਤੋਂ ਕਿੱਥੇ ਲੈ ਗਏ, ਇਸ ਗੱਲ 'ਤੇ ਚਰਚਾ ਕਰਨ ਲਈ ਅੱਜ ਸਾਡੇ ਨਾਲ ਸਾਬਕਾ IAS ਕਾਹਨ ਸਿੰਘ ਪੰਨੂ ਨੇ, ਜਿਹੜੇ ਇਹਨਾਂ ਸਾਰੇ ਡਿਪਾਰਟਮੈਂਟਾਂ ਦੇ ਅਹੁਦਿਆਂ 'ਤੇ ਰਹੇ ਨੇ। ਉਹ ਸੈਕਟਰੀ ਐਗਰੀਕਲਚਰ ਵੀ ਰਹੇ, ਸੈਕਟਰੀ ਇਰੀਗੇਸ਼ਨ ਵੀ ਰਹੇ, ਪੋਲਿਊਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਵੀ ਰਹੇ ਤੇ ਹੋਰ ਵੀ ਬਹੁਤ ਸਾਰੇ ਅਹੁਦਿਆਂ 'ਤੇ। ਔਰ ਜਿਹੜਾ ਕੰਮ ਉਹਨਾਂ ਨੇ ਫੜਿਆ ਸਿਰੇ ਲਾਇਆ। ਖੁਦ ਕਿਸਾਨ ਪਰਿਵਾਰ 'ਚੋਂ ਨੇ, ਖੁਦ ਖੇਤੀ ਕਰਦੇ ਨੇ। ਸਭ ਤੋਂ ਵੱਡੀ ਗੱਲ ਹੈ ਖੇਤੀ ਹੁਣ ਨਹੀਂ ਕਰਦੇ ਰਿਟਾਇਰ ਹੋਣ ਤੋਂ ਬਾਅਦ, ਜਦੋਂ ਰਿਟਾਇਰ ਨਹੀਂ ਹੋਏ ਸੀ, ਜਦੋਂ ਕੰਮ ਕਰ ਰਹੇ ਸੀ, ਵੱਡੀਆਂ ਵੱਡੀਆਂ ਪੋਸਟਾਂ 'ਤੇ ਹੁੰਦੇ ਸੀ, ਉਦੋਂ ਵੀ ਖੇਤੀ ਕਰਦੇ। ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ, ਕਿਉਂਕਿ ਉਹ ਕਹਾਣੀ ਨੂੰ ਹੋਲਿਸਟਿਕਲੀ, ਹੋਲਨੈਸ 'ਚ ਜੇ ਮੈਂ ਕਹਾਂ, ਅੰਡਰਸਟੈਂਡ ਕਰਦੇ ਨੇ। ਸਵਾਗਤ ਕਰਦੇ ਉਹਨਾਂ ਦਾ। ਸਵਾਗਤ ਹੈ ਪੰਨੂ ਸਾਹਿਬ। ਥੈਂਕ ਯੂ ਜੀ, ਥੈਂਕ ਯੂ ਯਾਦਵਿੰਦਰ ਜੀ, ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸਰ, ਸਾਨੂੰ ਸਮਾਂ ਦਿੱਤਾ ਤੁਸੀਂ। ਧੰਨਵਾਦ। ਕਈ ਦਿਨਾਂ ਦਾ ਮੈਂ ਤੁਹਾਡੇ ਪਿੱਛੇ ਲੱਗਿਆ ਹੋਇਆ। ਜੀ 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 ਸਰ, ਸਭ ਤੋਂ ਪਹਿਲਾ ਸਵਾਲ ਮੇਰਾ ਇਹੀ, ਇਹ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਆ, ਆਪਾਂ ਇਹਨੂੰ ਡਿਟੇਲ 'ਚ ਫਰੋਲ ਦਿਆਂਗੇ। ਇੱਥੇ ਹੜੱਪਾ ਮਹਿੰਜੋਦੜੋ ਦੇ ਦੌਰ ਤੋਂ ਲੈ ਕੇ ਜੇ ਆਪਾਂ ਉੱਥੋਂ ਸ਼ੁਰੂ ਕਰੀਏ ਕਹਾਣੀ ਨੂੰ, ਉਹ ਸੱਭਿਅਤਾਵਾਂ ਖਤਮ ਹੋਈਆਂ। ਔਰ ਪਾਣੀ ਬਾਰੇ ਇਹ ਕਿਹਾ ਜਾਂਦਾ ਕਿ ਪਾਣੀ ਜਾਂ ਤਾਂ ਖਤਮ ਹੋਣ ਦੇ ਨਾਲ ਸੱਭਿਅਤਾ ਖਤਮ ਹੁੰਦੀ ਹੈ, ਜਾਂ ਜ਼ਿਆਦਾ ਆਉਣ ਦੇ ਨਾਲ, ਸਾਡੇ ਧਰਮਾਂ 'ਚ ਵੀ ਜ਼ਿਕਰ ਆਗਾ ਕਿ ਪਰਲੋ ਆ ਜਾਂਦੀ ਹੈ ਅਤੇ ਸੱਭਿਅਤਾ ਖਤਮ ਹੋ ਜਾਂਦੀ ਹੈ। ਯਾਦਵਿੰਦਰ ਜੀ, ਪੰਜਾਬ ਤਾਂ ਪੰਜਾਬ ਪੰਜਾਂ ਦਰਿਆਵਾਂ ਦੇ ਨਾਂ ਦੇ ਉੱਤੇ ਜਾਂ ਪਾਣੀਆਂ ਦੇ ਨਾਂ ਦੇ ਉੱਤੇ ਹੀ ਇੱਕ ਵਸਿਆ ਹੋਇਆ ਇੱਕ ਖਿੱਤਾ ਹੈ। ਜਿਹੜੀਆਂ ਤੁਸੀਂ ਦੋ ਗੱਲਾਂ ਕੀਤੀਆਂ ਨੇ ਕਿ ਜਾਂ ਪਾਣੀ ਖਤਮ ਹੋਣ ਵਾਲੀ ਗੱਲ ਜਾਂ ਪਾਣੀ ਬਹੁਤਾ ਆਉਣ ਵਾਲੀ ਗੱਲ, ਅਸੀਂ ਪਿਛਲੇ 10 ਸਾਲਾਂ 'ਚ ਦੋਨੇ ਚੀਜ਼ਾਂ ਦੇਖ ਲਈਆਂ। ਐਤਕੀ ਵੀ ਆਪਾਂ ਇਹੀ ਦੇਖ ਰਹੇ ਹਾਂ, ਉੱਪਰ ਪਾਣੀ ਫਿਰਦਾ, ਥੱਲੇ ਵਾਲਾ ਪਾਣੀ, ਪੀਣ ਨੂੰ ਪਾਣੀ ਨਹੀਂ। ਪੀਣ ਦਾ ਪਾਣੀ ਦਾ ਵੀ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਦੀ ਧਰਤੀ ਦੇ ਥੱਲੇ ਕੁੱਲ ਮਿਲਾ ਕੇ ਜੇ ਆਪਾਂ ਪਾਣੀ ਦੇਖਿਆ ਜਾਵੇ ਤਾਂ ਉਹ ਪਾਣੀ 260 ਮਿਲੀਅਨ ਏਕੜ ਫੁੱਟ ਪਾਣੀ ਆ ਸਾਡੇ ਕੋਲ, ਅਤੇ ਅਸੀਂ ਹਰੇਕ ਸਾਲ ਇਸ 260 ਮਿਲੀਅਨ ਏਕੜ ਫੁੱਟ ਪਾਣੀ 'ਚੋਂ 11 ਮਿਲੀਅਨ ਏਕੜ ਫੁੱਟ ਪਾਣੀ ਹੇਠਾਂ ਤੋਂ ਕੱਢ ਰਹੇ ਹਾਂ। ਸੋ ਸਾਡੇ ਕੋਲ ਇਹ 20, 22, 23 ਸਾਲ ਦਾ ਪਾਣੀ ਹੈ। ਇਸ 2017 ਦਾ ਡੇਟਾ ਕਹਿ ਰਿਹਾ, 6 ਸਾਲ ਸਾਡੇ ਹੋਰ ਲੰਘੇ ਆ। ਸੋ ਆਉਣ ਵਾਲੇ 15, 16 ਸਾਲਾਂ ਦੇ ਵਿੱਚ ਸਾਡੇ ਧਰਤੀ ਹੇਠਲਾ ਪਾਣੀ ਖਤਮ ਹੋ ਜਾਣਾ। ਇੱਕ ਤਾਂ ਪਰਲੋ ਜਿਹੜੀ ਤੁਸੀਂ ਗੱਲ ਕੀਤੀ ਹੈ, ਉਹ ਪਰਲੋ ਇਹ ਆਈ ਖੜੀ ਆ, ਸਾਡੀਆਂ ਬਰੂਹਾਂ 'ਤੇ ਖੜੀ ਆ, ਪਰ ਕਿਉਂਕਿ ਹੁਣ ਫਲੱਡ ਆ ਗਏ, ਹੁਣ ਪਾਣੀ ਜ਼ਿਆਦਾ ਆ ਗਿਆ, ਇਸ ਕਰਕੇ ਗੱਲ ਆਪਾਂ ਉਹਦੀ ਕਰ ਰਹੇ ਹਾਂ। ਸੋ ਜਿੱਥੋਂ ਤੱਕ ਪਾਣੀ ਜ਼ਿਆਦਾ ਆਉਣ ਦੀ ਆਪਾਂ ਗੱਲ ਕਰੀਏ ਕਿ ਸਾਡੇ ਕੋਲ ਹੁਣ 4 ਦਰਿਆ ਨੇ ਪੰਜਾਬ 'ਚ, ਸਣੇ ਘੱਗਰ ਜੇ ਆਪਾਂ ਮਿਲਾ ਲਈਏ, ਹਾਲਾਂਕਿ ਪੀਰੀਨੀਅਲ ਰਿਵਰ ਹੈ, ਸਾਰਾ ਸਾਲ ਨਹੀਂ ਚੱਲਦਾ, ਬਰਸਾਤਾਂ ਦੇ ਦਿਨਾਂ 'ਚ ਬਹੁਤ ਪਾਣੀ ਆਉਂਦਾ। ਇਹਦੇ 'ਚ ਆਣ ਕੇ ਜਦੋਂ ਪਹਾੜਾਂ ਤੋਂ ਇਹ ਚੱਲਦਾ ਹੈਗਾ ਤਾਂ ਪੰਜਾਬ ਦੇ ਬਹੁਤ ਵੱਡੇ ਖਿੱਤੇ 'ਚੋਂ ਲੰਘ ਕੇ, ਹਰਿਆਣਾ 'ਚੋਂ ਲੰਘ ਕੇ ਫਿਰ ਰਾਜਸਥਾਨ ਦੇ ਵਿੱਚ ਜਾਂਦਾ, ਅਤੇ ਇਹਦੇ 'ਚ ਫਿਰ ਹਰਿਆਣਾ ਦਾ ਵੀ ਕੁਛ ਏਰੀਏ ਦਾ, ਜਿਵੇਂ ਟਾਂਗਰੀ ਰਿਵਰ ਹੈ, ਮਾਰਕੰਡਾ ਹੈ, ਉਹ ਵੀ ਆਣ ਕੇ ਉੱਥੇ ਸਾਡੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਆਣ ਕੇ ਇਕੱਠੇ ਹੋ ਜਾਂਦੇ ਨੇ, ਅਤੇ ਇਹ ਬਹੁਤ ਵੱਡੀ ਮਾਰ ਕਰਦੇ ਨੇ। ਸੋ 4 ਦੇ 4 ਦਰਿਆ ਜਿਹੜੇ ਨੇ ਸਾਡੇ, ਰਾਵੀ ਹੈ, ਸਤਲੁਜ ਹੈ, ਬਿਆਸ ਹੈ, ਘੱਗਰ ਹੈ। ਸੋ ਜੇ ਆਪਾਂ ਪਿਛੋਕੜ ਦੇ ਉੱਤੇ ਜਾਈਏ ਕਿ ਪੰਜਾਬ ਦੇ ਵਿੱਚ ਜਿਹੜੀ ਮਹਿੰਜੋਦੜੋ ਅਤੇ ਹੜੱਪਾ ਦੀ ਸੱਭਿਅਤਾ ਸੀ, ਜਦੋਂ ਆਹ ਜਿਹੜਾ ਮਾਡਰਨ ਪੰਜਾਬ ਹੈ, ਇਸ ਤੋਂ ਪਹਿਲਾਂ ਸਾਡੀ ਇੱਕ ਹੋਰ ਬਹੁਤ ਵੱਡੀ ਸੱਭਿਅਤਾ ਇੱਥੇ ਰਹੀ ਹੈ, ਜਿਹੜੀ 3000 BC ਬਿਫੋਰ ਕ੍ਰਾਈਸਟ, ਅੱਜ ਤੋਂ 5000 ਸਾਲ ਪਹਿਲਾਂ ਕਹਿ ਲਈਏ, ਉਹ ਬੜੀ ਵੱਡੀ ਸੱਭਿਅਤਾ ਪਣਪੀ ਸੀ। ਸੋ 1921 ਦੇ ਵਿੱਚ ਜੌਨ ਮਾਰਸ਼ਲ ਨੇ ਜਦੋਂ ਹੜੱਪਾ ਦੇ ਥਾਂ ਦੇ ਉੱਤੇ ਇਸ ਚੀਜ਼ ਨੂੰ ਫੋਲਿਆ, ਕੱਢਿਆ, ਅਤੇ ਉਹਨੇ ਸਾਨੂੰ ਦੱਸਿਆ ਦੁਨੀਆ ਨੂੰ ਕਿ ਜੀ ਇੱਥੇ ਬਹੁਤ ਵੱਡੀ ਸੱਭਿਅਤਾ ਰਹਿ ਕੇ ਚਲੀ ਗਈ ਹੈ, ਅਤੇ ਇਹ ਖਤਮ ਹੋਏ ਨੂੰ ਵੀ 1300 ਸਾਲ, ਉਦੋਂ 2300 ਸਾਲ ਬੀਤ ਗਏ ਸੀ।
ਸੋ ਇਹ 3000 ਸਾਲ ਤੋਂ 1700 BC ਤੱਕ, 3000 BC ਤੋਂ 1700 BC 1300 ਸਾਲ ਉਹ ਸੱਭਿਅਤਾ ਰਹੀ। ਫਿਰ ਉਹਨੇ ਇਹ ਨਤੀਜਾ ਕੱਢਿਆ ਵੀ ਸੱਭਿਅਤਾ ਖਤਮ ਕਿਵੇਂ ਹੋਈ। ਸੋ ਜਦੋਂ ਉਹ ਸਾਰਾ ਦੇਖ ਰਿਹਾ ਸੀ ਤਾਂ ਇਹ ਰਾਵੀ ਦਰਿਆ ਦੇ ਉੱਤੇ ਸੱਭਿਅਤਾ ਬਣੀ ਹੋਈ ਸੀ ਹੜੱਪਾ ਦੀ, ਜਿਹੜੀ ਕਿ ਇੰਦਸ ਦੇ ਉੱਤੇ ਮਹਿੰਜੋਦੜੋ ਦੀ ਸੀ। ਤੋਂ ਰਾਵੀ ਦਰਿਆ ਜਦੋਂ ਦੇਖਿਆ ਤਾਂ ਉਹਨੇ ਦੇਖਿਆ ਵੀ ਜਿਹੜੀ ਸਭ ਤੋਂ ਹੇਠਲੀ ਇਹਦੀ ਨੀਂਹ ਹੈ ਉਹ ਕਿਸੇ ਜ਼ਮਾਨੇ 'ਚ ਦਰਿਆ ਤੋਂ 7 ਫੁੱਟ ਉੱਚੇ ਸੀ, ਤੇ 1300 ਸਾਲਾਂ ਦੇ ਵਿੱਚ ਉੱਥੇ ਮਕਾਨਾਂ ਦੀਆਂ ਨੀਹਾਂ ਉੱਚੀਆਂ ਹੁੰਦੀਆਂ 7 ਵਾਰੀ ਉੱਚੀਆਂ ਹੋਈਆਂ। ਤੇ ਇਸ ਪੀਰੀਅਡ ਦੇ ਦੌਰਾਨ ਉੱਥੇ ਦਰਿਆ ਜਿਹੜੇ ਹੈਗੇ ਨੇ ਉਹ 50 ਫੁੱਟ ਰੇਤਾ ਭਰ ਕੇ 50 ਫੁੱਟ ਉੱਚੇ ਹੋ ਗਏ। ਜਦੋਂ ਰੇਤ ਭਰ ਕੇ 50 ਫੁੱਟ ਉੱਚੇ ਹੋ ਗਏ ਤਾਂ ਆਸੇ-ਪਾਸੇ ਦਰਿਆਵਾਂ ਦੇ ਵਿੱਚ ਜਦੋਂ ਪਰਲੋ ਆਈ, ਜਦੋਂ ਇਸ ਤਰ੍ਹਾਂ ਦਾ ਜਿਸ ਤਰ੍ਹਾਂ 2000 ਆਪਣੇ ਕੋਲ 23 ਦੇ ਵਿੱਚ ਹੜ੍ਹ ਆਇਆ, ਇਸ ਤੋਂ ਪਹਿਲਾਂ 47 'ਚ ਇਸ ਤਰ੍ਹਾਂ ਦਾ ਹੜ੍ਹ ਆਇਆ ਸੀ, 55 'ਚ ਇਸ ਤਰ੍ਹਾਂ ਦੇ ਹੜ੍ਹ ਆਇਆ ਸੀ, 88 'ਚ ਆਇਆ ਸੀ, 93 'ਚ ਆਇਆ ਸੀ। ਤਾਂ ਪੁਰਾਣੀ ਹਿਸਟਰੀ ਦੇ ਵਿੱਚ ਲਗਾਤਾਰ ਇਹ ਹੜ੍ਹ ਲਗਾਤਾਰ ਚੱਲਦੇ ਰਹਿੰਦੇ ਨੇ। ਤੇ ਇਹਨਾਂ ਹੜ੍ਹਾਂ ਨਾਲ ਜਦੋਂ ਬਹੁਤ ਜ਼ਿਆਦਾ ਮਿੱਟੀ ਆਉਂਦੀ ਹੈ ਤਾਂ ਅਲੂਵੀਅਲ ਸੋਇਲ ਉਹਨੂੰ ਬੋਲਦੇ ਆ। ਤੇ ਪੰਜਾਬ ਦਾ ਸਾਰੇ ਦੀ ਸਾਰੀ ਜਿਹੜੀ ਇੰਨੀ ਉਪਜਾਊ ਮਿੱਟੀ ਹੈ ਇਹ ਉਹਨਾਂ ਹੜ੍ਹਾਂ ਨਾਲ ਵਹਿ ਕੇ ਆਪਣਾ ਪਹਾੜਾਂ ਤੋਂ ਆਈ ਹੋਈ ਮਿੱਟੀ ਹੈ ਜਿਹੜੀ ਇੰਨੀ ਉਪਜਾਊ ਹੈ। ਸੋ ਉਹਨਾਂ ਨੇ ਫਿਰ ਇਹ ਦੇਖਿਆ ਕਿ ਲਗਾਤਾਰ ਸਿਲਟਿੰਗ ਜਿਹੜੀ ਹੁੰਦੀ ਰਹੀ, ਦਰਿਆਵਾਂ 'ਚ ਭਰਦਾ ਰਿਹਾ ਤੇ ਦਰਿਆ ਉੱਚਾ ਹੁੰਦਾ ਰਿਹਾ, ਤੇ ਉਹਦੇ ਨਾਲ ਪਾਣੀ ਫੈਲਿਆ ਤੇ ਉਹ ਸਾਰੀ ਜਿਹੜੀ ਸੱਭਿਅਤਾ ਸੀ ਉਹ ਸਾਰੀ ਖਤਮ ਹੋਈ ਹੈ। ਸੋ ਹੁਣ ਜਿਹੜੀ ਆਪਾਂ ਹੁਣ ਦੀ ਗੱਲ ਕਰਦੇ ਹਾਂ 2023 ਦੇ ਹੜ੍ਹਾਂ ਦੀ ਗੱਲ ਆਪਾਂ ਜੇ ਕਰੀਏ ਤਾਂ ਇਹ ਹੜ੍ਹ ਨਹੀਂ ਹੈਗੇ, ਇਹ ਇੱਕ ਨੈਚੁਰਲ ਕਲੈਮਿਟੀ ਹੈ, ਇਹ ਇੱਕ ਕੁਦਰਤੀ ਆਫਤ ਹੈ। ਇਹ ਕੁਦਰਤੀ ਆਫਤ ਕਿਵੇਂ ਹੈ ਕਿ ਪੰਜਾਬ ਦੇ ਵਿੱਚ ਨੋਰਮਲੀ 550 mm ਬਰਸਾਤ ਹੁੰਦੀ ਹੈ ਸਾਰੇ ਸਾਲ ਦੇ ਵਿੱਚ, 550 ਮਿਲੀਮੀਟਰ। ਤੇ 9, 10 ਤੇ 11 ਤਰੀਕ ਨੂੰ ਜੁਲਾਈ ਨੂੰ ਇਹ ਕੋਈ 300 mm ਤੋਂ ਵੱਧ 3 ਦਿਨਾਂ 'ਚ ਬਰਸਾਤ ਹੋ ਗਈ। ਨਾਟ ਓਨਲੀ ਇੱਥੇ ਬਰਸਾਤ ਉੱਪਰ ਵੀ ਹੋ ਗਈ, ਹਾਂ ਉੱਤੇ ਪਹਾੜਾਂ 'ਚ ਵੀ ਹੋ ਗਈ, ਕਿਉਂਕਿ ਸਾਡੇ ਇੱਥੇ ਬਰਸਾਤ ਹੋਣ ਨਾਲ ਹੜ੍ਹ ਘੱਟ ਆਉਂਦੇ ਨੇ। ਜਦੋਂ ਪਹਾੜਾਂ 'ਚ ਸਾਡੇ ਹੁੰਦੀ ਹੈ ਬਰਸਾਤ ਤਾਂ ਉਹਦੇ ਨਾਲ ਕਿਉਂਕਿ ਦਰਿਆਵਾਂ 'ਚ ਪਾਣੀ ਆ ਜਾਂਦਾ। ਤੇ ਅਜੇ ਬਚਾਅ ਹੋ ਗਿਆ, ਮੈਂ ਇਹ ਸਮਝਦਾ ਬਚਾਅ ਇਸ ਕਰਕੇ ਹੋ ਗਿਆ ਕਿ ਸਾਡੇ 3 ਦੇ 3 ਡੈਮ ਨੇ ਜਿਹੜੇ ਪੌਂਗ ਡੈਮ, ਥੀਨ ਡੈਮ ਤੇ ਭਾਖੜਾ ਡੈਮ, ਇਹ ਡੈਮ ਅਜੇ ਖਾਲੀ ਸੀਗੇ। ਤੇ ਉੱਤੋਂ ਜਿੰਨਾ ਪਾਣੀ ਆਇਆ ਉਹ ਇਹਨਾਂ ਦਰਿਆਵਾਂ 'ਚ ਸਮੋ ਲਿਆ ਗਿਆ, ਇਹਨਾਂ ਡੈਮਾਂ 'ਚ ਸਮੋ ਲਿਆ ਗਿਆ। ਜਦੋਂ ਸਾਡੇ ਹੁਣ ਤੋਂ ਪਹਿਲਾਂ ਹੜ੍ਹ ਆਏ ਨੇ, ਜਿਹੜਾ 93 ਦਾ ਹੜ੍ਹ ਆਇਆ ਸੀ ਉਹ ਤੁਸੀਂ ਦੇਖੋਗੇ ਸਤੰਬਰ ਦੇ ਮਹੀਨੇ ਆਇਆ ਸੀ, 88 ਦਾ ਹੜ੍ਹ ਸਤੰਬਰ ਦੇ ਮਹੀਨੇ ਆਇਆ ਸੀ, 47 ਦਾ ਹੜ੍ਹ ਸਤੰਬਰ ਦੇ ਮਹੀਨੇ ਆਇਆ ਸੀ, 55 ਦਾ ਹੜ੍ਹ ਸਤੰਬਰ ਦੇ ਮਹੀਨੇ ਆਇਆ ਸੀ। ਸੋ ਜਦੋਂ ਸਤੰਬਰ ਦੇ ਮਹੀਨੇ ਹੜ੍ਹ ਆਉਂਦੇ ਨੇ ਉਹਨਾਂ ਦਿਨਾਂ ਦੇ ਵਿੱਚ ਸਾਡਾ ਸਾਰੇ ਦਾ ਸਾਰਾ ਡੈਮ ਭਰੇ ਹੁੰਦੇ ਨੇ। ਹੁਣ ਭਾਖੜਾ ਡੈਮ ਹੈ, ਇਹਦੀ ਕਪੈਸਿਟੀ 1685 ਫੁੱਟ ਤੇ ਹੈ, ਪਰ ਜਦੋਂ 93 ਦੇ ਵਿੱਚ ਹੜ੍ਹ ਆਏ, 88 ਦੇ ਵਿੱਚ ਹੜ੍ਹ ਆਏ ਤਾਂ ਉਦੋਂ ਫਿਰ ਇਹ ਫੈਸਲਾ ਕੀਤਾ ਕਿ ਇਹਨਾਂ ਦੀ ਕਪੈਸਿਟੀ ਨੂੰ 1680 ਤੇ ਰੱਖੋ, ਤਾਂ ਕਿ 5 ਫੁੱਟ ਜਿਹੜਾ ਹੈ ਜਿਹਦੇ 'ਚ ਬਹੁਤ ਪਾਣੀ ਸਮਾ ਜਾਂਦਾ ਉਹ ਕਿਸੇ ਐਮਰਜੈਂਸੀ ਵਾਸਤੇ ਰੱਖੋ। ਕਿਉਂਕਿ 15 ਸਤੰਬਰ ਨੂੰ ਇਹਨਾਂ ਸਾਰਿਆਂ 3 ਦੇ 3 ਡੈਮਾਂ ਨੂੰ ਭਰ ਲੈਣਾ ਹੁੰਦਾ। ਤੋਂ 15 ਸਤੰਬਰ ਤੋਂ ਬਾਅਦ ਜਦੋਂ ਬਰਸਾਤ ਆਉਂਦੀ ਹੈ ਤਾਂ ਫਿਰ ਸਾਂਭੀ ਨਹੀਂ ਜਾ ਸਕਦੀ। ਇਹ ਇਸ ਤਰੀਕੇ ਨਾਲ ਬਣਿਆ ਹੋਇਆ ਕਿ 15 ਅਗਸਤ ਨੂੰ ਅਸੀਂ ਕਿੰਨਾ ਭਰਨਾ, 1650 ਤੇ ਲੈ ਕੇ ਜਾਣਾ, 15 ਅਗਸਤ ਨੂੰ ਇਹ 1670 ਤੇ ਜਾਣਾ ਹੈ, 15 ਸਤੰਬਰ ਨੂੰ 1680 ਤੇ ਜਾਣਾ। ਇਸ ਤਰੀਕੇ ਨਾਲ ਇਹ ਬਣਿਆ ਹੋਇਆ ਜੋ ਸਾਇੰਸ ਹੈ ਇਹਦੀ। ਸੋ ਉਸ ਸਾਇੰਸ ਦੇ ਮੁਤਾਬਕ ਇਹ ਸਾਰਾ ਕੁਝ ਹੋਇਆ। ਪਰ ਜਦੋਂ ਹੁਣ ਇਹ 3 ਦਿਨ ਲਗਾਤਾਰ ਹੜ੍ਹ ਆਏ ਤਾਂ ਇਹਨਾਂ ਹੜ੍ਹਾਂ ਨੇ ਬਹੁਤ ਨੁਕਸਾਨ ਕੀਤਾ। ਐਤਕੀ ਨੁਕਸਾਨ ਇਸ ਕਰਕੇ ਕੀਤਾ ਕਿ ਸਾਡੇ ਦਰਿਆਵਾਂ ਦੇ ਵਿੱਚ ਸਿਲਟਿੰਗ ਬਹੁਤ ਜ਼ਿਆਦਾ ਹੋ ਗਈ। ਜੇ ਮੈਂ ਤੁਹਾਡੇ ਨਾਲ ਡਾਟਾ ਸ਼ੇਅਰ ਕਰਾਂ ਕਿ ਜਿਹੜਾ 1947 'ਚ ਹੜ੍ਹ ਆਏ ਸੀ, ਇਹ ਸਿਲਟਿੰਗ ਹੋਣ ਵਾਲੇ ਹੜ੍ਹਾਂ ਦੀ ਹੈ ਜਾਂ ਪੁਰਾਣੀ ਲਗਾਤਾਰ ਕਦੋਂ ਤੋਂ ਮੰਨ ਲਓ ਜੇ ਆਪਾਂ ਮੰਨ ਲਈਏ? ਦੇਖੋ ਲਗਾਤਾਰ ਤੁਸੀਂ ਇਹ ਦੇਖੋ, ਜੇ ਮੈਂ ਤੁਹਾਨੂੰ ਦੱਸਾਂ ਕਿ 1955 ਦੇ ਜਦੋਂ ਹੜ੍ਹ ਆਏ ਤਾਂ ਉਸ ਵਕਤ ਪੰਜਾਬ ਸਰਕਾਰ ਜਾਗੀ ਤੇ ਉਹਨਾਂ ਨੇ ਦਰਿਆਵਾਂ ਦੇ ਉੱਤੇ ਤੁਸੀਂ ਬੰਨ੍ਹ ਬਣਾਏ। ਆ ਸਤਲੁਜ ਦਰਿਆ ਦੇ ਉੱਤੇ ਰੋਪੜ ਤੋਂ ਥੱਲੇ ਤੁਸੀਂ ਬੰਦ ਜਿਹੜਾ ਹਰੀਕੇ ਤੱਕ ਬਣਿਆ ਹੋਇਆ ਜਾਂ ਅੱਗੇ ਫਿਰੋਜ਼ਪੁਰ ਤੱਕ ਬਣਿਆ ਹੋਇਆ, ਇਹ 1956 ਦੇ ਵਿੱਚ ਜਦੋਂ ਸਰਦਾਰ ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਚੀਫ ਮਿਨਿਸਟਰ ਹੁੰਦੇ ਸੀ ਤਾਂ ਉਹਨਾਂ ਨੇ ਸਾਰੇ ਬੰਦ ਬਣਾਏ। ਇਹ ਇਕੱਲੇ ਸਤਲੁਜ ਦੇ ਨਹੀਂ, ਬਿਆਸ ਦੇ ਵੀ, ਰਾਵੀ ਦੇ ਉੱਤੇ ਵੀ, ਘੱਗਰ ਦੇ ਉੱਤੇ ਵੀ ਜਿੰਨੇ ਬਣੇ ਨੇ, ਪਲੱਸ ਨਾਲ ਦੀ ਨਾਲ ਉਹਨਾਂ ਨੇ ਡਰੇਨਾਂ ਬਹੁਤ ਕੱਢੀਆਂ। ਅੰਮ੍ਰਿਤਸਰ ਤੋਂ ਲਾ ਕੇ ਤੁੰਗ ਢਾਬ ਦੀ ਡਰੇਨ ਹੈ, ਅੰਮ੍ਰਿਤਸਰ ਦੀ ਕਾਲਾ ਸੰਘਿਆਂ ਡਰੇਨ ਜਲੰਧਰ ਦੀ ਹੈ, ਦੇਵੀਦਾਸਪੁਰਾ ਡਰੇਨ ਬਹੁਤ ਵੱਡੀ ਹੈਗੀ ਹੈ ਜਿਹੜੀ ਕਿ ਅੱਗੇ ਪਾਕਿਸਤਾਨ ਤੱਕ ਚਲੀ ਜਾਂਦੀ ਹੈ। ਉੱਥੋਂ ਲਾ ਕੇ ਜੇ ਅੰਬਾਲੇ ਤੱਕ ਤੁਸੀਂ ਚਲੇ ਜਾਓ ਤਾਂ ਝਰਮਲ ਡਰੇਨ ਤੱਕ ਜਾਂ ਫਿਰ ਆਪਣਾ ਘੱਗਰ ਦਰਿਆ ਤੱਕ ਦੀਆਂ ਉਦੋਂ ਡਰੇਨਾਂ ਕੱਢੀਆਂ। ਉਦੋਂ ਬਹੁਤ ਵੱਡੀ ਇਨਵੈਸਟਮੈਂਟ ਹੋਈ, ਉਦੋਂ ਬਹੁਤ ਵੱਡਾ ਕੰਮ ਹੋਇਆ ਇਹਨਾਂ ਦਰਿਆਵਾਂ 'ਤੇ। ਤੇ ਉਸ ਤੋਂ ਬਾਅਦ ਜੇ ਆਪਾਂ ਇਹ ਕਹਿ ਲਈਏ ਉਹਨੂੰ ਇੱਕ ਐਕਸਿਸ ਲਾਈਨ ਮੰਨ ਲਈਏ ਜਾਂ ਉਹਨੂੰ ਇਹ ਮੰਨ ਲਈਏ ਵੀ ਉਹਨੂੰ ਜ਼ੀਰੋ ਪੀਰੀਅਡ ਮੰਨ ਲਈਏ, ਉਸ ਤੋਂ 56 ਤੋਂ ਲਾ ਕੇ ਦੇਖੋ ਕਿੰਨਾ ਸਮਾਂ ਹੋ ਗਿਆ, 70 ਸਾਲ ਤੋਂ ਵੱਧ ਹੋ ਗਏ ਨੇ। ਤੇ ਉਸ ਤੋਂ ਬਾਅਦ ਇਹਨਾਂ ਦੀ ਜੋ ਡੀਸਿਲਟਿੰਗ ਹੋਣੀ ਚਾਹੀਦੀ ਸੀ, ਜੋ ਕੈਨਲਾਈਜੇਸ਼ਨ ਹੋਣੀ ਚਾਹੀਦੀ ਸੀ, ਜੋ ਇਹਨਾਂ 'ਤੇ ਕੰਮ ਹੋਣਾ ਚਾਹੀਦਾ ਸੀ, ਉਹ ਅਨਫੋਰਚੂਨੇਟਲੀ ਨਹੀਂ ਹੋਇਆ। ਸੋ ਜਦੋਂ ਫਿਰ ਫਲੱਡ ਆਉਂਦੇ ਨੇ ਉਹਦੇ ਨਾਲ ਸਿਲਟ ਆਉਂਦੀ ਹੈ, ਉਹਦੇ ਨਾਲ ਮਿੱਟੀ ਆਉਂਦੀ ਹੈ, ਤੇ ਮਿੱਟੀ ਆਣ ਕੇ ਇੱਥੇ ਇਹਨਾਂ ਦੇ ਵਿੱਚ ਜਮ੍ਹਾਂ ਹੋ ਜਾਂਦੀ ਹੈ। ਜਿਹੜੀ ਮੈਂ ਤੁਹਾਨੂੰ ਹੜੱਪਾ ਦੀ ਗੱਲ ਕੀਤੀ ਹੈ, ਉਹ ਜੇ ਉੱਥੇ 5000 ਸਾਲ 'ਚ 50 ਫੁੱਟ ਉਹ ਉੱਥੇ ਰੇਤਾ ਪੈ ਗਿਆ, ਉਹ ਉਦੋਂ ਦੀ ਗੱਲ ਹੈ ਜਦੋਂ ਅਜੇ ਜੰਗਲ ਵੀ ਬਹੁਤ ਸੀਗੇ,
ਜਦੋਂ ਅਜੇ ਦਰਿਆਵਾਂ ਦੇ ਬਹਿਣਾਂ ਦੇ ਵਿੱਚ ਕੋਈ ਘਰ ਵੀ ਨਹੀਂ ਸੀ ਬਣੇ ਹੋਏ, ਜਦੋਂ ਦਰਿਆਵਾਂ ਨੂੰ ਨੈਚੁਰਲ ਤੌਰ ਤੇ ਵੀ ਰੁਕਿਆ ਜਾਂਦਾ ਸੀ, ਜਦੋਂ ਦਰਿਆ ਫੈਲ ਕੇ ਬਹੁਤ ਵੱਡੇ ਏਰੀਏ ਚਲੇ ਜਾਂਦੇ ਸੀ, ਬੰਦ ਨਹੀਂ ਸੀ ਲੱਗੇ ਹੋਏ, ਉਦੋਂ ਇੰਨੀ ਸਿਲਟਿੰਗ ਹੋ ਗਈ ਹੈ। ਤੇ ਹੁਣ ਤਾਂ ਜਦੋਂ ਦਰਿਆ ਤੁਸੀਂ ਕਰ ਲਿਆ, ਸੋ ਜੇ ਆਪਾਂ ਦੇਖੀਏ ਤਾਂ ਜਿਹੜਾ ਰੋਪੜ ਹੈਡਵਰਕਸ ਹੈ, ਰੋਪੜ ਦੀ ਆਪਾਂ ਗੱਲ ਕਰੀਏ, ਜ਼ਿਆਦਾ ਵੱਡਾ ਉੱਥੋਂ ਚੱਲਦਾ ਹੈਗਾ, ਤੇ ਇਹਦੇ ਥੱਲੇ ਦੀ 1955 ਦੇ ਵਿੱਚ, ਕਿਉਂਕਿ ਰੋਪੜ ਹੈਡਵਰਕ 1882 'ਚ ਬਣਿਆ, ਸੋ 55 ਦੇ ਵਿੱਚ ਇਹਦੇ ਥੱਲੋਂ ਦੀ ਕੋਈ 6 ਲੱਖ ਕਿਊਸਿਕ ਪਾਣੀ ਲੰਘਿਆ, ਤੇ ਉਸ ਤੋਂ ਬਾਅਦ 88 ਦੇ ਵਿੱਚ ਪੌਣੇ 5 ਲੱਖ ਕਿਊਸਿਕ ਪਾਣੀ ਇਹਦੇ ਥੱਲੇ ਦੀ ਲੰਘਿਆ। 10 ਜੁਲਾਈ 1993 ਨੂੰ, 93 ਦੇ ਵਿੱਚ ਕਿਉਂਕਿ ਜੁਲਾਈ 'ਚ ਆਏ ਸੀ, ਉਦੋਂ ਵੀ 4 ਲੱਖ ਕਿਊਸਿਕ ਪਾਣੀ ਲੰਘਿਆ, ਤੇ ਹੁਣ ਜੇ ਅਸੀਂ 50,000 ਕਿਊਸਿਕ ਪਾਣੀ ਛੱਡ ਦਈਏ ਤੇ ਐਂ ਹੁੰਦਾ ਵੀ ਫਲੱਡ ਆ ਜਾਣਗੇ। ਸੋ ਉਹ ਫਲੱਡਸ ਦਾ ਜਿਹੜਾ ਹੈਗਾ ਉਹ ਜਿਹੜੀ ਸਿਲਟਿੰਗ ਹੋਈ ਹੈ ਉਹਦੇ ਕਰਕੇ ਹੈ। ਦੂਜਾ ਦਰਿਆਵਾਂ ਦਾ ਇੱਕ ਬੇਸਿਕਲੀ ਇੱਕ ਸਾਇੰਸ ਹੈ, ਦਰਿਆਵਾਂ ਦੀ ਸਾਇੰਸ ਹੈ ਜਿਹੜੀ। ਸਿਲਟਿੰਗ ਬਾਰੇ ਮੈਂ ਥੋੜ੍ਹਾ ਜਿਹਾ ਦੱਸਦਾ ਜਿਹੜੇ ਆਮ ਦਰਸ਼ਕ ਹੋਣਗੇ। ਜਿਹੜਾ ਇੱਕ ਤਾਂ ਆਉਂਦਾ ਰੇਤਾ, ਜਿਹੜੇ ਮਾਈਨਿੰਗ ਵਾਲੇ ਵੇਚਦੇ ਨੇਗੇ, ਉਹ ਰੇਤਾ ਨਹੀਂਗਾ, ਉਹ ਤਾਂ ਕੱਢ ਲੈਂਦੇ ਨੇ। ਉਹ ਤੋਂ ਬਿਨਾਂ ਜਿਹੜੀ ਗਾਰ ਆਉਂਦੀ ਹੈ, ਪੱਥਰ ਆਉਂਦਾ ਹੈ, ਹੋਰ ਬਹੁਤ ਸਾਰਾ ਕੁਝ ਜੋ ਦਰਿਆ ਦੇ ਅੰਦਰ ਹੁੰਦਾ, ਉਹ ਇੰਨਾ ਭਰ ਜਾਂਦਾ ਦਰਿਆ 'ਚ ਕਿ ਪਾਣੀ ਘੱਟ, ਜਿਵੇਂ ਆਪਣਾ ਖਾਲ ਲਾ ਲਓ, ਪਾਣੀ ਵਾਲੇ ਖਾਲ 'ਚ ਮਿੱਟੀ ਜ਼ਿਆਦਾ ਹੋ ਜੇ ਤੇ ਪਾਣੀ ਘੱਟ ਲੰਘੂਗਾ ਉੱਥੋਂ ਦੀ, ਉਸ ਤਰ੍ਹਾਂ ਦਰਿਆ ਦੇ ਅੰਦਰ ਉਹ ਆ ਜਾਂਦਾ ਜੀ। ਇਹ ਦਰਿਆਵਾਂ ਦਾ ਇੱਕ ਹੋਰ ਅਸੂਲ ਹੈ, ਜਦ ਦੇ ਦਰਿਆਵਾਂ ਦੇ ਉੱਤੇ ਬੰਦ ਲੱਗੇ ਨੇ, ਹੁਣ ਪੰਜਾਬ ਦੇ ਵਿੱਚ ਹੀ ਲਾ ਲਓ ਕਿ ਸਭ ਤੋਂ ਪਹਿਲਾਂ ਆਪਣਾ ਭਾਖੜਾ ਦਾ ਲੱਗ ਗਿਆ, ਕਿਉਂਕਿ ਸਤਲੁਜ ਦਰਿਆ ਨੂੰ ਆਪਾਂ ਇੱਕ ਰੈਫਰੈਂਸ ਪੁਆਇੰਟ ਬਣਾ ਕੇ ਗੱਲ ਕਰ ਰਹੇ ਹਾਂ। ਮੈਂ ਡੀਸਿਲਟਿੰਗ ਬਾਰੇ ਥੋੜ੍ਹਾ ਜਿਹਾ ਆਪਾਂ ਹੋਰ ਕਰ ਲਈਏ। ਡੀਸਿਲਟਿੰਗ ਨਾ ਕਰਵਾਉਣ ਪਿੱਛੇ ਕਾਰਨ ਕੀ ਨੇ? ਇੰਨੀਆਂ ਸਰਕਾਰਾਂ ਸੈਂਟਰ ਦੀਆਂ, ਪੰਜਾਬ ਦੀਆਂ ਆਈਆਂ ਗਈਆਂ, ਕੀ ਤੁਸੀਂ ਕੀ ਮੰਨਦੇ ਹੋਗੇ? ਦੇਖੋ ਕਿਉਂ ਨਹੀਂ ਦਰਿਆ, ਮਤਲਬ ਐਡਾ ਸਾਡੀਆਂ ਇੰਨੀਆਂ ਸਰਕਾਰਾਂ ਮਤਲਬ ਚ ਦਮ ਨਹੀਂ ਰਿਹਾਗਾ ਕਿ ਉਹ ਇੱਕ ਦਰਿਆ ਦੀ ਮਿੱਟੀ ਕਢਾ ਦੇਣ? ਆਹ ਹਾਲਾਤ ਹੋ ਗਏ ਸਾਡੇ। ਮੈਂ ਇਹ ਮੰਨਦਾ ਕਿ ਇਹ ਮੁੱਦਾ, ਡੀਸਿਲਟਿੰਗ ਦਾ ਮੁੱਦਾ, ਕਦੇ ਇਲੈਕਸ਼ਨ ਦਾ ਮੁੱਦਾ ਨਹੀਂ ਸੀ, ਕਦੇ ਲੋਕਾਂ ਦੀ ਡਿਮਾਂਡ ਦਾ ਮੁੱਦਾ ਨਹੀਂ ਸੀ। ਇਹ ਤਾਂ ਇਸ ਤਰ੍ਹਾਂ ਵੀ ਜਦੋਂ ਕਦੇ ਹੁਣ ਹੜ੍ਹ ਆਉਂਦੇ ਨੇ, ਦੇ ਹੜ੍ਹ ਆਏ ਸੀ 30 ਸਾਲਾਂ ਬਾਅਦ, ਹੁਣ ਆ ਗਏ, ਸੋ 30 ਸਾਲ ਅਸੀਂ ਭੁੱਲੇ ਰਹੇ, ਹੁਣ ਆ ਗਏ, ਤੇ ਜੇ ਹੋਰ 6 ਮਹੀਨੇ ਕੋਈ ਗੱਲਬਾਤ ਨਾ ਹੋਈ ਅਸੀਂ ਫੇਰ ਭੁੱਲ ਜਾਵਾਂਗੇ। ਅੱਛਾ, ਦੂਜਾ ਇਹਦਾ ਇਹ ਹੈ ਕਿ ਇਹਦੇ ਤੇ ਜਿੰਨਾ ਪੈਸਾ ਖਰਚ ਹੋਣਾ, ਕਿੰਨਾ ਪੈਸਾ ਖਰਚ ਹੋ ਜੇ ਤੁਹਾਨੂੰ? ਦੇਖੋ, ਜਦੋਂ ਇੱਕ ਦਰਿਆ ਸਤਲੁਜ ਦੀ ਕੈਨਾਲਾਈਜੇਸ਼ਨ, ਡੀਸਿਲਟਿੰਗ ਵੀ ਕਰਨੀ ਹੈ, ਇਹਦੇ ਜਿਹੜੇ ਤੁਸੀਂ ਬੰਦ ਨੇ ਉਹ ਵੀ ਉੱਚੇ ਕਰਨੇ ਆ, ਇਹਦਾ ਸਾਰਾ ਸਿਸਟਮ ਨੂੰ ਜੇ ਜੂਬੀਨੇਟ ਕਰਨਾ ਹੈਗਾ, ਉਹਨੂੰ ਨਵੇਂ ਸਿਰੇ ਤੋਂ ਡਿਵੈਲਪ ਕਰਨਾ ਹੈ, ਤਾਂ ਕੋਈ 4000 ਕਰੋੜ ਰੁਪਇਆ ਦੀ ਇਹਦੀ ਇੱਕ ਵਾਰੀ ਇਹ ਪ੍ਰਪੋਜ਼ਲ ਬਣੀ ਸੀ। ਸੋ ਐਡਾ ਪੈਸਾ ਸਾਡੇ ਕੋਲ ਨਹੀਂ। ਕਿਹਨੇ ਬਣਾਈ ਸੀ ਪ੍ਰਪੋਜ਼ਲ? ਇਹ ਡਿਪਾਰਟਮੈਂਟ ਨੇ, ਅੱਜ ਤੋਂ ਪੰਜਾਬ ਨੇ ਪੰਜਾਬ ਦੇ। ਕਿਹੜੇ ਚੀਫ ਮਿਨਿਸਟਰ ਨੇ ਬਣਵਾਈ ਸੀ ਇਹ? ਮੇਰਾ ਖਿਆਲ ਹੈ ਵੀ ਜਦੋਂ 93 ਦੇ ਹੜ੍ਹ ਆਏ ਨੇ ਉਦੋਂ ਬਾਅਦ ਬਣੀ ਸੀ, ਬੇਅੰਤ ਸਿੰਘ ਹੋਰਾਂ ਨੇ, ਸਰਦਾਰ ਬੇਅੰਤ ਸਿੰਘ ਉਹਨਾਂ ਵੇਲੇ ਉਦੋਂ ਬਣਾਈ ਸੀ ਕਿ ਵੀ ਇਹ ਹੜ੍ਹ ਆਏ ਆ ਕੀ ਹੈ, ਕਿਉਂਕਿ ਹੜ੍ਹਾਂ ਆਉਣ ਤੋਂ ਬਾਅਦ ਫਿਰ ਹੁੰਦੀ ਹੈ ਗੱਲ ਵੀ, ਦੇਖੀਏ ਜੀ ਇੱਕ ਵਾਰੀ ਕੀ ਹੈ। ਉਸ ਤੋਂ ਬਾਅਦ ਫਿਰ ਅਸੀਂ ਭੁੱਲ ਭੁਲਾ ਗਏ, ਗੱਲਬਾਤ ਲੰਘ ਗਈ, ਕਿਉਂਕਿ ਸਾਡੇ ਪੰਜਾਬ ਦੇ ਵਿੱਚ ਸਰਕਾਰਾਂ ਦੇ ਲੈਵਲ 'ਤੇ ਜਾਂ ਭਾਰਤ ਸਰਕਾਰ ਦੇ ਲੈਵਲ 'ਤੇ ਜਾਂ ਸੁਸਾਇਟੀ ਦੇ ਲੈਵਲ 'ਤੇ ਜਾਂ ਲੋਕਾਂ ਦੇ ਲੈਵਲ 'ਤੇ ਅਸੀਂ ਬਹੁਤ ਵੱਡੀ ਪਲੈਨਿੰਗ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ। ਹੁਣ ਜਿਹੜੇ ਹੜ੍ਹ ਆਏ ਨੇ, ਇਹਨਾਂ ਹੜ੍ਹਾਂ ਨੂੰ ਬਚਾਉਣ ਦਾ ਇੱਕੋ ਇੱਕ ਤਰੀਕਾ ਇਹ ਹੈ ਕਿ ਤੁਸੀਂ ਲੌਂਗ ਟਰਮ ਪਲਾਨ ਕਰੋ ਕਿ ਜੀ ਹੜ੍ਹ ਜਿੱਥੋਂ ਆਏ ਨੇ, ਹੁਣ ਤੁਸੀਂ ਇਕੱਲੇ ਹੜ੍ਹਾਂ ਦੇ ਵਿੱਚ ਤਿੰਨਾਂ ਦਰਿਆਵਾਂ ਦੀ ਗੱਲ ਕਰਦੇ, ਮੈਂ ਦਰਿਆ ਦੀ ਗੱਲ ਕਰਦਾ ਸਤਲੁਜ ਦੀ, ਕਿ ਪਹਿਲਾਂ ਭਾਖੜਾ ਦਾ ਡੈਮ ਲੱਗ ਗਿਆ, ਉਸ ਤੋਂ ਬਾਅਦ ਨੰਗਲ ਆਣ ਕੇ ਲੱਗ ਗਿਆ, ਉਸ ਤੋਂ ਬਾਅਦ ਰੋਪੜ ਲੱਗ ਗਿਆ, ਉਸ ਤੋਂ ਬਾਅਦ ਜਾ ਕੇ ਹਰੀਕੇ ਲੱਗ ਗਿਆ, ਉਸ ਤੋਂ ਬਾਅਦ ਅੱਗੇ ਜਾ ਕੇ ਫਿਰੋਜ਼ਪੁਰ ਦਾ ਹੁਸੈਨੀ ਵਾਲਾ ਹੈ, ਉਸ ਤੋਂ ਬਾਅਦ ਸੁਲੇਮਾਨ ਕੀ ਪਾਕਿਸਤਾਨ ਦੇ ਵਿੱਚ ਨੇ, ਤੇ ਉਸ ਤੋਂ ਬਾਅਦ ਪਾਕਿਸਤਾਨ ਦੇ ਅਗਲੇ ਹੋ ਗਏ। ਸੋ ਇਹ ਜਦੋਂ ਬੰਦ ਲੱਗਣੇ ਸ਼ੁਰੂ ਹੋਏ, ਜਦੋਂ ਇਹ ਡੈਮ ਲੱਗਣੇ ਸ਼ੁਰੂ ਹੋਏ, ਜਾਂ ਇਹਨਾਂ ਨੂੰ ਬਰਾਜ ਅਸੀਂ ਕਹਿੰਦੇ ਉਹ ਲੱਗਣੇ ਸ਼ੁਰੂ ਹੋਏ, ਤਾਂ ਇੱਕ ਸਾਇੰਸ ਇਹਦੇ 'ਚ ਆਉਂਦੀ ਹੈ, ਉਹਨੂੰ ਕਹਿੰਦੇ ਨੇ ਰਿਟਰੋਗ੍ਰੇਸ਼ਨ ਐਂਡ ਅਕ੍ਰੈਸ਼ਨ। ਇਹ ਕੀ ਹੈ? ਜਿੱਥੇ ਤੁਸੀਂ ਡੈਮ ਲੱਗਿਆ ਹੋਇਆ ਜਾਂ ਬਰਾਜ ਬਣਿਆ ਹੋਇਆ, ਤਾਂ 40 ਕਿਲੋਮੀਟਰ ਤੱਕ ਦਰਿਆ ਜਿਹੜਾ ਹੈ ਨਾ, ਉਹ ਜਦੋਂ ਪਾਣੀ ਆਉਂਦਾ ਉਹ ਮਿੱਟੀ ਖੋਰ ਲੈਂਦਾ, ਫਿਰ ਕੁਝ ਕਿਲੋਮੀਟਰ ਇਹ ਸਿੱਧਾ ਵਗਦਾ, ਫਿਰ ਅੱਗੇ ਜਾ ਕੇ ਜਦੋਂ ਅਗਲਾ ਬੰਦ ਜਿਹੜਾ ਆਉਂਦਾ ਹੈਗਾ, ਸਾਡਾ ਅਗਲਾ ਬਰਾਜ ਜਿਹੜਾ ਆਉਂਦਾ ਹੈਗਾ, ਉਸ ਤੋਂ ਪਹਿਲਾਂ ਮਿੱਟੀ ਛੱਡਣੀ ਸ਼ੁਰੂ ਕਰ ਦਿੰਦਾ ਹੈ, ਉੱਥੇ ਜਾ ਕੇ ਸਿਲਟ ਜੰਮ ਜਾਂਦੀ ਹੈ। ਸੋ ਜੇ ਤੁਸੀਂ ਦੇਖੋਗੇ ਕਿ ਸਤਲੁਜ ਦਰਿਆ ਦੇ ਵਿੱਚ ਜੇ ਰੋਪੜ ਤੋਂ ਅਸੀਂ ਸ਼ੁਰੂ ਕਰੀਏ, ਨੰਗਲ ਤੋਂ ਸ਼ੁਰੂ ਕਰੀਏ, ਤਾਂ ਸਭ ਤੋਂ ਪਹਿਲਾਂ ਕੁਝ ਪਿੰਡ ਆਉਂਦੇ ਨੇ, ਲੋਧੀ ਮਾਜਰਾ, ਗੁੱਜਪੁਰ, ਇਸ ਤਰ੍ਹਾਂ ਦੇ ਪਿੰਡ ਨੇ ਅਨੰਦਪੁਰ ਸਾਹਿਬ ਦੇ ਲਾਗੇ। ਉੱਥੇ ਹਮੇਸ਼ਾ ਹੜ੍ਹ ਆਉਣੇ ਕਿਉਂਕਿ ਉੱਥੇ ਆਣ ਕੇ ਦਰਿਆ ਆਪਣੀ ਮਿੱਟੀ ਛੱਡ ਦਿੰਦਾ, ਤੇ ਉਹ ਕੰਢੇ ਜਿਹੜੇ ਹੈਗੇ ਨੇ ਉਹ ਨੀਵੇਂ ਰਹਿ ਜਾਂਦੇ ਨੇ ਦਰਿਆ ਉੱਤੇ। ਇਸੇ ਤਰ੍ਹਾਂ ਜਦੋਂ ਰੋਪੜ ਤੋਂ ਦਰਿਆ ਚੱਲਦਾ ਹੈਗਾ, ਤੇ ਇਹ ਫਲੋਰ ਤੱਕ ਮਿੱਟੀ ਚੱਕਦਾ, ਫਲੋਰ ਤੋਂ ਜਾ ਕੇ ਇਹ ਨੂਰ ਮਹਿਲ ਤੱਕ ਨੋਰਮਲ ਜਾਂਦਾ, ਨੂਰ ਮਹਿਲ ਤੋਂ ਅੱਗੇ ਜਾ ਕੇ ਗਿੱਦੜ ਪਿੰਡੀ ਦੇ ਕੋਲੇ ਮਿੱਟੀ ਛੱਡਦਾ ਜਾਂਦਾ, ਤੇ ਉਹ ਜਿੱਥੇ ਹਮੇਸ਼ਾ ਹੜ੍ਹ ਜਿਹੜਾ ਆਉਂਦਾ ਹੈਗਾ ਉਹ ਸ਼ਾਹਕੋਟ ਵਾਲੇ ਏਰੀਏ 'ਚ, ਗਿੱਦੜ ਪਿੰਡੀ ਵਾਲੇ ਏਰੀਏ 'ਚ ਆਉਂਦਾ ਹੈਗਾ।
ਇਸ ਤੋਂ ਬਾਅਦ ਜਦੋਂ ਹਰੀਕੇ ਤੋਂ ਦਰਿਆ ਚੱਲਦਾ ਤਾਂ ਹਰੀਕੇ ਤੋਂ 25-30 ਕਿਲੋਮੀਟਰ ਤੱਕ ਇੱਕ ਮਿੱਟੀ 47 ਤੋਂ ਆਏ ਆ 47 ਤੋਂ ਆਏ ਆ ਜਦੋਂ ਤੋਂ ਆ ਲੱਗੇ ਨੇ, ਕਿਉਂਕਿ 55 ਦੇ ਵਿੱਚ ਲੱਗਿਆ, ਆਪਣਾ 54 ਚ ਲੱਗਿਆ ਹਰੀਕੇ ਵਾਲਾ ਜਿਹੜਾ ਬਰਾਜ ਲੱਗਿਆ, ਉਹ ਲੱਗਿਆ। ਤੇ ਇਸੇ ਤਰੀਕੇ ਨਾਲ ਉੱਥੇ ਫਿਰੋਜ਼ਪੁਰ ਦੇ ਵਿੱਚ ਜਾ ਕੇ ਤੁਸੀਂ ਦੇਖੋਗੇ, ਇਹ ਮੱਲਾਂ ਵਾਲਾ ਪਿੰਡ ਹੈਗਾ ਫਿਰੋਜ਼ਪੁਰ ਦੇ ਨਾਲ, ਉੱਥੇ ਇਹ ਦਰਿਆ ਹੜ੍ਹ ਜ਼ਿਆਦਾ ਆਉਂਦੇ ਆ। ਜਦੋਂ ਅਸੀਂ ਫਿਰੋਜ਼ਪੁਰ ਹੈਡਵਰਕਸ ਪਾਰ ਕਰਦੇ ਹਾਂ, ਉਸ ਤੋਂ ਬਾਅਦ ਅੱਗੇ ਜਾ ਕੇ ਪਾਕਿਸਤਾਨ ਦਾ ਸੁਲੇਮਾਨ ਕੀ ਆਉਂਦਾ ਹੈਗਾ। ਉਸ ਤੋਂ ਪਹਿਲਾਂ ਸਾਡਾ ਮੋਹਰ ਜਗੀਰ ਇੱਕ ਪਿੰਡ ਹੈ, ਉਹਦੇ ਨੇੜੇ ਦਰਿਆ ਫਿਰ ਮਿੱਟੀ ਛੱਡਦਾ ਹੈਗਾ। ਸੋ ਉੱਥੇ ਜਾ ਕੇ ਜਦੋਂ ਮਿੱਟੀ ਛੱਡਦਾ ਤਾਂ ਫਿਰ ਉੱਥੇ ਹੜ੍ਹ ਆਉਂਦਾ। ਸੋ ਇਹ ਸਾਨੂੰ ਇਸ ਏਰੀਏ ਦਾ ਸਾਰੇ ਦਾ ਪਤਾ ਹੈ, ਤੇ ਇਹਦਾ ਇਹ ਨਹੀਂਗਾ ਵੀ ਉਸ ਏਰੀਏ 'ਚੋਂ ਇਕੱਲੇ 'ਚੋਂ ਮਿੱਟੀ ਕੱਢ ਦਿਓ। ਇਹਦਾ ਇਲਾਜ ਇਹ ਹੈ ਕਿ ਸਾਨੂੰ ਦਰਿਆ ਸਤਲੁਜ ਜਿਹੜਾ ਹੈਗਾ, ਇਹਨੂੰ 4 ਲੱਖ ਕਿਊਸਿਕ ਦੀ ਕਪੈਸਿਟੀ ਦੀ ਕੈਨਲਾਈਜੇਸ਼ਨ ਦਾ ਹਮੇਸ਼ਾ ਦੇ ਹਮੇਸ਼ਾ ਰੱਖਣਾ ਪਏਗਾ। ਹਾਂ, ਜੇ 4 ਲੱਖ ਤੋਂ ਵੱਧ ਕਦੇ ਪਾਣੀ ਆ ਗਿਆ, ਉਹ ਕਦੇ ਸਦੀਆਂ 'ਚ ਇੱਕ ਦੀ ਵਾਰੀ ਹੁੰਦਾ, ਉਦੋਂ ਫਿਰ ਲਾਸ ਝੱਲਣਾ ਪੈ ਸਕਦਾ। ਪਰ 4 ਲੱਖ ਦੀ ਕਪੈਸਿਟੀ ਦਾ ਜੇ ਅਸੀਂ ਪਰਮਾਨੈਂਟ ਬਣਾ ਕੇ ਰੱਖਾਂਗੇ, ਹਾਂ ਇਹ ਵੀ ਹੋ ਸਕਦਾ ਕਿ 1 ਸਾਲ 4 ਲੱਖ ਆ ਗਿਆ, 20 ਸਾਲ 4 ਲੱਖ ਆਵੇ। 2.5 ਲੱਖ ਆਇਆਗਾ ਰੋਪੜ ਤਾਂ 2.5 ਲੱਖ ਸੀ ਐਤਕੀ। ਨਹੀਂ, ਰੋਪੜ ਤੋਂ ਤਾਂ ਅਜੇ ਪਾਣੀ ਰਿਲੀਜ਼ ਹੀ ਨਹੀਂ ਹੋਇਆ ਨਾ। ਅਜੇ ਜਿਹੜਾ ਪਾਣੀ ਰਿਲੀਜ਼ ਹੋਇਆ ਉਹ ਹਰੀਕੇ ਤੋਂ ਮੈਂ ਪੁੱਛਿਆ ਸੀ ਉਹਨਾਂ ਤੋਂ, ਰੋਪੜ ਵਾਲਿਆਂ ਤੋਂ, ਜਦੋਂ ਅਸੀਂ ਉੱਥੇ ਕਵਰੇਜ ਕਰ ਰਹੇ ਸੀ, ਕਿੰਨੇ ਉਹ ਕਹਿੰਦੇ ਕਿ ਟੋਟਲ ਪੌਣੇ 2 ਸਵਾ 2 ਦੇ 2.5 ਦੇ ਨੇੜੇ ਤੇੜੇ ਜਾਊਗਾ, ਪਰ ਉੱਥੇ ਤਾਂ 40-50 ਹਜ਼ਾਰ ਦੇ ਵਿੱਚ ਹੀ ਆ ਜਾਂਦਾ। ਹਾਲਾਂਕਿ ਇਹ ਉਦੋਂ ਹੈ ਜਿਹੜਾ ਇਹ ਪਾਣੀ ਨਿਕਲਿਆ ਰੋਪੜ ਤੋਂ, ਉਦੋਂ ਨਿਕਲਿਆ ਜਦੋਂ ਅਸੀਂ ਭਾਖੜਾ ਡੈਮ 'ਚੋਂ ਪਾਣੀ ਨਹੀਂ ਛੱਡਿਆ। ਜੇ ਭਾਖੜਾ ਡੈਮ 'ਚੋਂ 2 ਲੱਖ ਕਿਊਸਿਕ ਪਾਣੀ ਛੱਡਿਆ ਜਾਂਦਾ, ਜੇ ਭਰਿਆ ਹੁੰਦਾ, ਤਾਂ ਜਿੰਨਾ ਪਿੱਛੋਂ ਆਉਣਾ ਸੀ ਜਦੋਂ ਭਰ ਜਾਂਦਾ, ਤਾਂ ਜਿੰਨਾ ਪਿੱਛੋਂ ਆਵੇ, ਜੇ ਪਹਾੜਾਂ ਦੇ ਵਿੱਚ ਕੋਈ ਬੱਦਲ ਫਟ ਗਏ, ਕੁਛ ਹੋਰ ਤਰ੍ਹਾਂ ਦੀ ਚੀਜ਼ ਹੋ ਗਈ, ਤਾਂ ਉਹ ਜਿੰਨਾ ਪਾਣੀ ਆਉਂਦਾ ਨਾਲ ਦੀ ਨਾਲ ਅੱਗੇ ਛੱਡ ਦਿੰਦੇ ਨੇ। ਫਿਰ ਇਹ ਬਹੁਤ ਜ਼ਿਆਦਾ ਨੁਕਸਾਨ ਕਰਦਾ। ਦੂਜਾ ਇਹ ਹੈ ਕਿ ਜਦੋਂ ਇਹਨਾਂ ਦਰਿਆਵਾਂ ਸਾਡੇ 'ਚ ਪਾਣੀ ਭਰ ਜਾਂਦਾ, ਤਾਂ ਸਾਡਾ ਜਿਹੜਾ ਸਾਊਥ ਵੈਸਟ ਪੰਜਾਬ ਹੈ, ਜਿਹੜਾ ਫਾਜ਼ਿਲਕਾ, ਮੁਕਤਸਰ, ਫਰੀਦਕੋਟ ਜ਼ਿਲ੍ਹੇ ਨੇ ਸਾਡੇ, ਜਿਹੜੇ ਫਿਰੋਜ਼ਪੁਰ, ਉਹਨਾਂ ਦਾ ਜਿਹੜਾ ਪਾਣੀ ਹੈ ਉਹ ਫਿਰ ਦਰਿਆ ਸਤਲੁਜ ਦੇ ਵਿੱਚ ਜਾਂਦਾ, ਅਤੇ ਸਤਲੁਜ ਪਹਿਲਾਂ ਹੀ ਉਸ ਏਰੀਏ ਤੋਂ ਉੱਤੇ ਹੋਇਆ ਹੁੰਦਾ। ਐਜ਼ ਅ ਰਿਜ਼ਲਟ ਆਫ ਵਿੱਚ ਉਹ ਜਿੰਨਾ ਪਾਣੀ ਪਿੱਛੇ ਡਾਫ ਮਾਰਦਾ, ਤੇ ਉਹ ਸਾਰੇ ਦੇ ਸਾਰੇ ਸਾਡਾ ਕਾਟਨ ਦਾ ਏਰੀਆ ਜਿਹੜਾ ਉਹ ਬਰਬਾਦ ਹੋ ਜਾਂਦਾ, ਕਿਉਂਕਿ ਉੱਥੇ 4-4 5-5 ਦਿਨ ਉਨੀ ਦੇਰ ਤੱਕ ਪਾਣੀ ਖੜਾ ਰਹਿੰਦਾ ਜਦ ਤੱਕ ਹੇਠਾਂ ਉਹਨੂੰ ਸਾਫ਼ ਨਹੀਂ ਕਰਦੇ। ਸੋ ਕਈ ਵਾਰੀ ਇਹ ਵੀ ਗੱਲ ਆਈ ਹੈ ਕਿ ਜੀ ਪਾਕਿਸਤਾਨ ਨੇ ਸੁਲੇਮਾਨ ਕੀ ਦੇ ਵਿੱਚ ਬੜਾ ਸਾਡੇ 'ਤੇ ਆਸਾਨ ਕੀਤਾ ਜੀ, ਪਾਣੀ ਛੱਡਤਾ। ਵੀ ਨਹੀਂ, ਇਹ ਗੱਲ ਨਹੀਂ ਹੁੰਦੀ, ਇਹ ਛੱਡਣਾ ਹੀ ਹੁੰਦਾ, ਕਿਉਂਕਿ ਉਹਨਾਂ ਦੇ ਕੋਲ ਸਾਡੇ ਹਰੀਕੇ ਪਾਣੀ ਨੂੰ ਕੌਣ ਰੋਕ ਸਕਦਾ, ਪਾਣੀ ਨੂੰ ਰੋਕ ਨਹੀਂ ਸਕਦਾ ਕੋਈ। ਅੱਛਾ, ਨਾਰਮਲ ਕੋਰਸ ਦੇ ਵਿੱਚ ਸਾਡੇ ਦਰਿਆ 'ਚੋਂ, ਫਰਜ਼ ਕਰੋ ਸਤਲੁਜ 'ਚੋਂ, ਉਹਨਾਂ ਕੋਲ ਜਿਹੜਾ ਪਾਣੀ ਜਾ ਰਿਹਾ ਉਹ ਕਿੰਨਾ ਜਾ ਰਿਹਾ? ਨਾਰਮਲੀ ਮਾੜਾ ਮੋਟਾ 300 ਕਿਊਸਿਕ 400 ਕਿਊਸਿਕ ਕੋਈ ਮਾੜਾ ਮੋਟਾ ਲੀਕੇਜ ਜਾ ਰਿਹਾ ਹੋਣਾ। ਪਰ ਜੇ ਉਦੋਂ ਬਾਅਦ ਤੁਸੀਂ 3 ਲੱਖ ਕਿਊਸਿਕ ਛੱਡੋਗੇ, ਤਾਂ ਜੇ ਉਹ ਨਹੀਂ ਖੋਲ੍ਹਣਗੇ ਆਪਣਾ ਬਰਾਜ, ਤਾਂ ਉਹ ਟੁੱਟ ਜਾਣਗੇ। ਕੁਛ ਤਾਂ ਲੋਕ ਕਹਿੰਦੇ ਮਿਲਟਰੀ ਦੀ ਵੀ ਇੱਕ ਐਕਸਰਸਾਈਜ਼ ਹੁੰਦੀ ਹੈ, ਜਦੋਂ ਹੜ੍ਹ ਹੁੜ ਆਉਂਦੇ ਨੇ, ਮਿਲਟਰੀ ਇੰਟੈਲੀਜੈਂਸ ਜਾਂ ਮਿਲਟਰੀ ਹੈ ਜਿਹੜੀ, ਉਹ ਆਪਦੇ ਤਰੀਕੇ ਨਾਲ ਜੀਓ ਪੋਲੀਟੀਕਲੀ ਮੂਵ ਕਰਦੀ ਹੈਗੀ। ਉਹ ਦੇਖਦੀ ਹੈ ਕਿ ਇੱਥੇ ਪਾਣੀ ਛੱਡ ਕੇ ਦੇਖੋ, ਕੱਲ੍ਹ ਨੂੰ ਜੇ ਕਦੇ ਵਾਰ ਦਾ ਟਾਈਮ ਆ ਗਿਆ ਉਧਰਲੇ, ਫਿਰ ਉਸੇ ਤਰੀਕੇ ਨਾਲ ਕਹਿੰਦੇ ਉਹ ਰਿਸਪੌਂਡ ਕਰਦੇ ਨੇ ਵੀ ਜੇ ਕੱਲ੍ਹ ਨੂੰ ਕੋਈ ਇੰਡੀਆ ਪਾਣੀ ਛੱਡ ਦੇ ਤਾਂ ਅਸੀਂ ਕਿਵੇਂ ਰਿਸਪੌਂਡ ਕਰਾਂਗੇ। ਇਹ ਸਿਚੁਏਸ਼ਨ ਵੀ ਕਹਿੰਦੇ ਕੋਈ ਮੈਨੂੰ ਮਾਰ ਦੱਸ ਰਿਹਾ ਸੀ। ਚਲੋ ਇਸ ਤਰ੍ਹਾਂ ਦੀ ਕੋਈ ਗੱਲ ਹੋ ਸਕਦੀ ਹੈ, ਮਿਲਟਰੀ ਦੇ ਮਾਰ ਸੀ ਉਹ ਦੱਸ ਰਹੇ ਸੀ। ਪਰ ਇਸ਼ੂ ਇਹ ਹੈ ਕਿ ਜਦੋਂ 300 mm ਬਰਸਾਤ 2 ਦਿਨਾਂ 'ਚ 3 ਦਿਨਾਂ 'ਚ ਪੈ ਜੇ, ਚੰਡੀਗੜ੍ਹ ਦੇ ਵਿੱਚ 1 ਦਿਨ 'ਚ 300 mm ਪਈ ਹੈ। ਅੱਛਾ, ਸੋ ਇੰਨੀ ਜ਼ਿਆਦਾ ਜਦੋਂ ਬਰਸਾਤ ਪੈ ਜੇ, ਫਿਰ ਕੋਈ ਚੀਜ਼ ਇਸ ਤਰ੍ਹਾਂ ਨਹੀਂ ਹੁੰਦੀ। ਦੂਜਾ, ਪੰਜਾਬ ਦੇ ਵਿੱਚ ਇਹ ਹੋਇਆ ਕਿ ਸਾਡੇ ਜਿੰਨੇ ਵੀ ਸਾਡੀਆਂ ਡਰੇਨਾਂ ਸੀਗੀਆਂ, ਸੋ ਸਾਡੀਆਂ ਡਰੇਨਾਂ ਜਿਹੜੀਆਂ ਕੱਢੀਆਂ ਸੀ, ਮੈਂ ਡਰੇਨਾਂ 'ਤੇ ਆਉਣਾ, ਥੋੜ੍ਹਾ ਜਿਹਾ ਮੈਨੂੰ ਇਹ ਦੱਸ ਦਿਓ ਕਿ ਦੁਨੀਆ 'ਚ ਮਾਡਲ ਕੀ ਹੈ। ਹੁਣ ਦੁਨੀਆ 'ਚ ਵੀ ਤਾਂ ਦਰਿਆ ਨੇ, ਨਦੀਆਂ ਨੇ ਜੀ, ਉੱਥੇ ਘੱਟੋ ਘੱਟ ਉੱਥੇ ਵੀ ਹੜ੍ਹ ਆਉਂਦੇ ਨੇ, ਐ ਨਹੀਂਗਾ। ਕੈਨੇਡਾ 'ਚ ਵੀ ਆਏ ਪਿੱਛੇ ਜੇ, ਆਸਟ੍ਰੇਲੀਆ 'ਚ ਵੀ ਉਹ ਹੋਇਆ ਸੀਗਾ, ਪਰ ਇਹ ਹਾਲਾਤ ਨਹੀਂ ਹੈਗੇ ਜਿਹੜੇ ਆਪਣੇ ਵਾਲੇ ਨੇ। ਫਿਰ ਉੱਥੇ ਕਿਵੇਂ ਡੀਸਿਲਟਿੰਗ ਨੂੰ ਦੇਖੋ, ਉੱਥੇ 2 ਗੱਲਾਂ ਨੇ। ਉਹਨਾਂ ਕੋਲ ਜ਼ਿਆਦਾ ਪੈਸਾ ਸਿਰਫ ਇਸ ਕਰਕੇ, ਜਾਂ ਉਹ এনवायरमेंट ਪ੍ਰਤੀ ਇੰਨੇ ਨਹੀਂ, ਜਿਹੜੀ ਸਾਡੇ ਅਸੀਂ ਸੈਂਸਿਟਿਵ ਨਹੀਂ ਹੈਗੇ, ਉਹ ਬਹੁਤ ਸੈਂਸਿਟਿਵ ਨੇ। 2 ਹੀ ਗੱਲਾਂ ਨੇ ਕਿ ਉਹਨਾਂ ਮੁਲਕਾਂ ਦੇ ਵਿੱਚ ਜਿਹੜੇ ਵੈਸਟਰਨ ਵਰਲਡ ਨੇ ਨਾ, ਜਿੱਥੇ ਅਮੀਰ ਲੋਕ ਨੇ, ਉੱਥੇ এনवायरमेंट ਪ੍ਰਤੀ ਬਹੁਤ ਜ਼ਿਆਦਾ ਸੈਂਸਿਟਿਵ ਨੇ। ਠੀਕ ਹੈ ਨਾ ਜੀ। ਤੇ ਤੁਸੀਂ ਦੇਖੋ, ਕੈਨੇਡਾ ਦੇ ਵਿੱਚ ਧਰਤੀ ਦੇ ਵਿੱਚ ਕਿਹਾ ਜਾਂਦਾ ਵੀ ਸਭ ਤੋਂ ਜ਼ਿਆਦਾ ਝੀਲਾਂ, ਸਭ ਤੋਂ ਜ਼ਿਆਦਾ ਪਾਣੀ ਕੈਨੇਡਾ ਦੇ ਵਿੱਚ ਹੈ। ਕੈਨੇਡਾ 'ਚ ਹੈ ਸਭ ਤੋਂ ਜ਼ਿਆਦਾ ਪਾਣੀ। ਪਰ ਫਿਰ ਵੀ ਜੇ ਤੁਸੀਂ ਮੋਟਰ ਲਾਉਣੀ ਹੈ ਧਰਤੀ 'ਚੋਂ ਪਾਣੀ ਕੱਢਣ ਵਾਸਤੇ, ਸਰਕਾਰ ਦੀ ਪਰਮਿਸ਼ਨ ਲੈਣੀ ਪੈਂਦੀ ਹੈ। ਕਿੰਨਾ ਪਾਣੀ? ਉਹ ਕਹਿੰਦੇ ਜਿੰਨਾ ਪਾਣੀ ਤੁਸੀਂ ਧਰਤੀ ਦੇ ਵਿੱਚ ਜੀਰੋਗੇ, ਥੱਲੇ ਪਰਕੂਲੇਟ ਕਰੋਗੇ, ਉਸ ਤੋਂ ਵੱਧ ਨਹੀਂ ਕੱਢ ਸਕਦੇ। ਸੋ ਉਹ ਉਸ ਪਾਣੀ ਦੇ ਪ੍ਰਤੀ ਜਾਂ ਇਹਨਾਂ এনवायरमेंट ਗੱਲਾਂ ਪ੍ਰਤੀ ਬਹੁਤ ਜ਼ਿਆਦਾ ਸੰਜੀਦਾ ਨੇ। ਉਹਦਾ ਇਹ ਵੀ ਕਾਰਨ ਹੈ ਵੀ ਉਹਨਾਂ ਦੀਆਂ ਪਾਪੂਲੇਸ਼ਨ ਜਿਹੜੀ ਹੈ ਉਹ ਬੜੀ ਕੰਟਰੋਲਡ ਹੈ, ਪੈਸਾ ਹੈ ਉਹਨਾਂ ਕੰਟਰੀਜ਼ ਦੇ ਵਿੱਚ, ਪੜ੍ਹਾਈ ਲਿਖਾਈ ਉਸ ਲੈਵਲ ਦੀ ਹੈਗੀ ਹੈ, ਸੈਂਸਿਟਿਵ ਨੇ, ਸਰਕਾਰਾਂ ਵੀ ਸੈਂਸਿਟਿਵ ਨੇ ਇਹਨਾਂ ਇਸ਼ੂਜ਼ ਦੇ ਉੱਤੇ, ਲੋਕ ਵੀ ਵੋਟਾਂ ਜਿਹੜੀਆਂ ਨੇ ਇਹੋ ਜਿਹੇ ਇਸ਼ੂਜ਼ 'ਤੇ ਪਾਉਂਦੇ ਨੇ। ਸਾਡੇ ਤਾਂ ਵੋਟ ਜਿਹੜੀ ਹੈਗੀ ਹੈ, ਕਿਉਂਕਿ ਸਾਡੇ ਉਹੀ ਚੀਜ਼ ਇੰਪੋਰਟੈਂਟ ਹੁੰਦੀ ਹੈ ਜਿਹੜੀ ਵੋਟ ਸਾਨੂੰ ਦੇਣ ਵਾਲੀ ਹੈ। ਸਾਡੇ ਤਾਂ ਲਾਲਾ ਤੇ ਪੈਂਦੀ ਹੈ, ਇਮੋਸ਼ਨਲ ਇਸ਼ੂਜ਼ 'ਤੇ ਪੈਂਦੀ ਹੈ, ਕਿਸੇ ਵੀ ਇਸ਼ੂ 'ਤੇ ਪੈਂਦੀ ਹੈ। ਸਾਨੂੰ ਅੰਦਰ ਕਰ ਦਾਂਗੇ, ਸਾਨੂੰ ਬਾਹਰ ਲਿਆਵਾਂਗੇ। ਸਾਡੇ ਕੋਲ ਜਿਹੜੇ ਵੱਡੇ ਇਸ਼ੂ ਨੇ, ਆਪਣੀ ਪੋਲਿਟਿਕਸ ਦਾ ਸਰਕਸ ਬਣ ਜਾਂਦੀ ਹੈ ਸਾਡੇ ਕੋਲ ਪੰਜਾਬ ਦੇ ਵਿੱਚ ਜਿਹੜੇ ਸਾਡੇ ਵੱਡੇ ਇਸ਼ੂ ਨੇ, ਉਹ ਮੈਂ ਕਹਿੰਦਾ ਹੜ੍ਹਾਂ ਵਾਲੇ ਨਾਲੋਂ ਵੀ ਵੱਡਾ ਇਸ਼ੂ ਸਾਡਾ ਧਰਤੀ ਹੇਠਲੇ ਪਾਣੀ ਦਾ ਇਸ਼ੂ ਹੈ। ਹੜ੍ਹ ਤਾਂ ਕਦੇ 10-20 ਸਾਲਾਂ ਬਾਅਦ ਆਉਣੇ ਆ, ਉਹ ਤਾਂ ਸਾਡੇ ਸਾਹਮਣੇ ਬਹੁਤ ਵੱਡਾ ਵਿਕਰਾਲ ਰੂਪ ਧਾਰ ਕੇ ਖੜਾ, ਵੀ ਉਹਦਾ ਹੱਲ ਕਰਨ ਵਾਸਤੇ ਅਸੀਂ ਕੁਝ ਨਹੀਂ ਸੋਚਿਆ। ਅਸੀਂ ਲੌਂਗ ਟਰਮ ਪਲੈਨਿੰਗ ਨਹੀਂ ਕੀਤੀ। ਸਾਡੀਆਂ ਸੜਕਾਂ ਜਿਹੜੀਆਂ ਨੇ
ਰੋਡਸ ਐਕਸੀਡੈਂਟਸ ਦੇ ਉੱਤੇ ਰੋਜ਼ 13-14 ਬੰਦੇ ਰੋਜ਼ ਮਰ ਰਹੇ ਨੇ। ਸੋ ਜੇ 4000 5000 ਬੰਦਾ ਤੁਹਾਡਾ ਯੰਗ ਬੱਚੇ ਸੜਕਾਂ 'ਤੇ ਹੀ ਮਰ ਜਾਂਦੇ ਨੇ, ਉਹਦਾ ਕੀ ਹਾਲ ਹੈ? ਸਾਡੀ ਐਜੂਕੇਸ਼ਨ ਜਿਹੜੀ ਹੈ ਉਹਦੀ ਕੁਆਲਿਟੀ ਦੇ ਬਾਰੇ ਸੋਚ ਕੇ ਦੇਖੋ। ਸੋ ਇਹ ਜਿਹੜੇ ਉਹ ਕੰਟਰੀਜ਼ ਨੇ ਉਹਨਾਂ ਦੇ ਵਿੱਚ ਇੰਸਟੀਟਿਊਸ਼ਨਾਂ ਨੇ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਇਹਨਾਂ ਗੱਲਾਂ ਦੇ ਉੱਤੇ ਸਟੱਡੀ ਕਰਦੀਆਂ ਤੇ ਸਰਕਾਰ ਨੂੰ ਫੋਰਸ ਕਰਦੇ ਨੇ ਕੰਮ ਕਰਨ ਨੂੰ। ਸਾਡੇ ਇੰਸਟੀਟਿਊਸ਼ਨਾਂ ਨਹੀਂ ਹੈਗੀਆਂ, ਸਾਡੇ ਉਸ ਤਰ੍ਹਾਂ ਦਾ ਸਿਸਟਮ ਨਹੀਂ ਹੈਗੀ। ਸਾਡੇ ਤਾਂ ਪੰਜਾਬ ਦਾ ਜਿਹੜਾ ਪਲੈਨਿੰਗ ਬੋਰਡ ਹੈ, ਪੰਜਾਬ ਸਟੇਟ ਪਲੈਨਿੰਗ ਬੋਰਡ, ਜਿਹਦੇ 2-3 ਵਾਈਸ ਚੇਅਰਮੈਨ ਵੀ ਹੁੰਦੇ ਨੇ ਕੈਬਨਿਟ ਰੈਂਕ 'ਚ, ਉਹਦੀ ਪਿਛਲੇ 20 ਸਾਲ 'ਚ ਮੀਟਿੰਗ ਹੀ ਨਹੀਂ ਕੋਈ ਹੋਈ। ਸੋ ਅਸੀਂ ਬਹੁਤ ਲੰਬੀ ਪਲੈਨਿੰਗ ਕਰਨ ਵਾਲੇ ਲੋਕ ਨਹੀਂ ਹੈਗੇ। ਸੋ ਜੇ ਅਸੀਂ ਕਰੀਏ ਤੇ ਹੜ੍ਹਾਂ ਬਾਰੇ ਵੀ ਮੈਂ ਇਹ ਸਮਝਦਾ ਆਪਣਾ ਟਰੱਕਾਂ ਵਾਲਾ ਕੰਮ ਹੈਗਾ। ਹਾਂ, ਟਰੱਕ ਡਰਾਈਵਰ ਦਾ ਵੀ ਅੱਜ ਸ਼ਾਮ ਨੂੰ ਬਈ ਜਾ ਕੇ ਆਗਰੇ ਲਾ ਦੇਣਾ ਵੀ ਕੱਲ੍ਹ ਨੂੰ ਕਿੱਥੇ ਜਾਣਾ, ਉਹ ਕਹਿੰਦੇ ਕੱਲ੍ਹ ਦਾ ਸੋਚਾਂਗੇ। ਠੀਕ ਹੈ, ਇਹ ਸਾਡੀ ਟਰੱਕ ਡਰਾਈਵਰ ਥੋਟ ਹੈ ਇੱਕ। ਠੀਕ ਹੈ, ਇਹ ਪੰਜਾਬੀ ਦਾ ਪੁਰਾਣਾ ਤੋਂ ਚੱਲਿਆ ਵੀ ਖਾਧਾ ਪੀਤਾ ਲਾਹੇ ਦਾ ਬਾਕੀ ਅਮਿਤ ਸ਼ਾਹੇ ਦਾ, ਜਿਵੇਂ ਹੁੰਦਾ ਸੀ ਨਾ, ਉਸ ਤਰ੍ਹਾਂ ਅਸੀਂ ਬਹੁਤ ਜ਼ਿਆਦਾ ਮਤਲਬ ਸਾਡੀਆਂ ਸਰਕਾਰਾਂ ਵੀ ਉਵੇਂ ਨੇ, ਅਸੀਂ ਵੀ ਉਵੇਂ ਹੀ ਆ, ਸਾਰਾ ਸਮਾਜ ਹੀ ਉਵੇਂ ਆ। ਸਾਰਾ ਸਮਾਜ ਦੇ ਵਿੱਚ ਉਸ ਤਰ੍ਹਾਂ ਦੇ ਚੱਲਦਾ ਹੈ। ਅਸੀਂ ਲੌਂਗ ਟਰਮ ਪਲੈਨਿੰਗ ਕਰਕੇ ਚੱਲਣ ਵਾਲੇ ਲੋਕ ਨਹੀਂ। ਚੱਲਣਾ ਚਾਹੀਦਾ ਹੁਣ ਸਾਨੂੰ ਬਹੁਤ ਜ਼ਰੂਰੀ ਹੈ ਕਿ ਹੁਣ ਚੱਲਿਆ ਜਾਵੇ। ਕਿਉਂ ਚੱਲਿਆ ਜਾਵੇ? ਕਿਉਂਕਿ ਗਲੋਬਲ ਵਾਰਮਿੰਗ ਜਿਹੜੀ ਆ ਰਹੀ ਹੈ ਨਾ, ਇਹ ਬੜੀ ਡੇਂਜਰਸ ਚੀਜ਼ ਹੈ। ਹੁਣ ਐਤਕੀ ਸਾਨੂੰ ਐਲ ਨੀਨੋ ਇਫੈਕਟ ਤੋਂ ਬਾਅਦ IMD ਨੇ, ਜਿਹੜਾ ਇੰਡੀਅਨ ਮੈਟਰੋਲੋਜੀ ਡਿਪਾਰਟਮੈਂਟ ਹੈ, ਉਹਨਾਂ ਨੇ ਕਹਿਤਾ ਸੀ ਕਿ ਐਤਕੀ ਭਾਈ ਮੀਂਹ ਘੱਟ ਪੈਣਗੇ। ਇਹ ਰਿਪੋਰਟਾਂ ਵੀ ਆ ਗਈਆਂ ਸੀ ਮੀਂਹ ਘੱਟ ਪੈਣਗੇ, ਪਰ ਉਸ ਤੋਂ ਬਾਅਦ ਮੀਂਹ ਇੱਕਦਮ ਹੀ ਬਹੁਤ ਜ਼ਿਆਦਾ ਆ ਗਏ, ਕਿਉਂਕਿ ਉਹ ਕਹਿੰਦੇ ਨੇ ਵੈਸਟਰਨ ਡਿਸਟਰਬੈਂਸ ਆ ਗਈਆਂ, ਉਧਰੋਂ ਮੌਨਸੂਨ ਆ ਗਈ, ਆਪਸ ਦੇ ਵਿੱਚ ਆਣ ਕੇ ਪੰਜਾਬ ਦੇ ਉੱਤੇ ਜਾਂ ਪਹਾੜਾਂ 'ਚ ਆਣ ਕੇ ਟਕਰਾ ਗਏ ਤੇ ਬਹੁਤ ਜ਼ਿਆਦਾ ਮੀਂਹ ਪੈ ਗਿਆ। ਇਹ ਜਿਹੀਆਂ ਚੀਜ਼ਾਂ ਹੁਣ ਤੁਸੀਂ ਦੇਖੋ ਸਾਰੇ ਯੂਰਪ ਦੇ ਵਿੱਚ, US ਦੇ ਵਿੱਚ, ਉੱਥੇ ਕਿੱਡੇ ਵੱਡੇ ਹਰੀਕੇਨਸ ਆ ਰਹੇ ਨੇ, ਕਿੰਨਾ ਜ਼ਿਆਦਾ ਮੀਂਹ ਆ ਰਿਹਾ, ਸਰਕਾਰਾਂ ਵੀ ਨਹੀਂ ਕੰਟਰੋਲ ਕਰ ਸਕਦੀਆਂ। ਸੋ ਇਹ ਪਰ ਉਹਨਾਂ ਮੁਲਕਾਂ ਦੇ ਵਿੱਚ ਇਹ ਹੁੰਦਾ ਕਿ ਜੇ ਗਲੋਬਲ ਵਾਰਮਿੰਗ ਆ ਗਈ, ਜੇ ਇਨਵਾਇਰਮੈਂਟ ਦੇ ਵਿੱਚ ਐਡਾ ਵੱਡਾ ਜਿਹੜਾ ਹੈਗਾ ਉਹ ਡੀਗ੍ਰੇਡੇਸ਼ਨ ਹੋਣੀ ਸ਼ੁਰੂ ਹੋ ਗਈ ਹੈ, ਤਾਂ ਉਹਦੇ ਬਾਰੇ ਆਪਾਂ ਸੋਚਣਾ ਸ਼ੁਰੂ ਕਰੀਏ। ਸਾਡੇ ਤਾਂ ਹੁਣ ਜਿਹੜਾ ਜੰਗਲਾਤ ਥੱਲੇ ਰਕਬਾ ਜੇ ਇਫੈਕਟਿਵਲੀ ਦੇਖੀਏ 4% ਰਹਿ ਗਿਆ। ਅਸੀਂ ਲਗਭਗ 50% ਹੁੰਦੇ ਸੀ 47 ਦੇ ਵਿੱਚ। ਸੋ ਉਸ ਰਕਬੇ ਦੇ ਉੱਤੇ ਅਸੀਂ ਹਰੇਕ ਸਾਲ ਇਹ ਕਹਿੰਦੇ ਹਾਂ ਜੀ ਜੰਗਲਾਤ ਵਿਭਾਗ ਜਿਹੜਾ ਸਾਡਾ 1 ਕਰੋੜ ਦਰਖਤ ਲਾਏਗਾ। ਹੁਣ ਕੱਲ੍ਹ ਪਰਸੋਂ ਮੈਂ ਪੜ੍ਹ ਰਿਹਾ ਸੀ ਐਤਕੀ 1.5 ਕਰੋੜ ਲਵਾਂਗੇ। ਉਹ 1.5 ਕਰੋੜ ਦਰਖਤ ਲਾਉਣ ਦੀ ਗੱਲ ਨਹੀਂ ਹੈ, ਉਹ 'ਚ ਸਰਵਾਈਵ ਕਿੰਨੇ ਕਰਨੇ, ਚੱਲਣੇ ਕਿੰਨੇ ਨੇ। ਉਹਦੀ ਬਾਅਦ ਦੇ ਵਿੱਚ ਕੀ 6 ਮਹੀਨੇ ਬਾਅਦ ਕੋਈ ਰਿਪੋਰਟ ਆਈ ਹੈ। ਹੁਣ ਟੈਕਨੋਲੋਜੀ ਇਸ ਤਰ੍ਹਾਂ ਦੀ ਆ ਗਈ ਹੈ, ਡਿਜੀਟਾਈਜੇਸ਼ਨ ਹੋਣਾ ਸ਼ੁਰੂ ਹੋ ਗਿਆ। ਸੋ ਸਾਨੂੰ ਲੌਂਗ ਟਰਮ ਥੋੜ੍ਹੀ ਜਿਹੀ ਪਲੈਨਿੰਗ ਬਣਾ ਕੇ, ਜਿੰਨੀ ਦੇਰ ਤੱਕ ਅਸੀਂ ਕੰਮ ਨਹੀਂ ਕਰਦੇ, ਜਿੰਨੀ ਦੇਰ ਤੱਕ ਸਾਡੇ ਜਿੰਨੇ ਵੀ ਚੋਅ ਨੇ, ਹੁਣ ਜਿਹੜੇ ਡਰੇਨ ਦੀ ਤੁਸੀਂ ਗੱਲ ਕਰੀ, ਮੈਂ ਡਰੇਨਾਂ ਦੀ ਗੱਲ ਹੀ ਕਰਦਾ ਸੀ ਕਿ ਜਦੋਂ 47 ਤੇ 55 ਦੇ ਵਿੱਚ ਜਦੋਂ ਬਹੁਤ ਵੱਡੇ ਹੜ੍ਹ ਆਏ ਹੈ ਤਾਂ ਪੰਜਾਬ ਦੇ ਵਿੱਚ ਲਗਭਗ ਪੰਜਾਬ ਦੇ ਬਹੁਤ ਵੱਡੇ ਹਿੱਸੇ ਦੇ ਵਿੱਚ ਵਾਟਰ ਲੌਗਿੰਗ ਹੋ ਗਈ ਸੀ। ਠੀਕ ਹੈ ਨਾ, ਸੇਮ ਆ ਗਈ ਸੀ ਬਹੁਤ ਵੱਡੇ ਜਿਹੜਾ ਸਾਰਾ ਮੁਕਤਸਰ ਵਾਲਾ ਏਰੀਆ ਦੇ ਵਿੱਚ ਤਾਂ ਹੌਲੀ ਜਾਂਦੀ ਹੁਣ ਆਈ ਹੈ। ਉੱਥੇ ਤਾਂ 90s ਦੇ ਵਿੱਚ ਆਈ ਹੈ। ਇੱਥੇ ਸਾਡੇ ਬਾਕੀ ਏਰੀਆ ਦੇ ਵਿੱਚ ਜੇ ਬਜ਼ੁਰਗਾਂ ਤੋਂ ਤੁਸੀਂ ਪੁੱਛੋਗੇ ਤਾਂ ਇਹ 60s ਦੇ ਵਿੱਚ ਬਹੁਤ ਜ਼ਿਆਦਾ ਆ ਗਈ ਸੀ। ਖੂਹਾਂ 'ਚੋਂ ਪਾਣੀ ਤੁਸੀਂ ਹੱਥ ਨਾਲ ਕੱਢ ਸਕਦੇ ਸੀ, ਇੰਨੀ ਜ਼ਿਆਦਾ ਉਦੋਂ ਸੇਮ ਆ ਗਈ ਸੀ। ਫਿਰ ਉਹ ਸੇਮ ਨੂੰ ਖਤਮ ਕਰਨ ਵਾਸਤੇ ਪਲੱਸ ਫਲੱਡਸ ਨੂੰ ਠੀਕ ਕਰਨ ਵਾਸਤੇ ਉਦੋਂ ਇੱਕ ਪ੍ਰੋਗਰਾਮ ਚੱਲਿਆ ਸਾਰੇ ਪੰਜਾਬ ਦੇ ਵਿੱਚ ਡਰੇਨਾਂ ਕੱਢਣ ਦਾ। ਡਰੇਨਾਂ ਕੱਢਣ ਦਾ ਬਹੁਤ ਵੱਡਾ ਪ੍ਰੋਗਰਾਮ ਚੱਲਿਆ ਕਿ ਡਰੇਨਾਂ ਕੱਢੀਆਂ ਜਾਣ ਤਾਂ ਕਿ ਪਾਣੀ ਬਾਹਰ ਨਿਕਲੇ। ਤਾਂ ਉਹ ਫਿਰ ਸਾਰੀਆਂ ਡਰੇਨਾਂ ਡਿਪਾਰਟਮੈਂਟ ਉਹਦੀ ਹੋਂਦ 'ਚ ਆਇਆ ਹੈ। ਉਹ ਡਿਪਾਰਟਮੈਂਟ ਨਹੀਂ, ਡਿਪਾਰਟਮੈਂਟ ਪਹਿਲਾਂ ਵੀ ਸੀ, ਪਰ ਉਦੋਂ ਇਹ ਲੱਗਿਆ ਵੀ ਨਹੀਂ ਸਾਨੂੰ ਬਹੁਤ ਵੱਡੇ ਲੈਵਲ 'ਤੇ ਕੰਮ ਕਰਨਾ ਚਾਹੀਦਾ। ਅਤੇ ਉਹ ਸਾਰੀਆਂ ਡਰੇਨਾਂ ਕੱਢੀਆਂ ਗਈਆਂ। ਤੁਸੀਂ ਲਾਓ ਕਿ ਕਿੰਨੀਆਂ ਡਰੇਨਾਂ ਨੇ, ਪਰ ਹੋਇਆ ਇਹ ਹੈ ਕਿ ਡਰੇਨਾਂ ਤਾਂ ਉਦੋਂ ਨਿਕਲ ਗਈਆਂ। ਉਦੋਂ ਬਾਅਦ ਹੌਲੀ ਫਲੱਡ ਘਟ ਗਏ, ਇਹਨਾਂ ਦਾ ਇਫੈਕਟ ਘਟ ਗਿਆ। ਅੱਛਾ, ਡਰੇਨਾਂ ਕੱਢਣ ਦਾ ਅਤੇ ਦਰਿਆਵਾਂ ਦਾ ਇੱਕ ਬੜਾ ਵੱਡਾ ਨੁਕਸ ਹੈ ਸਿਸਟਮ ਦੇ ਵਿੱਚ। ਨੁਕਸ ਨਹੀਂ, ਉਹ ਸੀਗਾ ਤਾਂ ਸਹੀ ਕਿ ਇਹ ਜ਼ਮੀਨ ਜਿਹੜੀ ਹੁੰਦੀ ਹੈ, ਇਹ ਜ਼ਮੀਨ ਪ੍ਰਾਈਵੇਟ ਲੋਕਾਂ ਦੀ ਹੁੰਦੀ ਹੈ, ਜ਼ਮੀਨ ਸਰਕਾਰ ਦੀ ਨਹੀਂ ਹੁੰਦੀ। ਉਹਦਾ ਕਾਰਨ ਇਹ ਹੈ ਕਿ ਦਰਿਆ ਜਿਹੜੇ ਹੈਗੇ ਨੇ, ਉਹ ਦਰਿਆ ਬੁਰਦ ਅਤੇ ਦਰਿਆ ਬਰਾਮਦ, ਕੋਈ ਪਤਾ ਨਹੀਂ ਹੁੰਦਾ ਦਰਿਆ ਨੇ ਕਿੱਧਰਲੇ ਪਾਸੇ ਨੂੰ ਆਪਣਾ ਰੁਖ ਮੋੜ ਲੈਣਾ। ਸੋ ਇਸ ਕਰਕੇ ਪੁਰਾਣੇ ਸਮੇਂ ਤੋਂ ਆਉਂਦਾ ਰਿਹਾ ਕਿ ਜਿਹੜੀ ਜ਼ਮੀਨ ਹੈ ਜਿੱਥੇ ਬਚ ਗਈ ਹੈ, ਬਰਾਮਦ ਹੋ ਗਈ ਹੈ, ਉਸ ਦੇ ਵਿੱਚ ਫਿਰ ਲੋਕ ਖੇਤੀ ਕਰਨ ਲੱਗ ਜਾਂਦੇ ਸੀ। ਜਿੱਥੇ ਖਤਮ ਹੋ ਜਾਂਦੇ ਸੀ ਉੱਥੇ ਲੋਕ ਖੇਤੀ ਕਰਨੀ ਬੰਦ ਕਰ ਦਿੰਦੇ ਸੀ। ਸੋ ਇਹ ਪ੍ਰਾਈਵੇਟ ਜ਼ਮੀਨਾਂ ਨੇ। ਸੋ ਪ੍ਰਾਈਵੇਟ ਜ਼ਮੀਨਾਂ ਦੇ ਵਿੱਚ ਹੋਇਆ ਹੈ ਕਿ ਲੋਕਾਂ ਨੇ ਹੌਲੀ ਆਪਣੀ ਖੇਤੀਬਾੜੀ ਤਾਂ ਚਲੋ ਸ਼ੁਰੂ ਕਰ ਹੀ ਲਈ, ਕਿਉਂਕਿ 47 ਦੇ ਵਿੱਚ ਜਦੋਂ ਇੰਡੀਆ ਅਤੇ ਪਾਕਿਸਤਾਨ ਬਣਿਆ ਤਾਂ ਜਿਹੜੇ ਪੰਜਾਬੀ ਉੱਥੋਂ ਪਾਕਿਸਤਾਨ ਤੋਂ ਇੱਥੇ ਆਏ, ਮੁਸਲਮਾਨ ਇੱਥੋਂ ਘੱਟ ਗਏ, ਇੱਥੋਂ ਜਾਣ ਵਾਲੇ ਘੱਟ ਸੀ, ਆਉਣ ਵਾਲੇ ਜ਼ਿਆਦਾ ਸੀ। ਜਿਹੜੇ ਆਉਣ ਵਾਲੇ ਸੀ ਉਹਨਾਂ ਦੀ ਜ਼ਮੀਨਾਂ ਉੱਥੇ ਜ਼ਿਆਦਾ ਰਹਿ ਗਈਆਂ ਸੀ, 60% ਕੱਟ ਵੀ ਲਾਇਆ ਉਹਨਾਂ ਨੂੰ। ਫਿਰ ਸਾਰੀ ਦੀ ਸਾਰੀ ਜ਼ਮੀਨ ਜਿਹੜੀ ਸੀਗੀ ਪੰਜਾਬ ਦੀ ਉਹ ਅਲਾਟ ਕਰ ਦਿੱਤੀ ਗਈ। ਉਦੋਂ ਪਹਿਲਾਂ ਪਿੰਡਾਂ ਦੇ ਵਿੱਚ ਬਹੁਤ ਜ਼ਮੀਨਾਂ ਜਿਹੜੀਆਂ ਸੀ ਉਹ ਖਾਲੀ ਪਈਆਂ ਹੁੰਦੀਆਂ ਸੀ, ਗਊ ਚਰਾਂਦਾ ਸੀ, ਜੰਗਲ ਸੀ ਜਾਂ ਬੇਲੇ ਸੀ, ਉਸ ਤਰ੍ਹਾਂ ਖਾਲੀ ਪਈਆਂ। ਉਹ ਸਾਰੀਆਂ ਜ਼ਮੀਨਾਂ ਆਬਾਦ ਹੋ ਗਈਆਂ। ਆਬਾਦ ਹੋਣ ਤੋਂ ਬਾਅਦ ਫਿਰ ਕਿਸ ਤਰ੍ਹਾਂ ਦਾ ਦੌਰ ਆਇਆ 90 ਤੋਂ ਬਾਅਦ, ਖਾਸ ਕਰਕੇ 93 ਤੋਂ ਬਾਅਦ ਇਹ ਕਿਸ ਤਰ੍ਹਾਂ ਦਾ ਦੌਰ ਆਇਆ ਕਿ ਲਿਬਰਲਾਈਜੇਸ਼ਨ ਦਾ, ਕਿ ਜੀ ਲੋਕ ਪਿੰਡਾਂ ਤੋਂ ਸ਼ਹਿਰਾਂ ਨੂੰ ਆਉਣੇ ਸ਼ੁਰੂ ਹੋਏ, ਲੋਕ ਜ਼ਿਆਦਾ ਆਉਣੇ ਸ਼ੁਰੂ ਹੋਏ ਅਤੇ ਸ਼ਹਿਰਾਂ ਦੇ ਵਿੱਚ ਫਿਰ ਮਲਟੀ
ਸਟੋਰੀ ਬਿਲਡਿੰਗਸ ਬਣਨੀਆਂ ਸ਼ੁਰੂ ਹੋਈਆਂ। ਉਹ ਕਿੱਥੇ ਬਣਨੀਆਂ ਸ਼ੁਰੂ ਹੋਈਆਂ? ਜਿੱਥੇ ਵੀ ਜਗ੍ਹਾ ਮਿਲੀ, ਜਿੱਥੇ ਵੀ ਸਸਤੀ ਜਗ੍ਹਾ ਮਿਲੀ। ਕਿਸੇ ਨੇ ਦੇਖਿਆ ਹੀ ਨਹੀਂ ਇਸ ਚੀਜ਼ ਨੂੰ ਕਿ ਕਿੱਥੇ ਬਣਨੀ ਹੈ ਕਿੱਥੇ ਨਹੀਂ ਬਣਨੀ। ਸੋ ਹੁਣ ਉਹ ਦੌਰ ਆ ਗਿਆ ਕਿ ਉਸ ਅਰਬਨਾਈਜੇਸ਼ਨ ਦੇ ਦੌਰ ਦੇ ਵਿੱਚ ਵੀ ਆਪਾਂ ਦੇਖ ਹੁਣ ਆਪਾਂ ਦੇਖਿਆ ਨਾ ਡੇਰਾ ਬੱਸੀ ਸਾਰੀ ਸੜੀ ਡੁੱਬ ਗਈ ਸੀ। ਬਿਲਕੁਲ। ਕਿੰਨੀਆਂ? ਆਪਾਂ ਖੇਤੀਬਾੜੀ ਦਾ ਗ੍ਰੀਨ ਰੈਵੋਲੂਸ਼ਨ ਦਾ ਦੌਰ ਵੀ ਦੇਖ ਲਿਆ, ਅਸੀਂ ਡਿਵੈਲਪਮੈਂਟ ਦਾ ਅਰਬਨਾਈਜੇਸ਼ਨ ਦਾ ਦੌਰ ਵੀ ਦੇਖ ਲਿਆ। ਤਾਂ ਹੁਣ ਇਹ ਸਮਾਂ ਆ ਗਿਆ ਕਿ ਅਸੀਂ ਆਰਾਮ ਨਾਲ ਬੈਠ ਕੇ ਇੱਕ ਵਾਰੀ ਇਹਦਾ ਵਿਚਾਰ ਕਰੀਏ ਕਿ ਆਉਣ ਵਾਲੇ ਸਮੇਂ 'ਚ ਫਲੱਡ ਜੇ ਆਉਂਦੇ ਨੇ, ਉਹ ਅਸੀਂ ਫਲੱਡ ਨੂੰ ਰੋਕ ਨਹੀਂ ਸਕਦੇ, ਫਲੱਡ ਦਾ ਨੁਕਸਾਨ ਵੀ ਨਹੀਂ ਘਟਾ ਸਕਦੇ, ਫਲੱਡ ਨੂੰ ਮੈਨੇਜ ਕਰ ਸਕਦੇ ਹਾਂ ਅਸੀਂ ਕਿ ਇਹਨਾਂ ਨੂੰ ਮੈਨੇਜ ਕਿਵੇਂ ਕਰਨਾ, ਫਲੱਡਸ ਨੂੰ, ਲੋਕਾਂ ਨੂੰ ਸੇਫ ਫਲੱਡ ਉਹਨਾਂ ਦਾ ਚੰਗਾ ਹੀ ਮੰਨਿਆ ਜਾਂਦਾ। ਵੈਸੇ ਤਾਂ ਸਾਡੀ ਧਰਤੀ ਲਈ ਚੰਗੇ ਨੇ ਉਹ, ਬਹੁਤ ਵਧੀਆ ਲੋਕਾਂ ਦਾ। ਫਲੱਡ ਦਾ ਅਦਰਵਾਈਜ਼ ਆਉਣਾ, ਦੇਖੋ ਜੇ ਸਾਡੇ 50 ਨੈਚੁਰਲ ਜੀ ਮੈਨ ਮੇਡ ਨਹੀਂ ਹੈਗੀ, ਮੈਨ ਮੇਡ। ਦੇਖੋ ਜੇ ਸਾਡੇ 50 mm ਬਰਸਾਤ ਹੁੰਦੀ ਰਹਿੰਦੀ ਹੈ, ਪੁਰਾਣੇ ਜ਼ਮਾਨੇ 'ਚ ਜੇ 40-50 ਸਾਲ ਪੁਰਾਣੀ ਗੱਲ ਹੈ ਕਿ ਲਗਾਤਾਰ ਝੜੀ ਚੱਲਦੀ ਸੀ 3-3 ਦਿਨ, ਲਗਭਗ ਰੋਜ਼ 40-40 50-50 mm ਬਰਸਾਤ ਹੁੰਦੀ ਸੀ, ਉਹ ਧਰਤੀ ਦੇ ਵਿੱਚ ਪਾਣੀ ਜੀਰਦਾ ਸੀ। ਹੁਣ ਉਹ ਝੋਨੇ ਕਰਕੇ ਫਿਰ ਅਸੀਂ ਝੋਨਾ ਲਿਆਂਦਾ, ਫਿਰ ਝੋਨੇ 'ਚ ਕੱਦੂ ਆ ਗਿਆ, ਕੱਦੂ ਨੇ ਸਾਰੀ ਜ਼ਮੀਨ ਜਿਹੜੀ ਸੀਗੀ ਸਾਡੀ ਉਹ ਪੱਕੀ ਕਰ ਦਿੱਤੀ ਹੈ, ਐਨ ਇੱਟ ਵਰਗੀ ਬਣ ਗਈ ਹੈ, ਉਹਦੇ 'ਚ ਪਾਣੀ ਥੱਲੇ ਜੀਰਦਾ ਨਹੀਂ ਹੈ। ਤੇ ਉਸ ਦੌਰ ਦੇ ਵਿੱਚ ਬਰਸਾਤਾਂ ਤੇ ਆ ਸਾਰਾ ਕੁਝ ਆਉਂਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਜਦੋਂ ਆਈਆਂ ਨੇ, ਉਹਨਾਂ ਦੇ ਉੱਤੇ ਹੁਣ ਪਲੈਨਿੰਗ ਕਰਕੇ ਇਹਨੂੰ ਮਾੜਾ ਮੋਟਾ ਠੀਕ ਕਰਨ ਦੀ ਲੋੜ ਹੈ। ਲੌਂਗ ਟਰਮ ਪਲੈਨਿੰਗ ਕਰਕੇ ਵੀ ਕਰਨਾ ਕੀ ਹੈ, ਸਾਰੇ ਦੇ ਸਾਰੇ ਡਰੇਨਾਂ ਨੇ ਜਿਹੜੀਆਂ, ਉਹਨਾਂ ਦੇ ਵਿੱਚ ਉਹਨਾਂ ਨੂੰ ਡਿਮਾਰਕੇਟ ਕਰ ਦੇਣਾ ਚਾਹੀਦਾ, ਉਹਨਾਂ ਦੀ ਨਿਸ਼ਾਨਦੇਹੀ ਕਰ ਦੇਣੀ ਚਾਹੀਦੀ ਹੈ, ਨਿਸ਼ਾਨਦੇਹੀ ਕਰਕੇ ਵੱਡੀਆਂ ਬੁਰਜੀਆਂ ਲਾ ਦੇਣੀਆਂ ਚਾਹੀਦੀਆਂ ਨੇ। ਤੇ ਇਹ ਇਨਸ਼ੋਰ ਕਰਨਾ ਚਾਹੀਦਾ ਕਿ ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਐਕਟੀਵਿਟੀ ਨਹੀਂ ਹੋਏਗੀ ਜਿਹੜੀ ਕਿ ਦਰਿਆ ਦੇ ਪਾਣੀ ਨੂੰ ਰੋਕੇ। ਹਾਂ, ਕੋਈ ਪਾਰਕ ਬਣ ਗਿਆ, ਕੋਈ ਖੇਤੀਬਾੜੀ ਕਿਤੇ ਮਾੜੀ ਮੋਟੀ ਹੋ ਗਈ, ਉਹ ਸਾਰੀਆਂ ਚੀਜ਼ਾਂ ਠੀਕ ਨੇ, ਪਰ ਬਿਲਡਿੰਗਾਂ ਬਣਾ ਕੇ, ਬੰਦ ਬਣਾ ਕੇ ਜਾਂ ਉਸ ਤਰ੍ਹਾਂ ਕਰਕੇ ਉਹ ਨਹੀਂ ਹੋਏਗਾ। ਇਹ ਤਾਂ ਟੈਕਨੀਕਲ ਪੋਜੀਸ਼ਨ ਹੋ ਗਈ ਹੈ ਨਾ। ਇੱਕ ਪੂਰੀ ਦੁਨੀਆ ਜਦੋਂ ਯੂਰਪ 'ਚ ਵੀ ਜਦੋਂ ਇੰਡਸਟਰੀਲਾਈਜੇਸ਼ਨ ਹੋਇਆ, ਉਸ ਤੋਂ ਬਾਅਦ ਉਹਨਾਂ ਦੀਆਂ ਸਾਰੀਆਂ ਨਦੀਆਂ, ਸਾਰੇ ਦਰਿਆ, ਉਹਨਾਂ ਦੇ ਵੀ ਇਹੀ ਹਾਲ ਹੋਇਆ। ਇੱਕ ਦੌਰ ਤੋਂ ਬਾਅਦ ਉਹ ਫਿਰ ਕੌਨਸ਼ੀਅਸ ਹੋਈ ਕਿ ਆਪਾਂ ਠੀਕ ਕਰਨਾ। ਇੱਕ ਹੈਗੀ ਤੁਹਾਡੀ ਆਈਡੀਓਲੋਜੀਕਲ ਜਾਂ ਫਿਲਾਸਫੀਕਲ ਅੰਡਰਸਟੈਂਡਿੰਗ ਇਸ਼ੂ ਬਾਰੇ, ਇੱਕ ਹੈ ਟੈਕਨੀਕਲੀ, ਉਹ ਵੀ ਜ਼ਰੂਰੀ ਹੈ ਜਿਹੜੀ ਤੁਸੀਂ ਦੱਸ ਰਹੇ ਹੋ। ਇੱਕ ਫਿਲਾਸਫੀਕਲ ਅੰਡਰਸਟੈਂਡਿੰਗ, ਉਹ ਆਪਾਂ ਦੁਨੀਆ ਦੇਖ ਰਹੇ ਹਾਂ ਸਾਰੀ ਇਸ ਗੱਲ ਨਾਲ ਜੂਝ ਰਹੀ, ਆਪਾਂ ਇਕੱਲੇ ਤਾਂ ਜੂਝ ਨਹੀਂ ਰਹੇ। ਤੇ ਕੁਦਰਤ ਤਾਂ ਸਾਡੇ ਤਾਂ ਸਾਰੀ ਬਾਣੀ ਦੇ ਅੰਦਰ ਵੀ ਆਪਾਂ ਪੜ੍ਹਦੇ ਆਂਗੇ, ਹਰ ਧਰਮ ਦੇ ਅੰਦਰ ਇਹ ਹੈਗਾ ਕਿ ਭਾਈ ਸਰਬੱਤ ਦੇ ਭਲੇ ਦੀ ਗੱਲ ਆ ਤੇ ਸਮੂਹਿਕਤਾ ਦੀ ਗੱਲ ਆ। ਇੱਥੇ ਕੋਈ ਐਂ ਇਕੱਲਾ ਪੰਜਾਬ ਠੀਕ ਰਹੂਗਾ, ਇਹਦਾ এনवायरमेंट ਠੀਕ ਰਹੂਗਾ, ਬਚ ਜਾਊਗਾ ਨਾ, ਨਹੀਂ ਇਕੱਲਾ ਹਨਾ। ਤਾਂ ਉਹ ਗੱਲ ਦੇ ਨਾਲ ਕਿਵੇਂ ਆਪਾਂ ਛਿਜੀਏ, ਉਹਨੂੰ ਕਿਵੇਂ ਦੇਖਦੇ ਹੋ ਤੁਸੀਂ? ਦੇਖੋ, ਇੱਕ ਉਹੀ ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਸਾਡਾ ਧਰਮ ਜਿਹੜਾ ਹੈ, ਉਹ ਧਰਮ ਨੇ ਬੜੀ ਕਿੰਨੀ ਮਹਿਮਾ ਬਾਣੀ 'ਚ, ਬਹੁਤ ਮਹਿਮਾ ਕੁਦਰਤ ਹੈ ਕੀਮਤ ਨਹੀਂ ਪਾਏ, ਜੇ ਪਵਨ ਗੁਰੂ ਪਾਣੀ ਪਿਤਾ ਕਹਿ ਨਹੀਂ ਪਾਏ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਹੋਰ ਬਹੁਤ ਕੁਝ ਗੁਰਬਾਣੀ 'ਚ ਲਿਖਿਆ ਹੋਇਆ ਪਾਣੀ ਬਾਰੇ। ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਈ। ਸੋ ਕਿੱਡਾ ਵੱਡਾ ਇੰਪੋਰਟੈਂਸ ਬਾਬਾ ਨਾਨਕ ਨੇ ਜਾਂ ਸਾਡੇ ਸਿੱਖ ਗੁਰੂਆਂ ਨੇ ਇਸ ਨੂੰ ਦਿੱਤੀ ਹੈ। ਇਸ ਤੋਂ ਪਹਿਲਾਂ ਤੁਸੀਂ ਵੇਦਾਂ 'ਚ ਵੀ ਚਲੇ ਜਾਓ, ਉਹਦੇ ਵਿੱਚ ਵੀ ਬਹੁਤ ਵੱਡੀ ਧਰਤੀ ਨੂੰ ਬਹੁਤ ਵੱਡੀ ਅਹਿਮੀਅਤ ਦਿੱਤੀ ਗਈ ਹੈ ਕਿ ਇੱਥੋਂ ਸਾਰਾ ਕੁਝ ਪੈਦਾ ਹੁੰਦਾ, ਇਹਨੂੰ ਬਚਾਉਣ ਵਾਸਤੇ ਕੀ ਕੁਝ ਕਰਨਾ ਹੈਗਾ। ਤੋ ਉਸ ਤਰੀਕੇ ਨਾਲ ਉਹ ਚੀਜ਼ਾਂ ਤੋਂ ਬਾਅਦ ਜਦੋਂ ਫਿਰ ਸਮਾਜ ਆਉਂਦਾ ਹੈ, ਸਮਾਜ ਤੋਂ ਬਾਅਦ ਸਰਕਾਰਾਂ ਆਉਂਦੀਆਂ ਨੇ, ਹੰਟਰ ਸੋਸਾਇਟੀ ਤੋਂ ਬਾਅਦ ਐਗਰੀਕਲਚਰ ਤੋਂ ਬਾਅਦ ਇੰਡਸਟਰੀਅਲ ਸੋਸਾਇਟੀ, ਬੇੜਾ ਗਰਕ ਕਰਦੀ ਤੁਰੀ ਜਾਂਦੀ ਹੈ। ਉਹ ਜਿਹੜਾ ਬੇੜਾ ਗਰਕ, ਦੇਖੋ ਇੱਕ ਖਾਸਾ ਹੈ ਕੈਪੀਟਲਿਜ਼ਮ ਦਾ ਕਿ ਇਹਦੇ ਵਿੱਚ ਇਹ ਸਾਰੇ ਦਾ ਸਾਰਾ ਪੈਸਾ ਕਮਾਉਣਾ ਜਾਂ ਕੈਪੀਟਲ ਜਨਰੇਟ ਕਰਨਾ ਜਾਂ ਕੈਪੀਟਲ ਬਣਾਉਣ ਦੇ ਉੱਤੇ ਜੁੜਿਆ ਹੈ। ਸਭ ਤੋਂ ਵੱਡਾ ਗੁਰੂ, ਸਭ ਤੋਂ ਵੱਡਾ ਪਰਮਾਤਮਾ ਪੈਸਾ ਹੈ ਬਣ ਜਾਂਦਾ। ਉਹ ਫਿਰ ਇਹ ਦੇਖਦਾ ਨਹੀਂ ਵੀ ਮੈਂ ਕਿੱਥੋਂ ਕਮਾਉਣਾ ਕਿੱਥੋਂ ਨਹੀਂ ਕਮਾਉਣਾ। ਉਹ ਬਹੁਤ ਜ਼ਿਆਦਾ ਗਲਤ ਕੰਮਾਂ 'ਚੋਂ ਜਾਂ ਇਸ ਤਰ੍ਹਾਂ ਦੇ ਕੰਮਾਂ 'ਚੋਂ ਆਉਂਦਾ ਤੇ ਉਹ ਕਮਾਇਆ ਜਾਂਦਾ। ਇਹ ਰੋਲ ਹੈਗਾ ਸਟੇਟ ਦਾ, ਸਰਕਾਰ ਦਾ ਰੋਲ ਹੈ ਕਿ ਇਹਨੂੰ ਰੈਗੂਲੇਟ ਕਰੇ। ਹਰ ਇੱਕ ਸਿਸਟਮ ਦੁਨੀਆ ਦੇ ਵਿੱਚ ਜੇ ਯੂਰਪ ਨੇ ਵੀ ਕੀਤਾ, ਉੱਥੇ ਵੀ ਕੈਪੀਟਲਿਜ਼ਮ ਤਾਂ ਸਾਡੇ ਨਾਲ ਬਹੁਤ ਉੱਤੇ ਹੈ, ਬਟ ਉੱਥੇ ਸਰਕਾਰਾਂ ਨੇ ਉਹਨੂੰ ਸਿਸਟਮ ਨੂੰ ਰੈਗੂਲੇਟ ਕਰਤਾ। ਜਿਹੜਾ ਥੇਮਸ ਦਰਿਆ ਹੈ ਇੰਗਲੈਂਡ ਵਾਲਾ, 1950 ਦੇ ਵਿੱਚ ਸਭ ਤੋਂ ਗੰਦਾ ਦਰਿਆ ਸੀ। ਅਜੇ ਕਿੰਨੀ ਪੁਰਾਣੀ ਗੱਲ ਹੈ, ਪਰ ਹੁਣ ਬਹੁਤ ਵਧੀਆ ਦਰਿਆ, ਉੱਥੇ ਜਹਾਜ਼ ਵੀ ਚੱਲਦੇ ਨੇ, ਸਾਰਾ ਕੁਛ ਹੈ, ਸਾਰੀ ਟੂਰਿਜ਼ਮ ਉਸ ਦੇ ਉੱਤੇ ਹੈ। ਇਸੇ ਤਰੀਕੇ ਨਾਲ ਸਾਡਾ ਹੁਣ ਬੁੱਢਾ ਨਾਲੇ ਤੋਂ ਲਾ ਕੇ ਜਿਹੜਾ ਸਾਡਾ ਸਤਲੁਜ ਦਰਿਆ ਹੈ ਜਾਂ ਉਸ ਤੋਂ ਬਾਅਦ ਨਹਿਰਾਂ ਨਿਕਲਦੀਆਂ ਨੇ, ਕਿੰਨੀਆਂ ਗੰਦੀਆਂ ਨੇ, ਅੱਜ ਦੀਆਂ ਨਹੀਂ ਹੈ। ਪਿਛਲੇ 30-40 ਸਾਲ ਤੋਂ ਜਦੋਂ ਮੈਂ ਖੇਤੀਬਾੜੀ ਯੂਨੀਵਰਸਿਟੀ ਪੜ੍ਹਦਾ ਹੁੰਦਾ ਸੀ, ਅਸੀਂ ਉੱਥੇ ਪੜ੍ਹਨਾ ਸ਼ੁਰੂ ਕੀਤਾ PAU ਦੇ ਵਿੱਚ 77, 78, 79 ਦੇ ਵਿੱਚ। ਉੱਥੇ ਜਾ ਕੇ ਤੁਸੀਂ ਮੱਛੀਆਂ ਦੇਖ ਸਕਦੇ ਸੀ ਪਾਣੀ 'ਚ ਚਲਦੀਆਂ ਹੋਈਆਂ, ਇੰਨਾ ਸਾਫ਼ ਪਾਣੀ ਸੀ। ਉਸ ਤੋਂ ਬਾਅਦ ਦੇਖੋ ਹੁਣ ਹਾਲਤ ਕੀ ਹੋ ਗਈ ਹੈ। ਸੋ ਇਸ ਹਾਲਤ ਨੂੰ ਡੀਲ ਕਰਨ ਵਾਸਤੇ ਜੋ ਸਰਕਾਰਾਂ ਦੇ ਵਿੱਚ ਸੈਂਸਿਟੀਵਿਟੀ ਚਾਹੀਦੀ ਹੈ, ਜੋ ਉਸ ਤਰ੍ਹਾਂ ਨਾਲ ਸਮੂਹਕ ਸੋਚ ਚਾਹੀਦੀ ਹੈ, ਉਹ ਨਹੀਂ ਹੋਈ। ਆਪਾਂ ਤਾਂ ਉੱਥੇ ਦਰਿਆ ਦੇ ਉੱਤੇ, ਬੁੱਢਾ ਦਰਿਆ ਦੇ ਉੱਤੇ ਕੋਈ ਮੇਰੇ ਖਿਆਲ 400-500 ਡੇਅਰੀਆਂ ਬਣਾਤੀਆਂ ਜਿਨ੍ਹਾਂ ਦਾ ਸਾਰਾ ਮਲ ਮੂਤਰ ਉਹ ਦਰਿਆ ਦੇ ਵਿੱਚ ਜਾ ਰਿਹਾ। ਤੇ ਜੇ ਉਹਨਾਂ ਦਾ ਮਲ ਮੂਤਰ ਦਰਿਆ ਦੇ ਵਿੱਚ ਜਾ ਰਿਹਾ ਤਾਂ ਜਿੰਨੇ ਮਰਜ਼ੀ STP ਲਾ ਲਓ ਤੁਸੀਂ, ਉਹ ਉਹਨਾਂ ਨੇ ਸਾਫ਼ ਨਹੀਂ ਕਰਨਾ। ਮੈਂ ਤਾਂ ਹੀ ਕਹਿ ਰਿਹਾ, ਤੁਸੀਂ ਪੋਲੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਵੀ ਰਹੇ ਹੋ ਜੀ, ਤੁਸੀਂ ਤਾਂ ਉਹ ਪੋਜੀਸ਼ਨ 'ਚ ਰਹਿ ਕੇ ਦੇਖਿਆ ਜਿੱਥੋਂ ਠੀਕ ਕੀਤਾ ਜਾ ਸਕਦਾ, ਤੇ ਕੋਲ ਪਾਵਰ ਸੀ। ਨਹੀਂ ਠੀਕ ਹੋ ਸਕਦਾ, ਇਹ ਨਹੀਂ ਹੋ ਸਕਦਾ। ਦੇਖੋ ਮੈਂ ਦੱਸਾਂ ਤੁਹਾਨੂੰ ਫਿਰ ਕਿਉਂ ਨਹੀਂ ਠੀਕ ਹੋਇਆ। ਨਹੀਂ ਠੀਕ ਇਸ ਕਰਕੇ ਨਹੀਂ, ਉਹੀ ਗੱਲ ਆ ਗਈ ਕਿ ਸਟੇਟ ਜਿਹੜੀ ਹੈ, ਸਰਕਾਰ ਜਿਹੜੀ ਹੈ, ਸਰਕਾਰ ਦੀ ਰਮਜ ਤੇ ਸਰਕਾਰ ਦੀ ਸਮਝ ਤੇ ਸਰਕਾਰ ਦੀ ਸੋਚ ਉਧਰਲੇ ਪਾਸੇ ਨੂੰ ਜਦੋਂ ਹੋ ਜੇ ਤਾਂ ਕੰਮ ਨਾਲ ਦੀ ਨਾਲ ਠੀਕ ਹੋ ਜਾਂਦਾ।
ਵਿਲ ਪਾਵਰ ਚਾਹੀਦੀ ਹੈ। ਵਿਲ ਪਾਵਰ ਚਾਹੀਦੀ ਹੈ। ਅਸੀਂ ਮੰਡੀ ਗੋਬਿੰਦਗੜ੍ਹ ਸ਼ਹਿਰ ਨੂੰ ਸਾਫ਼ ਕੀਤਾ, ਭੱਠਿਆਂ ਦਾ ਸਾਰਾ ਪੋਲਿਊਸ਼ਨ ਖਤਮ ਕੀਤਾ, ਤੇ ਹੋਰ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਸ਼ੋਬੇ ਸੀਗੇ ਜਿੱਥੇ ਹੋ ਰਿਹਾ ਸੀ। ਇੱਕ ਗੱਲ ਮੰਨ ਕੇ ਚੱਲਣ ਵਾਲੀ ਹੈ ਕਿ ਸਾਰੇ ਦਾ ਸਾਰਾ ਪੋਲਿਊਸ਼ਨ ਇਹ ਸਾਇੰਸ ਦੀ ਉਪਜ ਹੈ, ਤੇ ਇਹਨੂੰ ਠੀਕ ਵੀ ਸਾਇੰਸ ਨੇ ਕਰਨਾ, ਪਰ ਸਾਇੰਸ ਨੂੰ ਠੀਕ ਕਰਨ ਵਾਸਤੇ ਪੈਸਾ ਚਾਹੀਦਾ, ਜਿਹੜੀ ਥੋੜੀ ਪੋਲੀਟੀਕਲ ਵਿਲ ਚਾਹੀਦੀ ਹੈ। ਕਿਉਂਕਿ ਕੁਝ ਬੰਦਿਆਂ ਨੂੰ ਸੇਕ ਲੱਗਦਾ, ਜਿਹੜੇ ਬੰਦੇ ਨੂੰ ਸੇਕ ਲੱਗਦਾ ਫਿਰ ਉਹ ਰੌਲਾ ਬਹੁਤ ਪਾਉਂਦੇ ਨੇ, ਤੇ ਉਹ ਰੌਲਾ ਪਾਉਣ ਵਾਲੇ ਹੈਗੇ ਭਾਵੇਂ ਥੋੜੇ ਨੇ, ਪਰ ਬਾਕੀ ਬੰਦੇ ਚੁੱਪ ਕਰਕੇ ਬੈਠ ਜਾਂਦੇ ਨੇ, ਤੇ ਉਹਨਾਂ ਦੇ ਰੌਲੇ ਦੇ ਸ਼ੋਰ ਦੇ ਵਿੱਚ ਸਾਰਾ ਕੁਝ ਕਿਤੇ ਤਾਂ ਦੇਖੋ ਜ਼ਿਆਦਾਤਰ ਪੋਲਿਊਸ਼ਨ ਇੰਡਸਟਰੀ ਦਾ ਗਾ, ਤੇ ਇੰਡਸਟਰੀ ਸਰਕਾਰ ਜੀ ਦੀ ਮਰਜ਼ੀ ਹੋਵੇ, ਪਾਰਟੀ ਜਿਹੜੀ ਮਰਜ਼ੀ ਹੋਵੇ, ਇੰਡਸਟਰੀਲਿਸਟਾਂ ਨੇ ਤੁਹਾਨੂੰ ਪਤਾ ਇਲੈਕਸ਼ਨਾਂ ਫੰਡ ਕਰਨੀਆਂ ਹੁੰਦੀਆਂ ਨੇ, ਜਾਂ ਕੋਈ ਮਰਜ਼ੀ ਸਰਕਾਰ ਹੋਵੇ ਦੁਨੀਆ ਦੀ। ਨਹੀਂ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਦੇਖੋ ਉਹੀ ਇਹ ਗੱਲ ਆ ਗਈ ਨਾ ਕਿ ਰੈਗੂਲੇਟ ਜਿਹੜਾ ਕਰਨਾ ਹੈ ਉਹ ਸਟੇਟ ਨੇ ਕਰਨਾ। ਸਟੇਟ ਦੀ ਜਦੋਂ ਬਿਲਕੁਲ ਸੋਚ ਇਹ ਹੋਵੇ ਕਿ ਵੀ ਇੰਡਸਟਰੀ ਅਸੀਂ ਲੈ ਕੇ ਆਉਣੀ ਹੈ, ਬਿਲਕੁਲ ਲੈ ਕੇ ਆਉਣੀ ਹੈ, ਪਰ ਪੋਲਿਊਸ਼ਨ ਨਹੀਂ ਹੋਣਾ, ਉਹ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ, ਉਸ ਤੋਂ ਬਿਨਾਂ ਪੋਲਿਊਸ਼ਨ ਨਹੀਂ ਹੋਣਾ, ਪਰ ਸਸਟੇਨੇਬਲ ਮਾਡਲ ਹੋਵੇ, ਸਸਟੇਨੇਬਲ ਡਿਵੈਲਪਮੈਂਟ ਜਦੋਂ ਆਪਾਂ ਗੱਲ ਕਰਦੇ ਹਾਂ, ਮਾਡਲ ਹੋਵੇ, ਹੰਢਣਸਾਰ ਵਿਕਾਸ, ਹੰਢਣਸਾਰ ਹੋਵੇ। ਉਸ ਵਾਸਤੇ ਤੁਹਾਨੂੰ ਇਨਵੈਸਟਮੈਂਟ ਦੀ ਲੋੜ ਹੈ, ਤੁਹਾਨੂੰ ਪੈਸਾ ਖਰਚਣ ਦੀ ਲੋੜ ਹੈ। ਹੁਣ ਜਿਹੜੀਆਂ ਸਾਡੀਆਂ ਇਨਫਰਾਸਟ੍ਰਕਚਰ ਤੁਸੀਂ ਖੁਦ ਬਣਾਓ, ਖੁਦ ਬਣਾਓ, ਨਾ ਕਿ ਉਹਨਾਂ ਨੂੰ ਕੋਚ ਜਦੋਂ ਆਉਂਦੇ ਨੇ ਫਿਰ ਆਪਣੀਆਂ ਸ਼ਰਤਾਂ ਸਾਡੇ ਕੋਲ ਟੈਕਸਟਾਈਲ ਮਿੱਲਾਂ ਦਾ ਜਿੰਨਾ ਰਹਿੰਦ ਖੂੰਹਦ ਦਰਿਆ ਜਾਂਦਾ ਸੀ, ਉਹਦਾ 110 MLD ਦਾ ਜੋ 3 ਪਲਾਂਟ ਹੁਣ ਲੱਗੇ ਨੇ, ਜਿਹੜੇ ਕਿ ਆਣ ਕੇ 2021-22 ਚ ਲੱਗੇ ਨੇ, ਜਿਹੜੇ ਕਿ 1990 ਚ ਲੱਗਣੇ ਚਾਹੀਦੇ ਸੀ। ਠੀਕ ਹੈ ਨਾ। ਉਸ ਦੇ ਵਿੱਚ ਫਿਰ ਉਹ ਪੈਸਾ ਜਿਹੜਾ ਹੈਗਾ ਜਾਂ ਭਾਰਤ ਸਰਕਾਰ ਤੋਂ ਪੰਜਾਬ ਸਰਕਾਰ ਨੇ ਥੋੜ੍ਹਾ ਦਿੱਤਾ, ਇੰਡਸਟਰੀਲਿਸਟ ਨੇ ਇਕੱਠਾ ਕੀਤਾ, ਉਹ ਸਰਕਾਰ ਭਾਵੇਂ ਆਪਣੇ ਲੈਵਲ 'ਤੇ ਲਾ ਕੇ ਉਹਨਾਂ ਨੂੰ ਕਹੇ ਇੰਡਸਟਰੀਅਲ ਵੀ ਚਲਾਓ, ਤੁਸੀਂ ਤੁਹਾਡਾ ਆਹ ਸਾਰਾ ਅਸੀਂ ਸਾਂਭ ਸਕਦੇ ਹਾਂ, ਤੇ ਜਾਂ ਉਹਨਾਂ ਤੋਂ ਤੁਸੀਂ ਕਿਸੇ ਤਰੀਕੇ ਨਾਲ ਲਗਾਤਾਰ ਇੰਸਟਾਲਮੈਂਟ 'ਚ ਲੈਣ ਦੀ ਕੋਸ਼ਿਸ਼ ਕਰੋ। ਸੋ ਉਹਨੂੰ ਸਾਂਭਣਾ, ਦੇਖੋ ਇੱਕ ਗੱਲ ਬੜੀ ਦਰੁਸਤ ਹੈ ਕਿ ਸਮਾਜ ਜਿਹੜਾ ਹੈ ਉਹਦੇ 'ਚ ਇੰਡਸਟਰੀਲਿਸਟ ਵੀ ਹੈ, ਉਹਦੇ 'ਚ NGOs ਵੀ ਨੇ, ਉਹਦੇ ਸਰਕਾਰ ਵੀ ਹੈ, ਉਹ ਸਾਰੇ ਇਕੱਠੇ ਹੋ ਕੇ ਸਿਰ ਜੋੜ ਕੇ ਇਹ ਤਹੀਆ ਕਰਨ ਕਿ ਜੇ ਅਸੀਂ ਪੋਲਿਊਸ਼ਨ ਨਹੀਂ ਹੋਣ ਦੇਣਾ ਤਾਂ ਪੋਲਿਊਸ਼ਨ ਦਿਨਾਂ 'ਚ ਖਤਮ ਹੋ ਸਕਦਾ। ਕਿਉਂਕਿ ਪੋਲਿਊਸ਼ਨ ਜਿਹੜਾ ਹੈ ਸਾਇੰਸ ਨੇ ਪੈਦਾ ਕੀਤਾ, ਤੇ ਸਾਇੰਸ ਇਹਨੂੰ ਕੰਟਰੋਲ ਕਰ ਸਕਦੀ ਹੈ। ਸਾਰੀਆਂ ਚੀਜ਼ਾਂ ਮਤਲਬ ਇਹਨੂੰ ਕੰਟਰੋਲ ਕਰਨ ਦੀ ਹੈਗੀਆਂ ਨੇ, ਦੁਨੀਆ ਨੇ ਕੀਤਾ ਹੈ। ਸੋ ਉਹ ਜ਼ਰੂਰ ਕਰਨਾ ਚਾਹੀਦਾ। ਕਾਰਪੋਰੇਟ ਜਦੋਂ ਗੱਲ ਤਾਂ ਇਹ ਗਾ ਕਿ ਕੋਈ ਗੱਲ ਕੁਦਰਤ ਪੱਖੀ ਹੋਵੇ, ਮਨੁੱਖ ਪੱਖੀ ਹੋਵੇ, ਲੋਕ ਪੱਖੀ ਹੋਵੇ, ਜਦੋਂ ਨਾ ਹੋ ਕੇ ਸਿਰਫ ਮੁਨਾਫਾ ਪੱਖੀ ਹੋਵੇ, ਖਾਸ ਤੌਰ ਤੇ ਕਾਰਪੋਰੇਟ ਦਾ ਜਿਹੜਾ ਇੰਟਰਸਟ ਆ, ਤੁਹਾਨੂੰ ਪਤਾ ਰਨ ਸਰਕਾਰਾਂ ਨੂੰ ਕਾਰਪੋਰੇਟ ਹੀ ਕਰਦਾ ਦੁਨੀਆ ਭਰ ਦੀਆਂ। ਜੀ ਹੈ ਨਾ। ਵੱਡਾ ਮੇਜਰ ਜਿਹੜੀ ਫੰਡਿੰਗ ਕਰਨੀ ਆ ਉਹਦਾ ਕੰਮ ਹੈਗਾ, ਮੇਜਰ ਹਰ ਜਿਹੜਾ ਪ੍ਰੋਜੈਕਟ ਲਾਉਣਾ ਉਹਦਾ ਕੰਮ ਹੈਗਾ, ਹੈ ਨਾ। ਗਲੋਬਲਾਈਜੇਸ਼ਨ ਤੋਂ ਬਾਅਦ ਤਾਂ ਆਪਾਂ ਦੇਖ ਹੀ ਲਿਆ। ਹਾਂ, ਉਦੋਂ ਬਾਅਦ ਸਰਕਾਰਾਂ ਤਾਂ ਹੌਲੀ ਹੌਲੀ ਵਿਡਰਾ ਕਰੀ ਜਾਂਦੀਆਂ ਨੇ। ਪ੍ਰਾਈਵੇਟ ਆਪਾਂ ਦੇਖਿਆ ਹੀ ਆ, ਗਵਰਨਮੈਂਟ ਨੂੰ ਬਾਹਰ ਕਰਕੇ ਜਨਤਕ ਖੇਤਰ ਆਊਟ ਹੋ ਰਿਹਾ, ਪ੍ਰਾਈਵੇਟ ਖੇਤਰ ਵੱਧ ਰਿਹਾ ਹੈਗਾ। ਬਿਲਕੁਲ। ਉਦੋਂ ਮੈਂ ਤਾਂ ਪੁੱਛ ਰਿਹਾ ਤੁਹਾਨੂੰ, ਸੰਭਵ ਹੈ ਜਦੋਂ ਕਾਰਪੋਰੇਟ ਦਾ ਇੰਟਰਸਟ ਇਹ ਹੈਗਾ ਕਿ ਮੈਂ ਤਾਂ ਮੁਨਾਫਾ ਕਮਾਉਣਾ ਵੱਧ ਤੋਂ ਵੱਧ, ਚਾਹੇ ਦੁਨੀਆ ਤਬਾਹ ਹੋ ਜਾਏ। ਦੇਖੋ ਤਬਾਹ ਹੋਈ ਰਹੀ ਹੈ ਦੁਨੀਆ। ਮੈਂ ਤੁਹਾਡੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਗੱਲਾਂ ਮੰਗਲ ਗ੍ਰਹਿ ਤੇ ਜਾਣ ਦੀਆਂ ਹੋ ਰਹੀਆਂ ਨੇ, ਮੰਗਲ ਗ੍ਰਹਿ ਤੇ ਦੁਨੀਆ ਵਸਾ ਲਓ, ਇਹ ਗ੍ਰਹਿ ਹੀ ਨਹੀਂ ਬਚਿਆ ਸਾਡੇ ਰਹਿਣ ਲਈ। ਪਹਿਲੀ ਗੱਲ ਤਾਂ ਅਸੀਂ ਕਰਕੇ ਦਿਖਾਇਆ, ਇਹ ਸੰਭਵ ਹੈ। ਮੈਂ ਤੁਹਾਨੂੰ ਭੱਠਿਆਂ ਦੀ ਐਗਜ਼ਾਮਪਲ ਦੇਣੀ ਚਾਹਾਂਗਾ ਕਿ ਪੰਜਾਬ ਦੇ ਵਿੱਚ ਭੱਠਿਆਂ ਦਾ ਵਿਰੋਧ ਬਹੁਤ ਹੋਇਆ ਸੀ। ਬਹੁਤ ਵਿਰੋਧ ਹੋਇਆ ਪੰਜਾਬ ਦੇ ਭੱਠਿਆਂ ਦੇ ਵਿੱਚ। ਜਿਨ੍ਹਾਂ ਦਿਨਾਂ 'ਚ ਕਿਸਾਨਾਂ ਨੂੰ ਅਸੀਂ ਕਹਿੰਦੇ ਸੀ ਕਿ ਵੀ ਤੁਸੀਂ ਪੋਲਿਊਸ਼ਨ ਉਹ ਅੱਗ ਨਾ ਲਾਓ, ਪਰਾਲੀ ਨੂੰ, ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਓ, ਉਹਨਾਂ ਦਿਨਾਂ ਸਾਨੂੰ ਭੱਠੇ ਦੀ ਉਹ ਜਿਹੜੀ ਪੂੰਛ ਜੀ ਹੁੰਦੀ ਸੀ ਨਾ, ਬੜੀ ਲੰਬੀ ਸਾਰੀ, ਉਹ ਦਿਖਾਉਂਦੇ, ਬੋਦੀ ਵਾਲਾ ਤਾਰਾ ਬਣਿਆ ਹੋਇਆ, ਉਹ ਦਿਖਾਉਂਦੇ ਵੀ ਆਹ ਦੇਖੋ ਜੀ 3 ਕਿਲੋਮੀਟਰ ਦੀ ਪੂੰਛ ਹੈ, ਤੁਹਾਨੂੰ ਦਿਖਦਾ। ਸੋ ਉੱਥੇ ਕੀਤਾ ਅਸੀਂ ਸਿੰਪਲੀ ਕਿ ਟੈਕਨੋਲੋਜੀ ਜਿਹੜੀ ਅਵੇਲੇਬਲ ਸੀ, ਜ਼ਿਗਜ਼ੈਗ ਹਾਈਡਰਾਫਟ ਟੈਕਨੋਲੋਜੀ ਕਹਿੰਦੇ ਨੇ, ਉਹ ਅਸੀਂ ਇਨਸ਼ੋਰ ਕੀਤਾ ਕਿ ਹਰ ਇੱਕ ਪੱਠੇ ਦੇ ਉੱਤੇ ਆਰਡਰ ਪਾਸ ਕਰਤਾ ਕਿ ਐਤਕੀ ਨਵੰਬਰ 'ਚ ਉਹੀ ਪੱਠਾ ਚੱਲੇਗਾ ਜਿਹੜਾ ਇਹ ਜ਼ਿਗਜ਼ੈਗ ਟੈਕਨੋਲੋਜੀ ਲਾਏਗਾ, ਜਿਹਦੇ ਕਿ 20 ਤੋਂ 25 ਲੱਖ ਰੁਪਈਆ ਖਰਚਾ ਹੁੰਦਾ ਸੀ। ਤੋ ਵਿਰੋਧ ਵੀ ਹੋਇਆ, ਸਾਰਾ ਕੁਝ ਹੋਇਆ, ਜਿੰਦਾਬਾਦ ਮੁਰਦਾਬਾਦ ਵੀ ਹੋਈ, ਪਰ ਹੌਲੀ ਹੌਲੀ ਕਰਕੇ ਕੁਝ ਬੰਦੇ ਨੇ ਲਾਇਆ, ਫਿਰ ਕੁਛਾਂ ਨੇ ਲਾਇਆ, ਤੇ ਅੱਜ 100% ਭੱਠਿਆਂ ਨੇ ਉਹ ਸਾਲ ਡੇਢ ਸਾਲ ਦੇ ਵਿੱਚ ਹੀ ਉਦੋਂ ਮਤਲਬ ਉਹ ਸਾਰੀ ਲਾ ਲਈ, ਤੇ ਹੁਣ ਭੱਠਿਆਂ ਦਾ ਪੋਲਿਊਸ਼ਨ ਜਿਹੜਾ ਹੈ ਉਹ ਬਹੁਤ ਘਟ ਗਿਆ। ਇਸੇ ਤਰੀਕੇ ਨਾਲ ਹੋਰ ਸ਼ੋਬੇ ਸੀਗੇ ਸਾਡੇ, ਪੋਲਟਰੀ ਫਾਰਮਾਂ ਦਾ ਸੀ, ਸਾਡੇ ਜਿਹੜੀ ਆਪਣਾ ਗੋਬਿੰਦਗੜ੍ਹ ਦੀ ਇੰਡਸਟਰੀ ਸੀ ਉਹਦਾ ਸੀ। ਉਹਨਾਂ ਦੇ ਵਿੱਚ ਜਦ ਤੱਕ ਤੁਸੀਂ ਟੈਕਨੀਕਲ ਚੀਜ਼ਾਂ, ਸਾਇੰਟੀਫਿਕ ਮੈਥਡ ਨਹੀਂ ਉਹਦੇ ਵਿੱਚ ਲਾਉਂਦੇ, ਚਾਹੇ ਉਹ ਸਰਕਾਰ ਲਾਵੇ, ਚਾਹੇ ਉਹ ਇੰਡਸਟਰੀਲਿਸਟ ਲਾਵੇ, ਡਿਪੈਂਡਿੰਗ ਅਪੋਨ ਕਿ ਕਿਹੜੇ ਬੰਦੇ ਦਾ ਕਿੰਨਾ ਨੁਕਸਾਨ ਕਿੰਨਾ ਹੋ ਰਿਹਾ, ਫਾਇਦਾ ਕਿੰਨਾ ਹੋ ਰਿਹਾ, ਉਸ ਹਿਸਾਬ ਦੇ ਨਾਲ ਜਿਹੜਾ ਮਰਜ਼ੀ ਲਾਵੇ। ਸਮਾਜ ਨੂੰ ਇੱਕ ਸਾਫ਼ ਆਲਾ ਦੁਆਲਾ ਚਾਹੀਦਾ, ਸਮਾਜ ਨੂੰ ਸਾਫ਼ ਪਾਣੀ ਚਾਹੀਦਾ। ਹੁਣ ਜਿਹੜਾ ਬੁੱਢੇ ਨਾਲੇ ਦੇ ਪਾਣੀ ਕਰਕੇ ਕਿੱਥੇ ਤੱਕ ਰਾਜਸਥਾਨ ਤੱਕ ਇੰਨਾ ਕੈਂਸਰ ਫੈਲਿਆ ਹੋਇਆ ਜਾਂ ਇੰਨਾ ਨੁਕਸਾਨ ਹੋ ਰਿਹਾ, ਉਹਦਾ ਜੇ ਨੁਕਸਾਨ ਤੇ ਫਾਇਦੇ ਦੀ ਗੱਲ ਕਰੀਏ, ਹੁਣ ਭਾਰਤ ਸਰਕਾਰ ਦੇ ਲੈਵਲ 'ਤੇ ਐਕਟ ਅਮੈਂਡ ਹੋ ਕੇ CSR ਬਣ ਗਈ, ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ, ਜਿਹਦੇ ਕਿ 2% 3% ਪੈਸਾ ਉਹਨਾਂ ਨੇ ਹਰ ਇੱਕ ਪ੍ਰੋਫਿਟ ਦੇ ਵਿੱਚੋਂ ਇਸ ਕੰਮ 'ਤੇ ਖਰਚਣਾ। ਕਿਉਂ ਨਹੀਂ ਸਰਕਾਰਾਂ ਇਹ ਇਨਸ਼ੋਰ ਕਰਦੀਆਂ ਕਿ ਉਹ ਸਾਰੇ ਦਾ ਸਾਰਾ ਪੈਸਾ ਪੋਲਿਊਸ਼ਨ ਕੰਟਰੋਲ 'ਤੇ ਖਰਚਿਆ ਜਾਵੇ? ਉਹ ਸਾਰਾ ਪੈਸਾ ਜੇ ਆਪਣੀਆਂ ਸਰਕਾਰ ਲੈ ਲਵੇ ਜਾਂ ਸਰਕਾਰ ਦਾ ਕੋਈ ਸਿਸਟਮ ਇਸ ਤਰ੍ਹਾਂ ਦਾ ਬਣਾ ਦੇਵੇ ਕਿ ਤੁਸੀਂ ਪੋਲਿਊਸ਼ਨ ਕਰਦੇ ਹੋ, ਆਹ ਪੈਸਾ ਮੇਰਾ ਖਿਆਲ ਹੈ ਪੰਜਾਬ ਦੇ ਵਿੱਚ ਹੀ 500-700 ਕਰੋੜ ਰੁਪਏ ਕਾਰਪੋਰੇਟ ਆਪਣੀ ਬ੍ਰਾਂਡਿੰਗ ਕਰਨ ਲਈ ਖਰਚ ਕਰਨ ਦਾ। ਕਾਰਪੋਰੇਟ ਕੀ ਕਰਦਾ, ਆਪਦਾ ਇੱਕ ਟੂਰਨਾਮੈਂਟ ਕਰ ਲੈਂਦੇ ਨੇ, ਕੋਈ ਉਹਦੀ ਬ੍ਰਾਂਡਿੰਗ ਕਰ ਲੈਂਦੇ ਨੇ, ਕੋਈ ਨਾ ਕੋਈ ਤਰੀਕੇ ਲੱਭ ਲੇ,
ਜਾਂ ਪੋਲੀਟੀਕਲ ਪਾਰਟੀਆਂ ਨੂੰ ਖੁਸ਼ ਕਰਨ ਦਾ ਤਰੀਕਾ ਲੱਭ ਲਿਆ ਕਿ ਕਿੱਥੇ Bond ਕੀ ਦੇ ਦਿੰਦੇ ਕਰਨਾ ਨੇ, ਹਾਂ। ਹੈ, ਕੋਈ ਅਲੱਗ-ਅਲੱਗ ਚੀਜ਼ ਬੌਂਡ ਦੇ ਵਿੱਚ ਨਹੀਂ ਕਵਰ ਹੁੰਦਾ ਹੈ। ਸੋ ਇਸ ਤਰੀਕੇ ਨਾਲ ਉਸ ਪੈਸੇ ਨੂੰ ਹੀ ਜੇ ਆਪਾਂ ਲਾ ਲਈਏ ਜਾਂ ਜਿਹੜੀ ਸਾਡੀ ਕੰਸੋਲੀਡੇਟਡ ਫੰਡ ਹੈ, ਜੋ ਸਰਕਾਰ ਦਾ ਪੈਸਾ ਹੈ, ਉਸ ਪੈਸੇ ਨੂੰ ਜੇ ਅਸੀਂ ਇਹ ਪ੍ਰਾਇੋਰਟੀ ਬਣਾ ਲਈਏ ਕਿ ਇਸ ਸਾਲ ਦੇ ਵਿੱਚ ਜਾਂ ਇਹਨਾਂ 2 ਸਾਲਾਂ 'ਚ ਅਸੀਂ ਬਿਲਕੁਲ ਪੋਲਿਊਸ਼ਨ ਖਤਮ ਕਰਾਂਗੇ, ਇਹਨਾਂ 2 ਸਾਲਾਂ 'ਚ ਅਸੀਂ ਦਰਿਆ ਆਪਣੇ ਠੀਕ ਕਰਾਂਗੇ, ਇਹਨਾਂ 2 ਸਾਲਾਂ 'ਚ ਅਸੀਂ ਆਪਣੀ ਜੋ ਐਜੂਕੇਸ਼ਨ ਦਾ ਸਟੈਂਡਰਡ ਹੈ, ਜੋ ਐਜੂਕੇਸ਼ਨ ਦਾ ਬੁਰਾ ਹਾਲ ਸਾਡੇ ਪੰਜਾਬ ਦੇ ਵਿੱਚ ਸਕੂਲ ਐਜੂਕੇਸ਼ਨ ਤੇ ਹਾਇਰ ਐਜੂਕੇਸ਼ਨ, ਟੈਕਨੀਕਲ ਐਜੂਕੇਸ਼ਨ ਦੀ ਕੁਆਲਿਟੀ ਨਾਲ ਕੰਪਰੋਮਾਈਜ਼ ਕਰਕੇ ਹੋਇਆ ਹੈ, ਉਹਦੇ ਵਾਸਤੇ ਵੀ ਸਾਨੂੰ ਲੌਂਗ ਟਰਮ ਪਲੈਨਿੰਗ ਕਰਨੀ ਪਏਗੀ। ਉਹ ਜਿਸ ਤਰ੍ਹਾਂ ਕਹਿੰਦੇ ਨੇ ਨਾ ਕਿ ਸਾਊਥ ਅਫਰੀਕਾ ਦੀ ਯੂਨੀਵਰਸਿਟੀ ਦੇ ਸਾਹਮਣੇ ਲਿਖਿਆ ਹੋਇਆ ਕਿ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਤਾਂ ਤੁਹਾਨੂੰ ਬੰਬ ਬੰਦੂਕਾਂ ਦੀ ਲੋੜ ਨਹੀਂ, ਉਹਦੀ ਕੁਆਲਿਟੀ ਆਫ ਐਜੂਕੇਸ਼ਨ ਨੂੰ ਘਟਾ ਦਿਓ। ਐਂਡ ਪੰਜਾਬ ਦੇ ਵਿੱਚ ਐਗਜ਼ੈਕਟਲੀ ਉਹੀ ਕੁਛ ਹੋਇਆ ਕਿ ਸਾਡੇ ਜਿਹੜੇ ਇੰਜੀਨੀਅਰ ਬਣ ਕੇ ਜਾ ਰਹੇ ਨੇ ਸਾਡੇ ਸਕੂਲਾਂ 'ਚੋਂ, ਸਾਡੇ ਉੱਥੋਂ ਬੱਚੇ ਜਾ ਰਹੇ ਨੇ, ਉਹ ਉਹਨਾਂ ਦਾ ਲੈਵਲ ਕੀ ਹੈ, ਆਉਂਦਾ ਜਾਂਦਾ ਕੁਝ ਉਹ ਬਾਹਰਲੇ ਮੁਲਕਾਂ ਜਾ ਕੇ ਬਣ ਕੀ ਰਹੇ ਨੇ। ਸੋ ਉਹ ਜੇ ਅਸੀਂ ਇਸੇ ਕੁਆਲਿਟੀ ਆਫ ਐਜੂਕੇਸ਼ਨ ਸਾਡੀ ਬਹੁਤ ਵਧੀਆ ਹੁੰਦੀ, ਸਾਡਾ ਆਈਟੀ ਬਹੁਤ ਵਧੀਆ ਹੁੰਦਾ, ਸਾਡੀ ਯੂਨੀਵਰਸਿਟੀਆਂ ਇਹ ਸਟੈਂਡ ਲੈ ਲੈਂਦੀਆਂ ਕਿ ਅਸੀਂ ਕੁਆਲਿਟੀ ਆਫ ਦੇ ਨਾਲ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕਰਨਾ। ਪ੍ਰਾਈਵੇਟਾਈਜੇਸ਼ਨ ਨੇ ਕੀਤਾ ਆਈਟੀ ਇੰਡਸਟਰੀ ਜਿਹੜੀ ਹੈ ਉਹ ਪੰਜਾਬ 'ਚ ਹੁੰਦੀ। ਜਦੋਂ ਤੱਕ ਪੀਏਯੂ ਰਹੀ, ਪੰਜਾਬ ਯੂਨੀਵਰਸਿਟੀ ਰਹੀ, ਪੰਜਾਬੀ ਰਹੀ, ਉਦੋਂ ਤੱਕ ਤਾਂ ਕੁਆਲਿਟੇਟਿਵ ਆਉਂਦਾ ਰਿਹਾ। ਨਹੀਂ, ਮੈਂ ਜਦੋਂ ਪ੍ਰਾਈਵੇਟ ਯੂਨੀਵਰਸਿਟੀਆਂ ਆਈਆਂ ਜ਼ਿਆਦਾ, ਪ੍ਰਾਈਵੇਟ ਯੂਨੀਵਰਸਿਟੀਆਂ ਵੀ ਆ ਗਈਆਂ। ਪ੍ਰਾਈਵੇਟ ਯੂਨੀਵਰਸਿਟੀਆਂ ਤੋਂ ਇਲਾਵਾ ਜਿਹੜੀਆਂ ਸਰਕਾਰੀ ਯੂਨੀਵਰਸਿਟੀਆਂ ਸੀ, ਪੀਟੀਯੂ ਲਾ ਲਓ, ਪੀਟੀਯੂ ਦੇ ਨਾਲ 200 ਕਾਲਜ ਲੱਗਿਆ ਹੋਇਆ ਜਾਂ 250 ਕਾਲਜ ਲੱਗਿਆ ਹੋਇਆ। ਜੇ ਪੀਟੀਯੂ ਇਹ ਸਟੈਂਡ ਲੈਂਦੀ ਕਿ ਜੀ ਅਸੀਂ ਕੁਆਲਿਟੀ ਆਫ ਐਜੂਕੇਸ਼ਨ ਦੇ ਉੱਤੇ ਕੋਈ ਕੰਪਰੋਮਾਈਜ਼ ਨਹੀਂ, ਜਿਹੜਾ ਬੱਚਾ 50% ਤੋਂ ਘੱਟ ਨੰਬਰ ਨੇ ਫੇਲ ਹੈ, ਉਹਨਾਂ ਨੇ ਉਹਦਾ ਤਾਂ ਉਸ ਤਰ੍ਹਾਂ ਦੀ ਗੱਲ ਹੀ ਨਹੀਂ ਪੀਟੀਯੂ ਦੀ ਤਾਂ ਦੁਕਾਨਾਂ ਹੀ ਖੁੱਲ ਗਈਆਂ ਸੀ, ਉਸ ਤਰ੍ਹਾਂ ਦੀ ਦੁਕਾਨਾਂ ਵੀ ਹੋ ਗਈਆਂ ਸੀ, ਉਸ ਤਰ੍ਹਾਂ ਦੀ ਗੱਲ ਹੀ ਨਹੀਂ ਰਹੀ ਸੇ। ਐਜ਼ ਅ ਰਿਜ਼ਲਟ ਵਿੱਚ ਅੱਜ ਪੀਟੀਯੂ ਦਾ ਸਰਟੀਫਿਕੇਟ ਲੈ ਕੇ ਬੱਚੇ ਕਈ ਵਾਰੀ ਉਹਨਾਂ ਨੂੰ ਉਸ ਤਰ੍ਹਾਂ ਦਾ ਲੈਵਲ ਨਹੀਂ ਮਿਲਦਾ ਹੈਗਾ। ਸੋ ਫਿਰ ਪ੍ਰਾਈਵੇਟ ਯੂਨੀਵਰਸਿਟੀਆਂ ਆ ਗਈਆਂ। ਸੋ ਪ੍ਰਾਈਵੇਟ ਜਦੋਂ ਯੂਨੀਵਰਸਿਟੀਆਂ ਆਈਆਂ ਤਾਂ ਰੌਲਾ ਗੋਲਾ ਬਹੁਤ ਪਿਆ। ਮੈਂ ਵੀ ਬੜਾ ਰੌਲਾ ਪਾਇਆ ਇਸ ਗੱਲ ਦੇ ਉੱਤੇ ਆਣ ਕੇ ਕਿ ਵੀ ਇਹ ਕਰ ਕੀ ਰਹੇ ਹੋ, ਕੋਈ ਨਾ ਕੋਈ ਰੈਗੂਲੇਸ਼ਨ ਹੀ ਨਹੀਂ ਸੀ। ਇੱਕ ਰੈਗੂਲੇਟ ਕਰ ਸਕਦੇ ਹੋ, ਰੈਗੂਲੇਸ਼ਨ ਬਣਾ ਵਿਧਾਨ ਸਭਾ 'ਚ ਬੜਾ ਰੌਲਾ ਪਿਆ ਰੈਗੂਲੇਟ ਕਰੋ ਇਹਨਾਂ ਨੂੰ। ਨਹੀਂ, ਮੈਂ ਉਹ ਜਿਹੜਾ ਕਾਨੂੰਨ ਬਣਾ ਕੇ ਸਰਕਾਰ ਨੂੰ ਸਬਮਿਟ ਕੀਤਾ ਕਿ ਇਹਨਾਂ ਨੂੰ ਹਾਇਰ ਐਜੂਕੇਸ਼ਨ ਰੈਗੂਲੇਸ਼ਨ ਐਕਟ ਬਣਾ ਕੇ ਉਹਦਾ ਡਰਾਫਟ ਬਣਾ ਕੇ ਦਿੱਤਾ, ਐਲਆਰ ਤੋਂ ਅਪਰੂਵ ਕਰਾ ਕੇ ਦਿੱਤਾ ਕਿ ਇਹ ਬਣਾਓ ਤਾਂ ਕਿ ਕੋਈ ਨਾ ਕੋਈ ਕਮਿਸ਼ਨ ਬਣਿਆ ਹੋਵੇ, ਉਹ ਪੁੱਛੇ ਤਾਂ ਸਹੀ ਕਿ ਜਿਹੜਾ ਟੀਚਰ ਲੱਗਿਆ ਉਹਨੂੰ ਤਨਖਾਹ ਕਿੰਨੀ ਮਿਲ ਰਹੀ ਹੈ, ਕਿੰਨੇ ਟੀਚਰ ਲੱਗੇ ਹੋਏ ਨੇ, ਟੀਚਰ ਦੀ ਆਪਣਾ ਕੁਆਲੀਫਿਕੇਸ਼ਨ ਕੀ ਹੈ, ਉਸ ਤੋਂ ਬਾਅਦ ਇੱਕ ਕਲਾਸ ਦੇ ਵਿੱਚ ਬੱਚੇ ਕਿੰਨੇ ਨੇ। ਹੁਣ ਇਹ ਹੈ ਵੀ ਇੱਕ ਕਲਾਸ ਥੋੜੀ ਲੱਗੀ ਹੋਈ ਹੈ, ਜੇ 50 ਬੱਚੇ ਨੇ ਐਡਮਿਸ਼ਨ ਲੈ ਲਈ 50 ਆ ਜਾਓ, 100 ਨੇ ਲੈ ਲਈ 100 ਆ ਜਾਓ, 75 ਨੇ ਲੈ ਲਈ 75 ਆ ਜਾਓ। ਪਰ ਹੋਇਆ ਕੁਝ ਨਹੀਂ, ਹੋਇਆ ਉਹ ਤਾਂ ਨਹੀਂ ਹੋਇਆ। ਨਹੀਂ, ਤੁਹਾਡੇ ਵਾਲੀ ਫਾਈਲ ਦਿਖਾ ਕੇ ਪੈਸੇ ਇਕੱਠੇ ਕਰ ਲਏ ਹੋਣਗੇ। ਵੈਸਟਰਨ ਇੰਟਰਸਟ ਕੋਈ ਨਹੀਂ ਪਤਾ ਮੈਨੂੰ, ਵੈਸਟਰਨ ਇੰਟਰਸਟ ਜਿਹੜੇ ਨੇ। ਸੋ ਸਰਕਾਰਾਂ ਨੂੰ ਲੌਂਗ ਟਰਮ ਪਾਲਿਸੀ, ਚਾਹੇ ਉਹ ਪੋਲਿਊਸ਼ਨ ਦੀ ਹੋਵੇ, ਚਾਹੇ ਉਹ ਫਲੱਡ ਦੀ ਹੋਵੇ, ਚਾਹੇ ਧਰਤੀ ਹੇਠਲੇ ਪਾਣੀ ਦੀ ਹੋਵੇ, ਚਾਹੇ ਐਗਰੀਕਲਚਰ ਦੀ ਹੋਵੇ, ਕਿਸੇ ਵੀ ਸ਼ੋਬੇ ਦੀ ਹੋਵੇ। ਅੱਛਾ, ਇਹ ਜਿਹੜੇ ਦਿਨੇ ਦਰਿਆ ਨੇਗੇ, ਜਿੰਨੇ ਜਿਵੇਂ ਮੰਨ ਲਓ ਚਾਹੇ ਸਤਲੁਜ ਆਗਾ ਜਾਂ ਬਿਆਸ ਆ ਜਾਂ ਘੱਗਰ ਆ, ਹੈ ਨਾ, ਰਾਵੀ ਆ, ਸਭ ਤੋਂ ਪਹਿਲਾਂ ਮੈਂ ਸਤਲੁਜ ਬਾਰੇ ਪੁੱਛਣਾ ਚਾਹੁੰਦਾ ਤੁਹਾਨੂੰ। ਸਤਲੁਜ ਕਿਹੜਾ ਪਾਣੀ ਆ ਕੇ ਪੈ ਜਾਂਦਾ, ਜਿਹੜਾ ਇੱਕ ਤਾਂ ਤੁਸੀਂ ਕਹਿੰਦਾ ਪੰਜਾਬ 'ਚ ਪਾਣੀ ਆ ਗਿਆ, ਇੱਕ ਕੋਈ ਚਲੋ ਪਹਾੜਾਂ ਤੋਂ ਵੈਸੇ ਰੁੜ ਕੇ ਪਾਣੀ ਆ ਗਿਆ, ਉਹਦੇ 'ਚ ਕਿਹੜੀਆਂ ਜਿਹੜੀਆਂ ਛੋਟੀਆਂ ਬਰਸਾਤੀ ਨਦੀਆਂ ਪੈਂਦੀਆਂ ਨੇ? ਮੈਂ ਸਾਰਿਆਂ ਬਾਰੇ ਪੁੱਛਣਾ ਚਾਹੁੰਦਾ ਤੁਹਾਨੂੰ। ਦੇਖੋ ਸਤਲੁਜ ਕਿੱਥੋਂ ਪਾਣੀ ਪੈਂਦਾ ਹੈਗਾ, ਜਿਵੇਂ ਘੱਗਰ 'ਚ ਕਿੱਥੋਂ ਪੈਂਦਾ, ਸਤਲੁਜ 'ਚ ਕਿੱਥੋਂ ਪੈਂਦਾ, ਬਿਆਸ 'ਚ ਕਿੱਥੋਂ ਪੈਂਦਾ, ਰਾਵੀ 'ਚ ਕਿੱਥੋਂ ਪੈਂਦਾ, ਆਲੇ ਦੁਆਲੇ ਵਾਲਾ ਪਾਣੀ ਜਿਹੜਾ ਇੰਨਾ ਫਿਰ ਹੜ੍ਹਾਂ ਦੇ ਰੂਪ 'ਚ ਇੱਕਦਮ, ਜੇ ਆਪਾਂ ਫਲੱਡ ਦੇ ਉਹ ਛੱਡ ਦਈਏ ਕਿ ਡੈਮ ਦਾ ਪਾਣੀ ਨਹੀਂ ਛੱਡਿਆ ਗਿਆ ਉਹ ਤੋਂ ਬਿਨਾਂ। ਦੇਖੋ ਸਤਲੁਜ ਦਰਿਆ ਜਿਹੜਾ ਹੈ ਨਾ ਜੀ, ਇਹਦਾ ਜਿਹੜਾ ਇਹਦਾ ਆਪਾਂ ਕਹਿ ਲਈਏ ਹੜ੍ਹਾਂ ਵਾਲਾ ਏਰੀਆ ਕਹਿ ਲਈਏ ਜਾਂ ਤਾਂ ਬੇਸਨ ਕਹਿ ਲਈਏ, ਬੇਸਨ ਹੁੰਦਾ ਜਿੱਥੋਂ ਪਾਣੀ ਆਣ ਕੇ ਦਰਿਆ ਵਿੱਚ ਐਡ ਹੁੰਦਾ। ਇਹ ਮਾਨਸਰੋਵਰ ਝੀਲ ਤੋਂ ਚੱਲਦਾ ਹੈਗਾ, ਜਿਹੜਾ ਇੰਡੀਆ ਚਾਈਨਾ ਦੇ ਬਾਰਡਰ ਦੇ ਉੱਤੇ ਹੈ, ਉੱਥੋਂ ਚੱਲਦਾ ਤੇ ਸਾਰੇ ਜਿਹੜਾ ਸਾਡਾ ਹੈਗਾ ਹਿਮਾਲਿਆ ਪਰਬਤ ਦੇ ਵਿੱਚ ਬਹੁਤ ਵੱਡੇ ਲੈਵਲ 'ਤੇ ਸਭ ਤੋਂ ਵੱਡਾ ਦਰਿਆ ਇੰਡੀਆ ਦੇ ਵਿੱਚ ਇਹੀ ਹੈ। ਇਹਦੇ ਵਿੱਚ ਸਾਰੀਆਂ ਛੋਟੀਆਂ ਨਦੀਆਂ ਗਿਰਦੀਆਂ ਨੇ। ਤੋਂ ਪੰਜਾਬ 'ਚ ਆਣ ਕੇ ਫਿਰ ਉਹ ਸਰਸਾ ਨਦੀ ਤੇ ਚਰਨ ਗੰਗਾ ਤੇ ਫਿਰ ਆਣ ਕੇ ਸਾਡੀ ਇੱਥੋਂ ਬੁੱਧਕੀ ਨਦੀ, ਸੀਸਮਾ ਨਦੀ, ਇਹ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ। ਫਿਰ ਆਪਣਾ ਬੁੱਢਾ ਦਰਿਆ ਜਿਹੜਾ ਹੈ ਉਹਦੇ ਵਿੱਚੋਂ ਸਾਰਾ ਪਾਣੀ ਉਹਦੇ ਵਿੱਚ ਜਾਣਾ ਸ਼ੁਰੂ ਹੋ ਜਾਂਦਾ। ਫਿਰ ਜਿੰਨੀਆਂ ਸਾਡੀਆਂ ਡਰੇਨਾਂ ਨੇ, ਜਿੰਨੀਆਂ ਵੀ ਡਰੇਨਾਂ ਪੰਜਾਬ 'ਚ ਪੱਟੀਆਂ ਗਈਆਂ, ਇਹ ਅਲਟੀਮੇਟਲੀ ਕਿਸੇ ਨਾ ਕਿਸੇ ਦਰਿਆ ਜਾ ਕੇ ਡਿੱਗਦੀਆਂ ਨੇ। ਜਿਵੇਂ ਜੇ ਚੰਡੀਗੜ੍ਹ ਦੇ ਵਿੱਚੋਂ ਜਿੰਨਾ ਪਾਣੀ ਇੱਥੇ ਆਉਂਦਾ ਹੈ ਜਾਂ ਚੰਡੀਗੜ੍ਹ ਦੇ ਨੇੜੇ ਤੇੜੇ ਆਉਂਦਾ, ਉਹ ਸਾਰਾ ਘੱਗਰ ਜਾਂਦਾ। ਸੁਖਨਾ ਨਾਲੇ ਦਾ ਹੋ ਗਿਆ, ਪਟਿਆਲਾ ਕੀ ਰੋ ਹੋ ਗਿਆ, ਅੱਗੇ ਜੈਂਤੀ ਦੇਵੀ ਕੀ ਰੋ ਹੋ ਗਿਆ, ਇਹ ਰੋ ਨੇ ਸਾਰੀਆਂ ਹੌਲੀ ਹੌਲੀ ਜਾ ਕੇ ਇਹ ਘੱਗਰ ਦੇ ਵਿੱਚ ਜਾ ਕੇ ਪੈਂਦੀਆਂ ਨੇ। ਸੋ ਇਸੇ ਤਰੀਕੇ ਨਾਲ ਅੱਗੇ ਸਰਹੰਦ 'ਚੋਂ ਹੋ ਗਿਆ, ਅੱਗੇ ਬੜੀ ਨਦੀ ਪਟਿਆਲਾ ਦੀ ਹੋ ਗਈ, ਛੋਟੀ ਨਦੀ ਹੋ ਗਈ, ਇਹ ਸਾਰੀਆਂ ਜਿਹੜੀ ਸਾਡੀ ਲਸਾੜਾ ਡਰੇਨ ਹੈ, ਇਹ ਸਾਰੀਆਂ ਦੀਆਂ ਸਾਰੀਆਂ ਡਰੇਨ ਆਊਟ ਹੋ ਕੇ ਪਾਣੀ ਘੱਗਰ ਦੇ ਵਿੱਚ ਜਾ ਕੇ ਪੈਂਦਾ ਹੈ। ਸੋ ਘੱਗਰ ਦੇ ਵਿੱਚ ਸਾਡੀ ਬੜੀ ਵੱਡੀ ਸਮੱਸਿਆ ਘੱਗਰ ਦੀ ਇਹ ਹੈ ਕਿ 25 ਕਿਲੋਮੀਟਰ ਦਾ ਏਰੀਆ ਘੱਗਰ ਦਾ ਜਿਹੜਾ ਮਕਰੋੜ ਸਾਹਿਬ ਤੋਂ ਲਾ ਕੇ ਕਰੇਲ ਤੱਕ ਪਟਿਆਲਾ ਸੰਗਰੂਰ ਦੇ ਵਿੱਚ, ਉਹ ਹਰਿਆਣੇ ਨਾਲ ਝਗੜਾ ਪੈ ਗਿਆ ਉਹਦਾ। ਤੋਂ ਹਰਿਆਣਾ ਉਸ ਏਰੀਏ ਦੀ ਸਾਨੂੰ ਡੀਸਿਲਟਿੰਗ ਜਾਂ ਸਫਾਈ ਨਹੀਂ ਕਰਨ ਦਿੰਦਾ ਵੀ ਇਹਨੂੰ ਹੱਥ ਨਹੀਂ ਲਾਉਣਾ। ਉੱਥੇ ਜਾ ਕੇ ਘੱਗਰ ਦਾ ਪਾੜ ਹੈ ਜਿਹੜਾ ਉਹ ਬੜਾ ਛੋਟਾ ਰਹਿ ਗਿਆ, ਅਤੇ ਐਜ਼ ਅ ਰਿਜ਼ਲਟ ਉਹ ਖਨੌਰੀ ਦੇ ਏਰੀਏ 'ਚ ਤੁਸੀਂ ਦੇਖੋਗੇ ਹਰ ਸਾਲ ਹੜ੍ਹ ਆ ਜਾਂਦਾ।
ਉਹ ਲੋਕ ਲਗਾਤਾਰ ਡੁੱਬਦੇ ਨੇ। ਐਤਕੀ ਤਾਂ ਹੋਰ ਬਹੁਤ ਜ਼ਿਆਦਾ ਆ ਗਿਆ। ਐਤਕੀ ਤਾਂ ਇਹ ਜਿਹੜਾ ਘੱਗਰ ਸੀਗਾ ਇਹਨੂੰ ਅੱਗੇ ਸਰਸਾ ਤੋਂ ਅੱਗੇ ਜਾ ਕੇ ਇਹਨੂੰ ਨਾਲੀ ਕਹਿੰਦੇ ਨੇ, ਨਾਲੀ 'ਚੋਂ ਹੋ ਕੇ ਤੇ ਅੱਗੇ ਰਾਜਸਥਾਨ ਤੱਕ ਵੀ ਪਹੁੰਚ ਗਿਆ। ਸੋ ਇਹ ਜਿਹੜਾ ਹੈਗਾ ਇਹਦੀ ਵੀ ਉਸ ਤਰ੍ਹਾਂ ਹੀ ਡੀਸਿਲਟਿੰਗ ਹੋ ਕੇ ਇਹ ਇਸੇ ਤਰੀਕੇ ਨਾਲ ਇਹਦੇ ਜਿਹੜੇ ਬੰਦੇ ਨੇ, ਜਿਹੜੇ ਤੁਸੀਂ ਬੰਨ ਨੇ, ਉਹ ਬਣ ਕੇ ਹਰਿਆਣਾ ਨਾਲ। ਦੂਜਾ ਇਹਨਾਂ ਨੇ ਕੀ ਕੀਤਾ ਕਿ ਸਮਾਣੇ ਦੇ ਕੋਲ ਇੱਕ ਨਹਿਰ ਬਣਾਈ ਆਪਣੀ ਹਰਿਆਣੇ ਨੇ, ਉਹ ਘੱਗਰ ਦਰਿਆ ਦੇ ਉੱਪਰਲੇ ਪਾਸੇ ਬਣਾ ਲਈ। ਉਹਦਾ ਘੱਗਰ ਦਰਿਆ ਦੇ ਵਿੱਚ ਉਹਨਾਂ ਨੇ ਜਿਹੜੇ ਹੈਗੇ ਨੇ ਸਾਈਫਨ ਰੱਖ ਲਏ ਜਾਂ ਉਹ ਲੰਘਣ ਨੂੰ ਜਗ੍ਹਾ ਰੱਖ ਲਈ। ਤੇ ਆਮ ਤੌਰ ਤੇ ਜਿਹੜੇ ਇਹ ਦਰਿਆ ਹੁੰਦੇ ਨੇ, ਨਹਿਰਾਂ ਹੁੰਦੀਆਂ ਨੇ, ਇਹ ਦਰਿਆਵਾਂ ਦੇ ਥੱਲੇ 'ਤੇ ਜਾਂਦੀਆਂ ਨੇ। ਉਹਨਾਂ ਨੇ ਦਰਿਆ ਦੇ ਉੱਤੋਂ ਦੀ ਹਾਂਸੀ ਬਟਾਣਾ ਜਿਹਨੂੰ ਕਹਿੰਦੇ ਨੇ। ਹਾਲਾਂਕਿ ਹਾਂਸੀ ਬਟਾਣਾ ਦੀ ਕੰਪਲੀਸ਼ਨ ਵਾਸਤੇ ਪੰਜਾਬ ਨੇ ਬਹੁਤ ਰੌਲਾ ਪਾਇਆ। 2007-8 ਦੀ ਗੱਲ ਹੈ। ਅਸੀਂ ਸੁਪਰੀਮ ਕੋਰਟ ਵੀ ਗਏ, ਸੁਪਰੀਮ ਕੋਰਟ ਤੋਂ ਸਟੇ ਵੀ ਹੋ ਗਿਆ, ਅੱਗੇ ਨਹੀਂ ਬਣਦਾ। ਪਰ ਉਸ ਨੇ ਐਤਕੀ ਪਹਿਲੀ ਵਾਰੀ ਜਾ ਕੇ, ਜਦੋਂ 7-8 ਤੋਂ ਰੌਲਾ ਪਾ ਰਹੇ ਸੀ ਇੰਨਾ ਜ਼ਿਆਦਾ, ਤੇ ਐਤਕੀ ਪਹਿਲੀ ਵਾਰੀ ਜਾ ਕੇ ਉਹਦੇ ਨਾਲ ਡਾਫ ਲੱਗੀ। ਜਦੋਂ ਇੱਥੋਂ ਚੰਡੀਗੜ੍ਹ ਤੋਂ 3 ਲੱਖ 4 ਲੱਖ ਕਿਊਸੈਕ ਪਾਣੀ ਇੱਥੇ ਮੁਬਾਰਕਪੁਰ ਤੋਂ ਹੋ ਕੇ ਤੇ ਉੱਥੇ ਪਹੁੰਚਿਆ, ਤੇ ਉਹਦੇ ਵਿੱਚ ਅੱਗੇ ਜਾ ਕੇ ਫਿਰ ਟਾਂਗਰੀ ਨਦੀ ਆ ਜਾਂਦੀ ਹੈ ਹਰਿਆਣੇ ਦੀ, ਤੇ ਮਾਰਕੰਡਾ ਨਦੀ ਆ ਜਾਂਦੀ ਹੈ। ਉਹ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਨੇ, ਤੇ ਉੱਥੇ ਜਦੋਂ ਜਾ ਕੇ ਡਾਫ ਲੱਗੀ ਤਾਂ ਉਹਨੇ ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਕੀਤਾ। ਸੋ ਹੁਣ ਉਹਦੇ ਵਾਸਤੇ ਸਾਡੇ ਵਾਸਤੇ ਜ਼ਰੂਰੀ ਹੈ ਕਿ ਅਸੀਂ ਹੁਣ ਸੁਪਰੀਮ ਕੋਰਟ ਜਾਈਏ ਦੁਬਾਰਾ ਕਿ ਜੀ ਤੁਹਾਡੇ ਕੋਲ ਕੇਸ ਆਲਰੇਡੀ ਪਿਆ ਹੋਇਆ। ਇਹੀ ਕਾਰਨ ਸੀ ਸਾਡਾ ਕਿ ਜੀ ਘੱਗਰ ਦੇ ਵਿੱਚ ਜਦੋਂ ਹੜ੍ਹ ਆਉਣਗੇ ਨੁਕਸਾਨ ਹੋਏਗਾ। ਆਹ ਦੇਖੋ ਹੜ੍ਹ ਆ ਗਏ। ਸੋ ਇਸ ਕਰਕੇ ਇਹਨੂੰ ਜਿਹੜਾ ਹੈਗਾ ਡਿਸਮੈਂਟਲ ਕਰੋ, ਇਹਨੂੰ ਬੰਦ ਕਰੋ। ਇਹ ਠੀਕ ਨਹੀਂ ਹੈ। ਇਸੇ ਤਰ੍ਹਾਂ ਜਿਹੜਾ ਸਾਡਾ ਹਰਿਆਣੇ ਨਾਲ ਹੈ, ਉਹ ਭਾਰਤ ਸਰਕਾਰ ਦਾ ਜਿਹੜਾ ਇੱਕ ਘੱਗਰ ਕਮਿਸ਼ਨ ਬਣਿਆ ਹੋਇਆ, ਠੀਕ ਹੈ ਨਾ, ਘੱਗਰ ਐਕਸ਼ਨ ਕਮੇਟੀ ਬਣੀ ਹੋਈ ਹੈ। ਸੋ ਉਹ ਲਗਾਤਾਰ ਮੀਟਿੰਗਾਂ ਕਰਦੀ ਹੈ, ਪਰ ਆਹ ਸਾਡਾ 25 ਕਿਲੋਮੀਟਰ ਦਾ ਏਰੀਆ ਜਿਹੜਾ ਹੈਗਾ ਇਹਦਾ ਕੋਈ ਹੱਲ ਨਹੀਂ ਨਿਕਲਿਆ। ਸੋ ਹੁਣ ਇਹਨਾਂ ਛੋਟੀਆਂ ਗੱਲਾਂ ਤੋਂ ਉੱਤੇ ਉੱਠ ਕੇ ਇਹਨਾਂ ਚੀਜ਼ਾਂ ਦਾ ਹੱਲ ਕਰਨਾ ਪਏਗਾ, ਕਿਉਂਕਿ ਇਹ ਘੱਗਰ ਨੇ ਜਾ ਕੇ ਇਕੱਲਾ ਪੰਜਾਬ ਦਾ ਨੁਕਸਾਨ ਨਹੀਂ ਕੀਤਾ, ਇਹਨੇ ਹਰਿਆਣਾ ਦਾ ਵੀ ਬੜਾ ਵੱਡਾ। ਅੱਛਾ, ਜਿਹੜੀਆਂ ਬਹੁਤ ਸਾਰੀਆਂ ਇੰਟਰਨੈਸ਼ਨਲ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਤੇ ਕੰਮ ਕਰਦੀਆਂ, ਇੰਟਰਨੈਸ਼ਨਲ ਰਿਪੋਰਟਸ ਵੀ ਆਉਂਦੀਆਂ ਨੇਗੀਆਂ, ਉਹ ਕੀ ਕਹਿ ਰਹੀਆਂ ਇਹ ਸਾਰੇ এনवायरमेंट ਨੂੰ ਲੈ ਕੇ, ਖਾਸ ਤੌਰ ਤੇ ਗਲੋਬ ਨਹੀਂ ਰਹੇਗਾ ਦੁਨੀਆ ਦੀ ਤਬਾਹੀ ਦੇ ਬਾਰੇ? ਜਿਵੇਂ ਪੰਜਾਬ ਦੇ ਪਾਣੀ ਬਾਰੇ ਗੱਲ ਕਰਦੇ ਹਾਂ ਕਿ ਇੰਨੇ ਕੁ ਸਾਲ ਰਹਿ ਗਏ, ਉਹ ਕੀ ਕਹਿ ਰਹੀਆਂ ਨੇ? ਦੇਖੋ, ਉਹ ਤਾਂ IPCC ਜਿਹੜੀ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ, ਜਿਹੜੀ এনवायरमेंट ਦੇ ਉੱਤੇ ਹਰੇਕ ਸਾਲ ਮੀਟਿੰਗ ਹੁੰਦੀ ਹੈ, ਦੋਹਾ 'ਚ ਹੁੰਦੀ ਹੈ, ਕਿਤੇ ਹੋਈ ਹੈ। ਲਾਸਟ ਮੀਟਿੰਗ ਹੁਣ ਵੀ ਮੇਰਾ ਖਿਆਲ ਨਵੰਬਰ ਦਸੰਬਰ ਡਿਊ ਹੈ। ਉਹ ਹਰੇਕ ਸਾਲ ਇਹੀ ਕਹਿੰਦੇ ਨੇ ਕਿ ਧਰਤੀ ਦਾ ਟੈਂਪਰੇਚਰ ਜਿਹੜਾ 1.5 ਡਿਗਰੀ 1.5 ਡਿਗਰੀ ਤੋਂ ਆਪਾਂ ਥੱਲੇ ਕੰਟਰੋਲ ਕਰਨਾ, ਪਰ ਉਹ ਲੋਕਾਂ ਨੂੰ ਲੱਗ ਨਹੀਂ ਰਿਹਾ ਵੀ ਥੱਲੇ ਕੰਟਰੋਲ ਹੋਊਗਾ। ਤੇ ਉਹ ਸਾਰੀ ਦੁਨੀਆ ਇਸ ਗੱਲ ਦੇ ਉੱਤੇ ਸਹਿਮਤ ਹੈ, ਸਾਰੀ ਦੁਨੀਆ ਇਸ ਗੱਲ ਦੇ ਉੱਤੇ ਫਿਕਰਮੰਦ ਹੈ ਕਿ ਬਈ ਜਿਹੜਾ ਇਹ ਗਲੋਬਲ ਵਾਰਮਿੰਗ ਹੋ ਰਹੀ ਹੈ, ਇਹਦਾ ਬਹੁਤ ਨੁਕਸਾਨ ਹੈ। ਤੇ ਮੈਂ ਇਹ ਸਮਝਦਾ ਕਿ ਹਿੰਦੁਸਤਾਨ ਦੇ ਵਿੱਚ ਜੇ ਸਭ ਤੋਂ ਵੱਧ ਗਲੋਬਲ ਵਾਰਮਿੰਗ ਦਾ ਨੁਕਸਾਨ ਹੋਇਆ ਤਾਂ ਪੰਜਾਬ ਨੂੰ ਹੋਣਾ, ਕਿਉਂਕਿ ਪੰਜਾਬ ਪਾਣੀਆਂ ਦੇ ਉੱਤੇ ਮੁਨਸਰ ਹੈ, ਜਾਂ ਧਰਤੀ ਹੇਠਲਾ ਪਾਣੀ ਜਾਂ ਧਰਤੀ ਤੋਂ ਉੱਪਰਲਾ ਪਾਣੀ। ਸੋ ਗਲੋਬਲ ਵਾਰਮਿੰਗ ਨਾਲ ਸਾਰੇ ਦੇ ਸਾਰੇ ਜਿਹੜੇ ਜਿੱਥੋਂ ਸਾਡੇ ਦਰਿਆ ਚੱਲਦੇ ਨੇ, ਜਿਹੜੇ ਉਹਦੇ ਉਹ ਸੋਰਸ ਨੇ, ਜਿਹੜੇ ਸੋਰਸ ਨੇ ਉੱਥੇ ਉਹ ਪਿਘਲ ਜਾਣਗੇ। ਜਦੋਂ ਸੋਰਸ ਪਿਘਲਦੇ ਨੇ ਤਾਂ ਕਿੰਨਾ ਕੁ ਪਾਣੀ ਦਰਿਆਵਾਂ 'ਚ ਆਉਣਾ ਤੇ ਉਹਨਾਂ ਕਿੰਨਾ ਕੁ ਨੁਕਸਾਨ ਕਰਨਾ, ਉਹ ਚੀਜ਼ ਹੋ ਗਈ। ਦੂਜਾ, ਜਦੋਂ ਵੀ ਦਰਿਆ ਇਹ ਗਲੋਬਲ ਵਾਰਮਿੰਗ ਕਰਕੇ ਸਾਡੇ ਬੱਦਲ ਫਟਦੇ ਨੇ, ਅੱਜ ਕੱਲ੍ਹ ਤਾਂ ਪਹਿਲਾਂ ਤਾਂ ਕਦੇ ਕੋਈ ਸੁਣਦਾ ਨਹੀਂ ਸੀ ਹੁੰਦਾ ਕਿ ਬੱਦਲ ਫਟਿਆ, ਹੁਣ ਤਾਂ ਇਸ ਸੀਜ਼ਨ 'ਚ ਮੇਰਾ ਖਿਆਲ 10-20 ਜਗ੍ਹਾ 'ਤੇ ਬੱਦਲ ਫਟ ਗਏ, ਛੋਟੀ ਜਗ੍ਹਾ 'ਤੇ। ਮੰਡੀ 'ਚ ਖਾਸ ਤੌਰ 'ਤੇ ਮੰਡੀ 'ਚ ਬਹੁਤ ਨੁਕਸਾਨ, ਮੰਡੀ 'ਚ ਨੁਕਸਾਨ, ਮੰਡੀ ਵਾਲਾ ਸਾਰਾ ਮੰਡੀ, ਕੁੱਲੂ, ਮਨਾਲੀ, ਉਹ ਸਾਰੇ ਦਾ ਸਾਰਾ ਸਾਡਾ ਇੱਥੇ ਬਿਆਸ ਦਰਿਆ 'ਚ ਆਉਂਦਾ ਹੈ। ਸੋ ਬਿਆਸ ਦਰਿਆ 1670 ਤੇ ਪਹੁੰਚਿਆ ਹੋਇਆ। ਸੋ ਜੇ ਸਾਨੂੰ ਹੁਣ ਜਿਹੜੇ ਐਕਸਪਰਟਸ ਨੇ ਉਹ ਇਹ ਕਹਿ ਰਹੇ ਨੇ ਕਿ ਜਿਹੜਾ ਹੁਣ ਸਪੈਲ ਆਇਆ ਹੈਗਾ, ਜੁਲਾਈ 'ਚ ਆਇਆ, ਤੇ ਇਹ ਨਾ ਸਮਝੋ ਵੀ ਖਤਮ ਹੋ ਗਿਆ। ਇਸ ਤਰ੍ਹਾਂ ਦੇ ਸਪੈਲ 2 ਹੋਰ ਆਉਣ ਦੀ ਸੰਭਾਵਨਾ ਹੈ, ਤੇ ਜੇ 2 ਹੋਰ ਸਪੈਲ ਇਸ ਤਰ੍ਹਾਂ ਦੇ ਆਉਂਦੇ ਨੇ ਤੇ ਡੈਮ ਸਾਡੇ ਹੁਣ ਭਰਨ ਵਾਲੇ ਨੇ। ਮੇਰਾ ਖਿਆਲ ਭਾਖੜਾ 1655, 56 ਤੇ 60 ਦੇ ਨੇੜੇ ਪਹੁੰਚ ਗਿਆ, ਤੇ 80 ਤੱਕ ਪਹੁੰਚਣਾ। ਇਹ ਜਦੋਂ ਪਾਣੀ ਬਹੁਤ ਜ਼ਿਆਦਾ ਆ ਜਾਏ ਤਾਂ ਇੱਕ ਦਿਨ ਦੇ ਵਿੱਚ 5-5 ਫੁੱਟ ਪਾਣੀ ਆ ਜਾਂਦਾ, 5-5 ਫੁੱਟ 'ਚ ਪਹੁੰਚ ਜਾਂਦਾ। ਸੋ ਉਸ ਵਾਸਤੇ ਸਟੇਟ ਲੈਵਲ ਦੇ ਉੱਤੇ ਸਾਨੂੰ ਕੋਈ ਨਾ ਕੋਈ ਇੱਕ ਆਰਗੇਨਾਈਜੇਸ਼ਨ ਬਣਨੀ ਚਾਹੀਦੀ ਹੈ। ਹੜ੍ਹਾਂ ਦਾ ਖਤਰਾ ਅਜੇ ਟਲਿਆ ਨਹੀਂ ਹੈ। ਸਾਨੂੰ ਇਸ ਤਰ੍ਹਾਂ ਦੀ ਸਟੇਟ ਲੈਵਲ ਦੇ ਉੱਤੇ ਵੀ ਗਲੋਬਲ ਵਾਰਮਿੰਗ ਦੇ ਉੱਤੇ ਜਾਂ ਜਿਹੜੀ ਵਾਤਾਵਰਣ ਦੀ ਤਬਦੀਲੀ ਆ ਰਹੀ ਹੈ ਉਹਦੇ 'ਤੇ ਕੋਈ ਬਾਡੀ ਬਣਨੀ ਚਾਹੀਦੀ ਹੈ, ਇੰਸਟੀਟਿਊਸ਼ਨ ਬਣਨੀ ਚਾਹੀਦੀ। ਉਹੀ ਤਾਂ ਗੱਲ ਹੈ ਨਾ ਕਿ ਅਸੀਂ ਇੰਸਟੀਟਿਊਸ਼ਨ ਜਿਹੜੀਆਂ ਨੇ, ਸੰਸਥਾਵਾਂ ਜਿਹੜੀਆਂ ਨੇ, ਉਹ ਨਹੀਂ ਬਿਲਡ ਕਰ ਸਕੇ। ਕਿਉਂਕਿ ਮੈਨੂੰ ਇਹ ਲੱਗਦਾ ਕਿ ਪੰਜਾਬ ਦਾ ਜਿਹੜਾ ਖਿੱਤਾ ਹੈਗਾ, ਪੰਜਾਬ ਹਰਿਆਣਾ, ਇਹ ਜਿਹੜਾ ਖਿੱਤਾ ਹੈ, ਇਹ ਬੇਸਿਕਲੀ ਫਿਊਡਲਿਸਟਿਕ ਹੈ। ਫਿਊਡਲਿਸਟਿਕ ਉਹ ਹੁੰਦਾ ਕਿ ਵੀ ਉਹ ਸੰਸਥਾਵਾਂ ਨੂੰ ਜਾਂ ਹੋਰ ਨੂੰ ਨਹੀਂ ਇੰਪੋਰਟੈਂਟ ਦਿੰਦਾ, ਬੰਦਿਆਂ ਨੂੰ ਇੰਪੋਰਟੈਂਸ ਦਿੰਦਾ। ਸੋ ਇਹ ਜਗੀਰਦਾਰ ਕਹਿੰਦਾ ਵੀ ਮੈਂ ਇੰਪੋਰਟੈਂਟ ਆ, ਹੋਰ ਕੋਈ ਸਕੂਲ, ਕੋਈ ਹਸਪਤਾਲ, ਕੋਈ ਇਸ ਮੇਰੇ ਏਰੀਆ 'ਚ ਕੋਈ ਚੀਜ਼ ਨਹੀਂ, ਨਾ ਥਾਣਾ ਨਾ ਕੋਈ ਹੋਰ। ਜਿਹੜਾ ਜਗੀਰਦਾਰ ਇੰਪੋਰਟੈਂਸ ਘਟ ਜੀ, ਆਰਗੇਨਾਈਜੇਸ਼ਨ ਜਦੋਂ ਆਉਂਦੀਆਂ ਨੇ ਤਾਂ ਉਹਨਾਂ ਦੀ ਆਪਣੀ ਇੰਪੋਰਟੈਂਸ ਘਟ ਜਾਂਦੀ ਹੈ। ਸੋ ਉਹ ਜਗੀਰੂ ਥਾਟ ਜਿਹੜੀ ਹੈ ਨਾ ਨਾਰਥ ਇੰਡੀਆ ਦੇ ਵਿੱਚ, ਫਿਊਡਲ ਥਾਟ ਹੈ, ਹਾਂ ਫਿਊਡਲ ਥਾਟ ਹੈ, ਇਹਨੂੰ ਖਤਮ ਕਰਕੇ ਇੰਸਟੀਟਿਊਸ਼ਨਾਂ ਬਣਨੀਆਂ ਚਾਹੀਦੀਆਂ ਨੇ। ਸੋ ਯੂਰਪ ਤੇ ਤੁਸੀਂ ਉਹਨਾਂ ਮੁਲਕਾਂ ਦੀ ਗੱਲ ਕਰਦੇ ਹੋ ਵੀ ਉਹ ਕਿਵੇਂ ਕਰਦੇ ਨੇ, ਕਿਉਂਕਿ ਉੱਥੇ ਇੰਸਟੀਟਿਊਸ਼ਨਾਂ ਐਡੀਆਂ ਸਟਰੋਂਗ ਨੇ, ਉਹਨਾਂ ਕੋਲ ਫੰਡਿੰਗ
ਉਹਨਾਂ ਕੋਲ ਫੰਕਸ਼ਨ ਦਾ ਮੈਕੈਨਿਜ਼ਮ ਆ, ਉਹਨੇ ਆਪੇ ਕੰਮ ਕਰੀ ਜਾਣਾ, ਉਹਨਾਂ ਆਪਣੇ ਆਪ ਕੰਮ ਕਰੀ ਜਾਣਾ। ਸਰਕਾਰ ਜਿਹੜੀ ਮਰਜ਼ੀ ਆ ਜੇ ਨਾ ਬੰਦਾ ਆ ਜੇ, ਹੋਵੇ ਨਾ ਹੋਵੇ ਨਾ ਹੋਵੇ, ਉਹਨਾਂ ਨੇ ਜਿਹੜੀਆਂ ਸਰਕਾਰਾਂ ਮੌਕੇ ਤੇ ਹੁੰਦੀਆਂ ਨੇ ਉਹਨਾਂ ਤੋਂ ਸਿਰਫ ਸਰਕਾਰਾਂ ਨੇ ਇਹ ਦੇਖਣਾ ਹੁੰਦਾ ਕਿ ਇਹ ਸਾਡੀ ਜਿਹੜੀ ਸੰਸਥਾ ਬਣੀ ਹੋਈ ਹੈ ਇਹਦੇ 'ਚ ਕਿਤੇ ਕੋਈ ਘਾਟ ਤਾਂ ਨਹੀਂ ਆ ਗਈ, ਕੋਈ ਫੰਡਿੰਗ ਦੀ ਕਮੀ ਤਾਂ ਨਹੀਂ ਆ ਗਈ, ਕੋਈ ਇਹਦੇ 'ਚ ਐਕਸਪਰਟਸ ਦੀ ਕਮੀ ਤਾਂ ਨਹੀਂ ਆ ਗਈ, ਉਹ ਪੂਰੇ ਕਰਨਾ। ਉਹ ਸੰਸਥਾ ਆਪਣੇ ਤਾਂ ਕਈ ਵਾਰ ਇਹ ਹੁੰਦਾ ਵੀ ਬੀਜੇਪੀ ਨੂੰ ਲੱਗਦਾ ਕਾਂਗਰਸ ਵਾਲੇ ਬਣਾ ਕੇ ਸੀ, ਕਾਂਗਰਸ ਦਾ ਬੀਜੇਪੀ, ਇਹਨਾਂ ਦੀ ਸਕੀਮ ਆ, ਕਾਲੀਆਂ ਨੂੰ ਲੱਗਦਾ ਕਾਂਗਰਸ ਵਾਲੇ, ਆਪਣੇ ਨੂੰ ਲੱਗਦਾ ਕਾਂਗਰਸ ਵਾਲੇ। ਅਨਫੋਰਚੂਨੇਟ ਹੈ ਇਹ ਜੇ ਲੋਕ ਨਹੀਂ ਖਤਮ ਕਰ ਸਕੇ ਇਸ ਤਰ੍ਹਾਂ ਦੀ ਥਾਟ ਨੂੰ, ਤਾਂ ਹੋ ਸਕਦਾ ਆਉਣ ਵਾਲੇ ਸਮੇਂ 'ਚ ਨੇਚਰ ਖਤਮ ਕਰੇ ਇਹਨੂੰ। ਸੋ ਨੇਚਰ ਨਾਲ ਤੁਸੀਂ ਲੜ ਨਹੀਂ ਸਕਦੇ, ਨੇਚਰ ਨੂੰ ਮੈਨੇਜ ਕਰ ਸਕਦੇ ਹੋ। ਨੇਚਰ ਦੇ ਨਾਲ ਲੱਗ ਕੇ ਚੱਲੋਗੇ ਤਾਂ ਕੰਮ ਚੱਲੇਗਾ। ਨੇਚਰ ਨਾਲ ਜੇ ਲੜਨ ਦੀ ਕੋਸ਼ਿਸ਼ ਕਰੋਗੇ ਜਾਂ ਨੇਚਰ ਨੂੰ ਇਗਨੋਰ ਕਰਨ ਦੀ ਕੋਸ਼ਿਸ਼ ਵੀ ਕਰੋਗੇ। ਹੁਣ ਆਪਾਂ ਇਹ ਹੈ ਵੀ ਹੁਣ ਹੜ ਲੰਘੇ, ਥੋੜ੍ਹੀ ਦੇਰ ਬਾਅਦ ਪਤਾ ਹੀ ਨਹੀਂ ਹੋਣਾ ਕੀ ਹੈ ਕਿ ਨਹੀਂ। ਨੇਚਰ ਨੇ ਤਾਂ ਆਪਣਾ ਇੱਕ ਜਲਵਾ ਦਿਖਾਤਾ ਵੀ ਭਾਈ ਵੱਜ ਜਾਓ, ਉਸ ਤੋਂ ਬਾਅਦ ਜਦੋਂ ਦੁਬਾਰਾ ਜਲਵਾ ਦਿਖਾਉਣਾ ਫਿਰ ਉਹਨਾਂ ਦੁਬਾਰਾ ਵਾਰਨਿੰਗ ਵੀ ਨਹੀਂ ਦੇਣੀ। ਸੋ ਇਹ ਵਾਰਨਿੰਗ ਤਾਂ ਸਮਾਜ ਨੇ, ਸੋਸਾਇਟੀ ਨੇ, ਸਰਕਾਰਾਂ ਨੇ, ਇੰਟੈਲੈਕਚੁਅਲਸ ਨੇ, ਯੂਨੀਵਰਸਿਟੀਜ਼ ਨੇ, ਉਹਨਾਂ ਨੇ ਲੈਣੀ ਹੈ, ਤੇ ਉਹ ਲੌਂਗ ਟਰਮ ਪਾਲਿਸੀ ਬਣਾ ਕੇ ਇੰਸਟੀਟਿਊਸ਼ਨਾਂ ਬਣਾਉਣ ਤਾਂ ਇਹ ਸਾਰਾ ਹੱਲ। ਮੈਂ ਲਾਸਟ ਸਵਾਲ ਤੁਹਾਨੂੰ ਕਰਨ ਲੱਗਿਆ, ਜੇ ਮੈਂ ਤੁਹਾਡੇ ਤੋਂ ਪੁੱਛਾਂ ਕੋਈ 5-7 ਚੀਜ਼ਾਂ ਤੁਸੀਂ ਦੱਸ ਸਕਦੇ ਹੋ ਕਿ 5-7 ਚੀਜ਼ਾਂ ਕਰ ਲਈਆਂ ਜਾਣ, ਸਾਡਾ ਨੇਚਰ ਨਾਲ ਵੀ ਰਿਸ਼ਤਾ ਜਿਹੜਾ ਕੋਐਗਜ਼ਿਸਟੈਂਸ ਦਾ ਰਹੂਗਾ, ਵਿਰੋਧੀ ਨਹੀਂ ਰਹੂਗਾ, ਤੇ ਅਸੀਂ 5-7 ਜਿਵੇਂ ਡੀਸਿਲਟਿੰਗ ਦੀ ਆਪਾਂ ਗੱਲ ਕਰੇ, ਉਵੇਂ ਕਿਹੜੀਆਂ 5-7 ਚੀਜ਼ਾਂ ਜਿਹੜੀਆਂ ਆਪਾਂ ਠੀਕ ਕਰ ਲਈਏ ਜਿਹਦੇ ਨਾਲ ਮੋਟਾ ਮਸਲਾ ਹੱਲ ਹੋਵੇ? ਦੇਖੋ ਓਵਰਆਲ ਤਾਂ ਚਲੋ ਹੈਗੀ ਆ ਗਲੋਬਲ ਵਾਰਮਿੰਗ ਦੀ ਆਪਾਂ ਗੱਲ ਕਰ ਰਹੇ ਹਾਂ। 2-3 ਚੀਜ਼ਾਂ ਸਾਨੂੰ ਪੰਜਾਬ ਵਾਸਤੇ ਸਪੈਸੀਫਿਕ ਨੇ ਜਿਹੜੀਆਂ, ਕਿਉਂਕਿ ਸਾਡੇ ਦਰਿਆ ਇੱਥੇ ਲੰਘਦੇ ਨੇ। ਇੱਕ ਤਾਂ ਐਤਕੀ ਦਰਿਆਵਾਂ ਦੇ ਪੰਜਾਬ ਦੇ ਵਿੱਚ ਫਲੱਡ ਆਉਣ ਦਾ ਇਹ ਹੋ ਗਿਆ ਕਿ ਜਿਹੜੇ ਲੋਕ ਹਰਿਆਣਾ ਦੇ ਵਿੱਚ, ਰਾਜਸਥਾਨ ਦੇ ਵਿੱਚ ਜਾਂ ਬਾਕੀ ਹਿੰਦੁਸਤਾਨ 'ਚ ਰੌਲਾ ਪਾਉਂਦੇ ਸੀ ਕਿ ਹਮਾਰੇ ਕੋ ਪਾਣੀ ਕਿਉਂ ਨਹੀਂ ਦੇਤੇ, ਪਾਣੀ पे सभी का अधिकार है वगैरह वगैरह, वो गल्लां मेरे ख्याल खत्म हो गई कि यार ये पानी लैण दी इकल्ला गल नहीं हुंदी, पानी का नुकसान देखो किड्डा वड्डा होया। सो वो जिहड़ा साडे रिपेरियन वाला प्रिंसीपल सी वो क्लीयर हो गया। तो रिपेरियन प्रिंसीपल दे नाल ही साडा यह है कि असीं अपने दरियावां नूं कैनलाइज करिए, अपने बंधां नूं दुबारा बनाइए, अपणियां जिहड़ियां ड्रेनां ने उन्हां नूं दुबारा उन्हां दी सारिआं दी डिसिल्टिंग करिए, जिहड़ियां ड्रेनां दे विच असीं अपने बंध नहीं बनाए होए उन्हां दे विच असीं ओदी डिमार्केशन करके बुरजियां ला दईए, लोकां नूं कहिए कि इत्थे तुसीं कोई काम नहीं कर सकते, कोई इस तरह का पक्का काम नहीं कर सकते, हाँ बाकी काम हो सकते हैं खेतीबाड़ी का या इस तरह का। तो ये काम होने वाले है। दूजा साडे दरियावां दे विच जिहड़ा पोल्यूशन जा रहा वो रोकना साडे वास्ते नहायत जरूरी है। ਉਹਦੇ ਤੇ ਕੋਈ ਕਿਸੇ ਲੈਵਲ ਤੇ ਵੀ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ, ਬਹੁਤ ਹੋ ਗਿਆ। ਕੋਈ ਇੱਕ ਡੇਟ ਫਿਕਸ ਕਰ ਲੈਣ ਕਿ ਆਉਣ ਵਾਲੇ 2 ਸਾਲਾਂ 'ਚ ਸਰਕਾਰ ਦਾ ਹੋਰ ਕਿਤੇ ਪੈਸਾ ਜਾਵੇ ਨਾ ਜਾਵੇ, ਇੱਧਰਲੇ ਪਾਸੇ ਪੈਸਾ ਲਾ ਕੇ ਅਸੀਂ ਇਨਸ਼ੋਰ ਕਰਾਂਗੇ ਕਿ ਬਿਲਕੁਲ ਉਹਦੇ ਵਿੱਚ ਕੋਈ ਪੋਲਿਊਸ਼ਨ ਨਾ ਜਾ ਰਿਹਾ। ਤੀਜਾ ਸਾਡੇ ਜਿਹੜਾ ਹੈਗਾ ਸਾਡੇ ਫੋਰੈਸਟੇਸ਼ਨ, ਇਹ ਕਹਿੰਦੇ ਨੇ ਕਿ ਜੀ 33% ਫੋਰੈਸਟ ਹੋਣਾ ਚਾਹੀਦਾ ਹਰ ਇੱਕ ਸਟੇਟ ਦੇ ਵਿੱਚ। ਚਲੋ ਪੰਜਾਬ ਦੇ ਵਿੱਚ ਕਿਉਂਕਿ ਐਗਰੀਕਲਚਰ ਵਾਲੀ ਬਹੁਤ ਵੱਡੀ ਸਟੇਟ ਹੈ, 20% ਦੀ ਆਪਾਂ ਗੱਲ ਕਰਦੇ ਹਾਂ। ਸੋ 20% ਦੇ ਅਗੇਂਸਟ ਜੇ 4-5% ਹੈ ਤਾਂ ਸਾਡੀ ਫੇਲਿਅਰ ਹੈ, ਕਲੈਕਟਿਵ ਫੇਲਿਅਰ ਆਫ ਦਾ ਇੰਟੈਲੈਕਟ ਆਫ ਦਾ ਸਟੇਟ। ਲੋਕਾਂ ਦੀ, ਕਿਸਾਨਾਂ ਦੀ, ਪ੍ਰੋਫੈਸਰਾਂ ਦੀ, ਹਰ ਇੱਕ ਬੰਦੇ ਦੀ ਇੱਕ ਕਲੈਕਟਿਵ ਫੇਲਿਅਰ ਹੈ ਕਿ ਅਸੀਂ ਇਸ ਨੂੰ 20% ਤੇ ਕਿਉਂ ਨਹੀਂ ਲੈ ਕੇ ਜਾ ਸਕੇ। ਤੁਸੀਂ ਦੇਖੋ ਕਿ ਇਹ ਸਾਰੀਆਂ ਚੀਜ਼ਾਂ ਉਹ ਨੇ ਜਿਹੜੀਆਂ ਸਾਡੀਆਂ ਵੋਟਾਂ ਦਾ ਮੁੱਦਾ ਨਹੀਂ ਬਣਦੀਆਂ। ਜਿਹੜੀ ਵੀ ਚੀਜ਼ ਸਾਡੀ ਵੋਟਾਂ ਦਾ ਮੁੱਦਾ ਬਣ ਜੇ ਉਹਦਾ ਹੱਲ ਹੋ ਜਾਂਦਾ। ਕੋਈ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਹੈ। ਉਹ ਉਰਦੂ ਦੇ ਵਿੱਚ ਇੱਕ ਸ਼ੇਰ ਹੈ ਫੈਜ਼ ਅਹਿਮਦ ਫੈਜ਼ ਦਾ, ਕਹਿੰਦਾ ਹਰ ਇੱਕ ਚਾਰਾਗਰ ਹੁੰਦਾ ਡਾਕਟਰ, ਕਹਿੰਦਾ ਹਰ ਇੱਕ ਚਾਰਾਗਰ को चारागरी से गुरेज था, वरना ये जो हमारे दुख थे ये लादवा ना थे। सो दुखां दे हालात हैगे ने। सो चारागर ने ਜਿਹੜੇ ਡਾਕਟਰ ਨੇ, ਇਹਦੇ ਜਿਹੜੇ ਫਿਲਾਸਫਰ ਨੇ, ਜਿਹੜੇ ਕੰਮ ਕਰਨ ਵਾਲੇ ਨੇ, ਐਗਜ਼ੀਕਿਊਸ਼ਨਰਸ ਨੇ, ਉਹਨਾਂ ਨੂੰ ਗੁਰੇਜ਼ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਉਹਦੇ 'ਤੇ ਕੰਮ ਕਰਨਾ ਚਾਹੀਦਾ। ਥੈਂਕ ਯੂ ਸਰ, ਬਹੁਤ ਧੰਨਵਾਦ ਤੁਹਾਡਾ ਸਰ। ਥੈਂਕ ਯੂ।